शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। 9:14 ਹੋਏ ਨੇ ਤੇ 9 ਹੀ ਹੈ, 9 ਸਤੰਬਰ ਹੈ ਤੇ ਵਰਾ 2021 ਦਾ ਤੇ ਵੀਰਵਾਰ ਹੈ। 25 ਹੋ ਗਈ ਭਾਦੋਂ ਤੇ ਨਾਨਕਸ਼ੇ ਸੰਮਤ ਹੋ ਗਈ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਸ਼ੋ ਦੇ ਵਿੱਚ ਸ਼ੁਰੂ 'ਚ ਦੇਸ਼ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਦੀ ਗੱਲਬਾਤ ਤੁਸੀਂ ਬਹੁਤ ਪਸੰਦ ਕਰਦੇ ਹੋ, ਧੰਨਵਾਦ ਹੈ ਤੁਹਾਡਾ ਸਾਰਿਆਂ ਦਾ। ਉਸ ਤੋਂ ਬਾਅਦ ਕੁਝ ਖਬਰਾਂ ਤੋਂ ਬਾਅਦ ਖਾਸ ਗੱਲ ਤੁਹਾਡੇ ਲਈ 10:10 ਤੇ ਕਿਰਾਏਦਾਰਾਂ ਤੇ ਮਾਲਕ ਮਕਾਨਾਂ ਦਾ ਝਗੜਾ ਬਹੁਤ ਹੈ। ਲੋਕ ਤੰਗ ਨੇ, ਜਿਨ੍ਹਾਂ ਦੇ ਮਕਾਨ ਨੇ ਉਹ ਤੰਗ ਨੇ। ਕਈ ਵਾਰ ਉਹਨਾਂ ਨੂੰ ਕਿਰਾਇਆ ਨਹੀਂ ਮਿਲਦਾ, ਨਾ ਕਿਰਾਏਦਾਰ ਨਿਕਲ ਸਕਦਾ ਤੇ ਬਹੁਤ ਇਸ਼ੂ ਨੇ। ਕਈ ਕਿਰਾਏਦਾਰ ਬਹੁਤ ਚੰਗੇ ਨੇ, ਮਾਲਕ ਇੰਨੇ ਮਾੜੇ ਨੇ, ਉਹ ਕਹਿੰਦੇ ਰੈਨੋਵੇਟ ਕਰਨਾ, ਘਰੋਂ ਨਿਕਲੋ, ਚੰਗਾ ਭਲਾ ਘਰ। ਅੱਜ ਟੈਨੇਸੀ ਡਿਪਾਰਟਮੈਂਟ ਤੋਂ ਉਹਨਾਂ ਦੇ ਇਨਫੋਰਮੇਸ਼ਨ ਆਫੀਸਰ ਆਉਣਗੇ ਜਿਹੜੇ ਪੰਜਾਬੀ 'ਚ ਗੱਲ ਕਰਨਗੇ ਤੁਹਾਡੇ ਨਾਲ। ਰੰਗੀਨਾ ਸਿੱਧੂ ਜੀ 10:10 ਤੇ। ਸਵਾਲ ਤੁਹਾਡੇ ਬਹੁਤ ਨੇ, ਮੈਨੂੰ ਪਤਾ ਹੈ, ਬਹੁਤ ਚਿਰ ਦੇ ਤੁਸੀਂ ਇਸ ਸੈਗਮੈਂਟ ਨੂੰ ਉਡੀਕਦੇ ਹੋ। ਕੁਝ ਸਵਾਲ ਤੁਹਾਡੇ ਮੈਂ ਪੁੱਛ ਲੈਣੇ ਨੇ। ਉਸ ਤੋਂ ਬਾਅਦ ਤੁਸੀਂ ਸਵਾਲ ਜੇ ਮੈਨੂੰ ਭੇਜਦੇ ਹੋ ਜਦ ਤੱਕ ਬਹੁਤ ਸੌਖ ਹੋ ਜੂਗੀ। ਮੇਰੇ WhatsApp ਨੰਬਰ ਜਿਹੜਾ ਸੈੱਲ ਫੋਨ ਨੰਬਰ ਪਰਸਨਲ ਨੰਬਰ ਹੈ ਮੇਰਾ, ਹਰ ਰੋਜ਼ ਤੁਹਾਨੂੰ ਦਿੰਦਾ 604 729 1224 6047291224। WhatsApp ਕਰ ਦਿਓ। ਜੇ ਲਿਖ ਨਹੀਂ ਹੁੰਦਾ ਰਿਕਾਰਡ ਕਰਕੇ ਭੇਜ ਦਿਓ, ਮੈਂ ਬ੍ਰੇਕ ਦੇ ਵਿੱਚ ਤੁਹਾਡੇ ਸਵਾਲ ਲੈ ਲਾਂਗਾ। ਰਾਦਰ ਦੈਨ ਤੁਸੀਂ ਕਾਲ ਕਰੋ, ਸਮਾਂ ਵੇਸਟ ਕਰੀਏ। ਤੁਹਾਡੇ ਸਵਾਲ ਬਹੁਤ ਹੋਣਗੇ, ਤੁਹਾਡੇ ਸਵਾਲ ਮੈਂ ਸਿੱਧਾ ਪੁੱਛ ਸਕਦਾ। ਜੇ ਸਮਾਂ ਮਿਲਿਆ ਤੁਸੀਂ ਵੀ ਸ਼ਾਮਲ ਹੋ ਜਾਣਾ, ਕਿਉਂਕਿ ਕਈ ਵਾਰ ਇੱਕੋ ਹੀ ਸਵਾਲ 10 ਜਣੇ ਉਹੀ ਪੁੱਛੀ ਜਾਂਦੇ ਨੇ। ਜੇ ਸਵਾਲ ਮੈਨੂੰ ਭੇਜ ਦਿਓ, ਫੇਸਬੁੱਕ 'ਤੇ ਭੇਜ ਦਿਓ, ਮੇਰੇ WhatsApp 'ਤੇ ਭੇਜ ਦਿਓ, ਮੇਰੇ ਟੈਕਸਟ ਕਰ ਦਿਓ, ਫੋਨ ਨਾ ਕਰਿਓ। ਜਿੰਨੇ ਸਵਾਲ ਭੇਜ ਸਕਦੇ ਹੋ ਭੇਜ ਦਿਓ। ਵੈਸੇ ਜਨਰਲ ਕਾਮਨ ਜਿਹੜੇ ਸਵਾਲ ਨੇ ਉਹ ਮੈਨੂੰ ਸਾਰੇ ਪਤਾ। ਅੱਜ ਤੁਹਾਡੀ ਇਸ ਗੱਲਬਾਤ ਨੂੰ ਸੁਲਝਾਂਗੇ ਜਿੰਨਾ ਛੇਤੀ ਹੋ ਸਕੇ। ਬਹੁਤ ਤੁਹਾਡੇ ਚਿਰਾਂ ਦਾ ਇਹ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਤੋਂ ਉੱਥੇ ਕੋਈ ਇਨਫੋਰਮੇਸ਼ਨ ਆਫੀਸਰ ਮਿਲੇ ਜਿਹੜਾ ਤੁਹਾਡੀ ਭਾਸ਼ਾ 'ਚ ਗੱਲ ਕਰ ਸਕੇ, ਤੁਹਾਡੇ ਪਿੜ ਪੱਲੇ ਪੈ ਜਾਵੇ। ਕੁਛ ਅੰਗਰੇਜ਼ੀ ਵਾਲੇ ਬੋਲ ਕੇ ਚਲੇ ਜਾਂਦੇ ਨੇ, ਮੁੜ ਕੇ ਪੰਜਾਬੀ ਦੇ ਵਿੱਚ ਉਲੱਥਾ ਸਾਰੇ ਸ਼ੋਅ ਦਾ ਨਹੀਂ ਹੋ ਸਕਦਾ। ਇਹਦੇ ਲਈ ਇੱਕੋ ਉਹਨਾਂ ਕੋਲ ਇਨਫੋਰਮੇਸ਼ਨ ਆਫੀਸਰ ਨੇ, ਰੰਗੀਨਾ ਸਿੱਧੂ ਜੀ, ਉਹ ਅੱਜ ਗੱਲਬਾਤ ਕਰਨਗੇ ਤੇ ਤੁਸੀਂ ਸਵਾਲ ਮੈਨੂੰ ਭੇਜੋ ਜ਼ਰੂਰ। 604 204 0600 ਤੇ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224 604 204 0600 ਔਨ 에ਅਰ ਨੰਬਰ ਹੈ। ਜੇ ਤੁਸੀਂ ਉਸ ਸਮੇਂ ਰਿਸੈਪਸ਼ਨ 'ਤੇ ਵੀ ਲਿਖਾਉਣੇ ਹੋਣ ਆਪਣੇ ਕੁਐਸਚਨ, ਉਹ ਵੀ ਲਿਖਾ ਸਕਦੇ। ਮੈਂ ਰੋਮਨ ਨੂੰ ਕਹਾਂਗਾ, ਰੋਮਨ ਉਸ ਸਮੇਂ ਕੁਐਸਚਨ ਤੁਹਾਡੇ ਲੈ ਸਕਦੀ ਹੈ ਵੱਧ ਤੋਂ ਵੱਧ, ਤਾਂ ਕਿ ਇਸ ਆਪਾਂ ਸ਼ੋਅ ਦਾ ਇਸ ਸਮੇਂ ਦਾ ਫਾਇਦਾ ਲੈ ਸਕੀਏ। ਕਿੱਕਰ ਦਾ ਸੱਕ ਉਬਲੇ ਤੇ ਜੜਾ ਮਜੀਠ ਦੀਆਂ, ਇੱਕ ਚੁਟਕੀ ਸੂਹੇ ਖਾਬ ਦੀ, ਨਿਤ ਸੁਪਨੇ ਪੀਠ ਦੀਆਂ, ਵਿੱਚ ਰੰਗਣ ਖੱਦਰ ਨੱਡੀਆਂ ਤੇ ਡੁੱਲ ਪੈਂਦਾ ਚਾਵੇ, ਅੱਖ ਦੇ ਕੂਲੇ ਫੰਭਿਆ ਕਿਤੋਂ ਉੱਡਦਾ ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਹ ਨੂੰ ਦਿਆਂ ਚੜਾ, ਤੇ ਪਿੰਜ ਤੁੰਬ ਸੰਗ ਸਲੀਕਿਆ ਮੈਂ ਧਾਗਾ ਲਵਾਂ ਬਣਾ। ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਭਰਾ, ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ। ਵਿਰਖ ਨਵਾਈਆਂ ਟਾਹਣੀਆਂ ਤੇ ਤੁਸਾਂ ਨਵਾਈ ਧੌਣ, ਕਿ ਹੱਥ ਭਰੇਂਦੇ ਤੋਪਿਆਂ ਨੂੰ ਬੁੱਲ ਤਾਂ ਛੋਂਦੇ ਗਾਉਣ। ਇੱਕ ਉੱਡਣ ਤਿੱਤਰ ਖੰਭੀਆਂ ਜੋ ਅੱਗ ਕਲੇਜੇ ਲਾਉਣ, ਤੇ ਦੂਜਾ ਪੱਤਰੋ ਪੱਤਰੀ ਅੱਜ ਮੱਛਰੀ ਫਿਰਦੀ ਪਾਉਣ। ਇੱਕ ਸੂਈ ਸੁੱਬਰ ਦੇ ਤਿਲ ਪੱਤਰਾ ਹਾਏ, ਨੀਲਕ ਘੁੰਗਟ ਬਾਗ, ਇੱਕ ਚੋਪ ਤਾਂ ਬੜੀ ਰੰਗੀਲੜੀ, ਧਾਗੇ ਦੇ ਖੁੱਲ੍ਹ ਗਏ ਭਾਗ। ਇਹ ਧੁੱਪਾਂ ਜ਼ਹਿਰ ਕਸੀਦੀਆਂ, ਧਰਤੀ ਧਰਤਾਂ ਮੋਰਨੀਆਂ, ਨੀ ਬਾਬਲ ਆਖੇ ਪੈਂਦੀਆਂ ਨੇ ਧੀਆਂ ਤੋਰਨੀਆਂ। ਇੱਕ ਸੂਈ ਮੇਰੀ ਨਿਕੜੀ, ਇੱਕ ਦਰਦ ਸਲੰਬੜੇ ਨੇ, ਲਿਖਿਆ ਸਾਹਾਂ ਨੂੰ ਚੁਗਣਾ ਹੈ ਪਰ ਮਾਨਸ ਚਮੜੇ ਨੇ। ਅੱਜ ਲਾਲ ਝਰੰਗਤਾ ਹੋ ਗਏ ਖੱਦਰ ਦੇ ਦਰਿਆ, ਮੈਨੂੰ ਅਗਲੇ ਘਰ ਵਿੱਚ ਤੋਰ ਕੇ ਪਰ ਕੱਲੀ ਰਹਿ ਜੂ ਮਾਂ। ਜੋ ਹਵਾ 'ਚ ਕੰਬਣ ਮੂੰਗਰੇ, ਹਵਾ 'ਚ ਕੰਬਣ ਮੂੰਗਰੇ, ਮੇਰਾ ਮੱਥਾ ਜਿਹਾ ਡਰੇ, ਤੇ ਨਾਲੇ ਵੰਗਾਂ ਮਹਿੰਦੀਆਂ ਦਾ ਸੁਪਨਾ ਇੱਕ ਤਰੇ। ਮੈਂ ਬਣ ਜਾ ਫੁੱਲ ਫੁਲਕਾਰੀਆਂ ਕੋਈ ਤੋਪੇ ਆਣ ਭਰੇ, ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ ਮੇਰੇ ਸੱਬੇ ਦੁੱਖ ਹਰੇ। ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ ਮੇਰੇ ਸੱਬੇ ਦੁੱਖ ਹਰੇ। ਦੁੱਖ ਜਮਾਈ ਹੂੰਜਦੂ ਹਰਮਨਜੀਤ ਲਿਖਦਾ ਹੈ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਚੰਗੇ ਭਲੇ ਲੰਘੇ ਜਾਂਦੇ ਸੀ
ਸ਼ੰਭੂ ਬਾਰਡਰ ਤੋਂ ਤੇ ਦਿੱਲੀ ਪਹੁੰਚਣਾ ਸੀ। ਕਿਸੇ ਨੂੰ ਨਹੀਂ ਸੀ ਕਹਿਣਾ ਧਰਤੀ ਕਿਆਂ ਦਰਵੇਸ਼ਾਂ ਨੇ ਕੁਛ। ਖੱਟਰ ਨੇ ਚੱਕੇ ਚਕਾਏ, ਜਿਉਂ ਟੋਏ ਪੱਟੇ ਸੜਕਾਂ ਤੇ ਗੱਡੀਆਂ ਟੇਢੀਆਂ ਖੜੀਆਂ ਕੀਤੀਆਂ। ਧਰਨੇ ਹੀ ਜਿਹੜੇ ਨੇ ਉਹ ਹੁਣ ਹਰਿਆਣਾ 'ਚ ਲੱਗ ਗਏ। ਹੁਣ ਬੱਸ ਹੋਊ ਕਰਨਾਲ ਵਾਲੇ ਧਰਨੇ ਦਾ ਪਤਾ ਕਰੋ, ਦੱਸਿਓ ਕਿ ਕੀ ਗੱਲ ਬਣ ਰਹੀ ਹੈ। ਜੀ ਗਿੱਲ ਸਾਹਿਬ, ਦੇਖੋ ਜਿਹੜਾ ਕਰਨਾਲ ਵਾਲਾ ਧਰਨਾ ਅਸਲ ਦੇ ਵਿੱਚ ਇਹ ਧਰਨਾ ਸਵੈਮਾਨ ਦਾ ਧਰਨਾ ਹੈਗਾ। ਇਹ ਇੱਕ ਕੱਲ ਦਾ ਜਵਾਕ ਜਿਹੜਾ ਉਹ ਸਾਡੇ ਬਾਪੂ ਜਿਨ੍ਹਾਂ ਨੇ ਉਮਰ ਟਕਾਇਆ ਧਰਗਿਆਂ ਦੀ ਗਿੱਲ ਸਾਹਿਬ 60ਵੇਂ ਨੂੰ ਜਾਪ ਕੁੜੀ 70 ਸਾਲ ਦੇ ਨੇ ਜਿਹੜੇ ਚੜੂਨੀ ਵਰਗੇ, ਰਾਜੇਵਾਲ ਵਰਗੇ, ਔਰ ਉਹ IAS ਅਫਸਰ ਇਹ ਹੁਕਮ ਦੇ ਰਿਹਾ ਕਿ ਸਿਰ ਪਾੜ ਦਿਓ ਇਹਨਾਂ ਦੇ, ਕੁੱਟੋ ਇਹਨਾਂ ਨੂੰ, ਢਾਲੋ। ਉਹਦੀ ਜਿਹੜੀ ਵੀਡੀਓ ਰਿਕਾਰਡਿੰਗ ਹੋ ਗਈ, ਸ਼ਬਦਾਵਲੀ ਆ ਜਿਹੜੀ ਉਹਦੀ ਬਹੁਤ ਗੰਦੀ ਹੈ। ਉਹਦੇ ਖਿਲਾਫ ਕੇਸ ਤਾਂ ਕੀ ਦਰਜ ਕਰਨਾ, ਉਹਨੂੰ ਸਸਪੈਂਡ ਨਹੀਂ ਕਰ ਰਹੀ ਜਿਹੜੀ ਹਰਿਆਣਾ ਸਰਕਾਰ ਹੈ। ਉਹਦੇ ਚ ਦੋ ਚੀਜ਼ਾਂ ਨਿਕਲਦੀਆਂ ਨੇ ਗਿੱਲ ਸਾਹਿਬ। ਇੱਕ ਤਾਂ ਇਹ ਕਿ ਉਸ ਅਫਸਰ ਨੂੰ ਸਸਪੈਂਡ ਨਾ ਕਰਕੇ ਅਸਲ ਦੇ ਵਿੱਚ ਇਹ ਸ਼ਹਿ ਦੇ ਰਹੇ ਨੇ ਅਫਸਰਾਂ ਨੂੰ। ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਉਹ ਅਫਸਰ ਨੂੰ ਸਸਪੈਂਡ ਕਰਤਾ, ਕੱਲ ਨੂੰ ਕਿਹੜਾ ਅਫਸਰ ਸਾਡੇ ਕਹੇ ਦੇ ਉੱਤੇ ਸਿਰ ਪਾੜੂਗਾ। ਜਾਂ ਦੂਸਰੀ ਗੱਲ ਇਹ ਹੋ ਸਕਦੀ ਹੈ ਕਿ ਉਹ ਅਫਸਰ ਦੀ ਪਲੈਨਿੰਗ ਨਹੀਂ, ਉਹ ਸਰਕਾਰ ਦੀ ਪਲੈਨਿੰਗ ਸੀ। ਅਫਸਰ ਤਾਂ ਕੁਦਰਤ ਤਰੀਕੇ ਦੇ ਨਾਲ ਮੀਡੀਆ ਦੇ ਅੱਗੇ, ਕੈਮਰੇ ਆਉਣ ਦੇ ਅੱਗੇ ਬੋਲ ਬੈਠਾ। ਉਹ ਅਸਲ ਦੇ ਵਿੱਚ ਖੱਟਰ ਗਵਰਨਮੈਂਟ ਦੀ ਜਿਹੜੀ ਪਲੈਨਿੰਗ ਸੀਗੀ, ਇਹ ਸਾਬਤ ਹੋ ਰਿਹਾ ਹੈਗਾ। ਕਰਨਾਲ ਦੇ ਵਿੱਚ ਧਰਨਾ ਚੱਲ ਰਿਹਾ ਜੀ, ਜਿਵੇਂ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਪੱਕੇ ਮੋਰਚੇ ਨੇ, ਉਵੇਂ ਦਾ ਇੱਕ ਮੋਰਚਾ ਹੁਣ ਵਿੱਚ ਐਡ ਹੋ ਗਿਆ ਕਰਨਾਲ ਵਾਲਾ। ਮਿੰਨੀ ਸਕੱਤਰੇਤ ਕਿਸਾਨਾਂ ਨੇ ਘੇਰ ਰੱਖਿਆ, ਦਰੀਆਂ ਵਿਛਾਤੀਆਂ, ਟੈਂਟ ਲੱਗ ਗਿਆ, ਗੁਰੂ ਘਰਾਂ ਦੇ ਵਿੱਚੋਂ ਲੰਗਰ ਆ ਰਿਹਾ, ਹਰ ਚੀਜ਼ ਦੀ ਬਹੁਤਾਤ ਆ ਜਿਹੜੀ ਉੱਥੇ ਗੁਰੂ ਘਰਾਂ ਦੇ ਵਿੱਚੋਂ ਉਹ ਆ ਰਹੀ ਹੈ। ਔਰ ਕਿਸਾਨ ਨੇ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ। 11 ਸਤੰਬਰ ਤੱਕ ਦਾ ਸਮਾਂ ਗਾ ਜਿਹੜਾ ਹਰਿਆਣਾ ਦੀ ਸਰਕਾਰ ਨੂੰ ਦੇਤਾ ਕਿ ਜਾਂ ਤਾਂ ਉਹ ਆਪਦੇ ਅਫਸਰ ਨੂੰ ਸਸਪੈਂਡ ਕਰ ਦਿਓ, ਅਦਰਵਾਈਜ਼ ਕਿਸਾਨ ਨੇ ਜਿਹੜੇ ਉਹ 11 ਸਤੰਬਰ ਨੂੰ ਇੱਕ ਮੀਟਿੰਗ ਕਰਨਗੇ ਹਰਿਆਣਾ ਦੇ ਵਿੱਚ ਸੰਯੁਕਤ ਮੋਰਚੇ ਦੀ। ਉਸ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਜਾਊਗਾ ਕੋਈ, ਤੇ ਫਿਰ ਇਸ ਐਜੀਟੇਸ਼ਨ ਨੂੰ ਜਿਹੜਾ ਤਿੱਖਾ ਵੀ ਕੀਤਾ ਜਾ ਸਕਦਾ ਗਾ। ਉਂਝ ਗਿੱਲ ਸਾਹਿਬ, ਜਿਵੇਂ ਕੱਲ 40 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਭਾਅ ਵਧਾਤਾ, ਅੱਜ ਹਰਿਆਣਾ ਦੀ ਸਰਕਾਰ ਨੇ ਜਿਹੜਾ ਉਹ ਗੰਨੇ ਦਾ ਭਾਅ ਵਧਾਤਾ। ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਤੋਂ 2 ਰੁਪਏ ਅਸੀਂ ਵੱਧ ਵਧਾਤਾ। ਤਾਂ ਇਹ ਅਸਲ ਦੇ ਵਿੱਚ ਇਹਨਾਂ ਨੂੰ ਆਇਆ ਖਵਣੀ ਕਿਸਾਨ ਨੇ ਜਿਹੜੇ ਉਹ ਅਸੀਂ ਗੰਨੇ ਦਾ ਭਾਅ ਵਧਾ ਦਿਆਂਗੇ, 40 ਰੁਪਏ ਕੁਇੰਟਲ, 40 ਕੁ ਪੈਸੇ ਬਣੇ ਕਿਲੋ ਦੇ ਤਾਂ ਕਣਕ ਦੇ, ਉਹ ਵਧਾ ਦਿਆਂਗੇ। ਉਹਦੇ ਨਾਲ ਖਣੀ ਕਿਸਾਨ ਘਰਾਂ 'ਚ ਜਾ ਵੜਨਗੇ। ਖਣੀ ਕਿਸਾਨ ਇਹ ਕਹਿਣ ਲੱਗ ਜਾਣਗੇ ਕਿ ਸਰਕਾਰ ਆ ਜਿਹੜੀ ਚੰਗੀ ਆ। ਪਰ ਇਹ ਜਿਹੜੀ ਕਰਨਾਲ ਵਾਲੀ ਲੜਾਈ ਆ ਨਾ, ਇਹ ਲੜਾਈ ਨਾ ਤਾਂ ਭਾਵਾਂ ਦੀ ਆ, ਨਾ ਆਰਥਿਕ ਮੰਗਾਂ ਦੀ ਆ। ਇਹ ਲੜਾਈ ਤਾਂ ਇੱਕ ਉਸ ਭੂਸਰੇ ਹੋਏ ਅਫਸਰ ਨੂੰ ਸਬਕ ਸਿਖਾਉਣ ਦੀ ਲੜਾਈ ਆ, ਸਵੈਮਾਨ ਦੀ ਲੜਾਈ ਆ ਕਿ ਅੰਨਦਾਤਾ ਜਿਹੜਾ ਆਪਦੇ ਹੱਕਾਂ ਲਈ ਐਜੀਟੇਸ਼ਨ ਕਰ ਰਿਹਾ, ਉਹਦੇ ਨਾਲ ਬੋਲਣਾ ਕਿਵੇਂ ਆ, ਵਿਵਹਾਰ ਕਿਵੇਂ ਕਰਨਾ। ਇਹ ਅੱਜ ਇਸ ਅਫਸਰ ਨੂੰ ਸਸਪੈਂਡ ਕਰਾਤਾ ਗਿੱਲ ਸਾਹਿਬ, ਕੱਲ ਨੂੰ ਛੇਤੀ ਕੀਤੇ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਪੈਣੀ ਕਿ ਇਸ ਤਰੀਕੇ ਦਾ ਜਿਹੜਾ ਉਹ ਦਾਬਾ ਮਾਰੇ ਜੀ। ਅੱਛਾ, ਇੱਕ ਰੈਲੀ ਦੀ ਫੋਟੋ ਤੁਰੀ ਫਿਰਦੀ ਹੈ ਵੀ ਸ਼ੰਭੂ ਤੋਂ ਕਰਨਾਲ ਤੱਕ ਰੈਲੀ ਆ, ਚੜੂਨੀ ਦੀ ਫੋਟੋ ਨਾਲ ਮਿਸ਼ਨ ਪੰਜਾਬ ਲਿਖਿਆ ਹੋਇਆ। ਜੀ ਗਿੱਲ ਸਾਹਿਬ, ਦੇਖੋ ਇਹ ਨਾ ਅਸਲ ਦੇ ਵਿੱਚ ਇਹਦੇ 'ਚ 2-3 ਚੀਜ਼ਾਂ ਚੱਲਦੀਆਂ ਨੇ। ਇੱਕ ਤਾਂ ਇਹ ਕਿ ਗੁਰਨਾਮ ਸਿੰਘ ਚੜੂਨੀ ਜੀ ਨੇ ਜਿਹੜੇ ਉਹ ਹਰਿਆਣਾ ਨੂੰ ਬਿਲੋਂਗ ਕਰਦੇ ਨੇ, ਪਰ ਮਿਸ਼ਨ ਪੰਜਾਬ ਆ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਘਰ ਕਰ ਗਈ ਕਿ 2022 ਦੀ ਇਲੈਕਸ਼ਨ ਦੇ ਵਿੱਚ ਯੂਪੀ ਦੇ ਵਿੱਚ ਤਾਂ ਜਿਹੜਾ ਮਿਸ਼ਨ ਯੂਪੀ ਹੋ ਭਾਜਪਾ ਨੂੰ ਹਰਾਉਣ ਦਾ ਹੋਊਗਾ। ਪੰਜਾਬ 'ਚ ਉਹਨਾਂ ਨੂੰ ਲੱਗਦਾ ਗਾ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ ਪਾਸੇ ਧੱਕ ਕੇ ਆਪਦੀ ਸਰਕਾਰ ਆ ਜਿਹੜੀ ਉਹ ਬਣਾਈ ਜਾ ਸਕਦੀ ਆ। ਔਰ ਉਹ ਕਹਿੰਦੇ ਵੀ ਉਹਦੇ 'ਚ ਫਿਰ ਚੰਗੇ ਕਾਨੂੰਨ ਲਿਆਵੇ। ਉਹਦੇ 'ਚੋਂ ਗਿੱਲ ਸਾਹਿਬ ਇਹ ਗੱਲਾਂ ਨੇ ਜਿਹੜੀਆਂ ਨਿਕਲਦੀਆਂ ਨੇ। ਕੱਲ ਉਹਨਾਂ ਨੇ ਇੱਕ ਵਰਚੁਅਲ ਮੀਟਿੰਗ ਵੀ ਕੀਤੀ ਆ ਪੰਜਾਬ ਦੇ ਵਿੱਚ, ਸੰਬੋਧਨ ਕੀਤਾ, ਔਰ ਕਈ ਥਾਵਾਂ ਦੇ ਉੱਤੇ ਤਸਵੀਰਾਂ ਰੈਲੀਆਂ ਦੀਆਂ ਵੀ ਆ ਰਹੀਆਂ। ਤਾਂ ਕਿਤੇ ਨਾ ਕਿਤੇ ਉਹਨਾਂ ਨਾਲ ਸੰਯੁਕਤ ਮੋਰਚੇ ਦੇ ਆਗੂਆਂ ਨੇ ਵੀ ਗੱਲ ਕੀਤੀ ਸੀ। 32 ਕਿਸਾਨ ਆਗੂਆਂ ਨੇ ਵੀ ਉਹਨਾਂ ਨੂੰ ਸਮਝਾਇਆ ਸੀ ਚੜੂਨੀ ਸਾਹਿਬ ਨੂੰ ਕਿ ਪੰਜਾਬ ਦਾ ਜਿਹੜੀ ਸਥਿਤੀ ਉਹ ਇੱਦਾਂ ਨਹੀਂ ਹੈ। ਜਿਹੜੇ ਇੱਥੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ, ਤੇ ਜਦੋਂ ਅਸੀਂ ਜਾਵਾਂਗੇ, ਜੇ ਸਿਆਸਤ ਦੇ ਵਿੱਚ ਪਾਰਟਿਸਪੈਂਟ ਬਣਦੇ ਆ, ਤਾਂ ਉਹ ਆਪਣੇ ਨਾਲੋਂ ਟੁੱਟ ਜਾਣਗੇ। ਪੰਜਾਬ ਦੇ ਵਿੱਚ ਸਿਆਸਤ ਹੋਰ ਤਰ੍ਹਾਂ ਦਾ ਰੁਖ ਆ ਜਿਹੜਾ ਅਖਤਿਆਰ ਕਰੂ। ਆਪਾਂ ਜਿਹੜੀ ਚੀਜ਼ ਦੇ ਉੱਤੇ ਕੰਸਨਟਰੇਟ ਕਰਨਾ ਉਹਦੇ ਤੇ ਕਰੀਏ। ਤਾਂ ਉਹਨਾਂ ਦੀ ਇਹ ਜਿਹੜੀ ਗੱਲ ਆ ਗਈ ਮਿਸ਼ਨ ਪੰਜਾਬ ਵਾਲੀ, ਉਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ ਹੋਰ ਪਾਸੇ ਨੂੰ ਵੀ ਜਿਹੜੀ ਉਹ ਵੱਧ ਸਕਦੀ ਆ ਜੀ। ਅੱਛਾ, ਨਾਲ ਇਹ ਦੱਸੋ ਵੀ ਜਿਹੜੀ ਇਹ ਕੱਲ ਦੀ ਮੀਟਿੰਗ ਆ ਚੰਡੀਗੜ੍ਹ, ਉਹ 'ਚ ਕਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਕਿਹੜੇ ਬੰਦੇ ਆ ਸਕਦੇ ਆ? ਜੀ ਗਿੱਲ ਸਾਹਿਬ, ਦੇਖੋ ਜਿਹੜੀ ਕੱਲ ਨੂੰ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਬੁਲਾਈ ਹੈ ਚੰਡੀਗੜ੍ਹ ਦੇ ਵਿੱਚ,
ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਦਿਨ ਸਟੇਜ ਤੋਂ ਕਿਹਾ ਸੀ, ਆਪਣੇ ਸਰੋਤਿਆਂ ਦੇ ਯਾਦ ਹੋ ਜਿਹਦੇ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਪਿਆਸਾ ਗਾ ਜਿਹੜਾ ਉਹ ਖੂਹ ਕੋਲੇ ਜਾਂਦਾ ਗਾ, ਖੂਹ ਪਿਆਸੇ ਕੋਲ ਨਹੀਂ ਜਾਂਦਾ। ਉਸ ਦਿਨ ਉਹ ਵੀ ਕਹਿੰਦਾ ਸੀ ਮੈਂ ਕਿਸਾਨ ਆਗੂ ਨੂੰ ਮਿਲਣਾ ਚਾਹੁੰਦਾ। ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਦੀ ਪਾਰਟੀ ਨੇ ਤਾਂ ਬਕਾਇਦਾ ਤੌਰ ਦੇ ਉੱਤੇ ਕਿਹਾ ਸੀਗਾ ਕਿ ਸਾਨੂੰ ਟਾਈਮ ਦਿੱਤਾ ਜਾਵੇ, ਕਿਸਾਨ ਆਗੂ ਜਿੱਥੇ ਸੱਦਣਗੇ ਅਸੀਂ ਉੱਥੇ ਜਾ ਵੜਾਂਗੇ। ਥੋੜਾ ਹਲੀਮੀ ਭਰਿਆ ਜਿਹੜਾ ਸੱਦਾ ਗਾ ਸ਼੍ਰੋਮਣੀ ਅਕਾਲੀ ਦਲ ਦਾ ਸੀਗਾ। ਨਵਜੋਤ ਸਿੰਘ ਸਿੱਧੂ ਦੀ ਤਾਂ ਉਦੋਂ ਆਲੋਚਨਾ ਵੀ ਹੋਈ ਸੀ। ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 32 ਨੇ ਮੀਟਿੰਗ ਕੀਤੀ ਕਿ ਆਪਾਂ ਇੱਕ ਦਿਨ ਰੱਖ ਲਓ, ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਸਾਰੀਆਂ ਨੂੰ ਬੁਲਾ ਲਓ। ਉਹਦੇ ਚੋਂ ਗਿੱਲ ਸਾਹਿਬ 10 ਸਤੰਬਰ ਦਾ ਦਿਨ ਆ ਜਿਹੜਾ ਉਹ ਰੱਖਿਆ ਗਿਆ, ਭਲਕੇ ਮੀਟਿੰਗ ਬੁਲਾਈ ਹੈ। 36 ਸੈਕਟਰ ਦਾ ਕਨਵੈਨਸ਼ਨ ਸੈਂਟਰ ਹੈ ਚੰਡੀਗੜ੍ਹ, ਉੱਥੇ ਮੀਟਿੰਗ ਬੁਲਾਈ ਗਈ ਹੈ। ਪਹਿਲਾਂ ਇਹ ਸੀਗਾ ਕਿ ਸਾਰੀਆਂ ਪਾਰਟੀਆਂ ਨੂੰ ਇੱਕੋ ਟਾਈਮ ਸੱਦ ਲਓ। ਫਿਰ ਉਸ ਤੋਂ ਬਾਅਦ ਗਿੱਲ ਸਾਹਿਬ ਅੱਜ ਇਹ ਗੱਲ ਉੱਠੀ ਵੀ ਸਾਰੀਆਂ ਪਾਰਟੀਆਂ ਜੇ ਆਪਾਂ ਇੱਕੋ ਟਾਈਮ ਸੱਦ ਲਈਆਂ ਤਾਂ ਕਿਤੇ ਨਾ ਕਿਤੇ ਉਹ ਇੱਕ ਦੂਜੇ ਦੇ ਵਿੱਚ ਨਾ ਮਸਲਾ ਉਲਝ ਕੇ ਰਹਿ ਜੇ। ਜੋ ਆਪਾਂ ਗੱਲ ਦੱਸਣੀ ਚਾਹੁੰਦੇ ਹਾਂ, ਜੋ ਆਪਾਂ ਗੱਲ ਕਰਨੀ ਚਾਹੁੰਦੇ ਹਾਂ, ਕਿਤੇ ਉਹ ਕਨਵੇ ਨਾ ਹੋਵੇ। ਉਹਦੇ 'ਚ ਹੁਣ ਟਾਈਮਿੰਗ ਅਲੱਗ-ਅਲੱਗ ਆ ਜਿਹੜੀ ਉਹ ਰੱਖੀ ਗਈ ਹੈ। 11 ਵਜੇ ਸ਼ੁਰੂ ਹੋਊਗੀ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬੁਲਾਉਣ ਦੀ ਆਸ ਹੈ। ਉਸ ਤੋਂ ਬਾਅਦ ਘੰਟੇ ਕੁ ਬਾਅਦ ਕਾਂਗਰਸ ਪਾਰਟੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਫਿਰ ਹੋਰ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਉਹ ਬੁਲਾਈਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 4 ਮੈਂਬਰੀ ਪੈਨਲ ਜਾਊਗਾ ਜੀ ਗੱਲਬਾਤ ਕਰਨ ਦੇ ਲਈ, ਜਿਨ੍ਹਾਂ 'ਚ ਬਲਵਿੰਦਰ ਸਿੰਘ ਭੂੰਦੜ ਜਿਹੜੇ ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ। ਇਹ 4 ਮੈਂਬਰੀ ਵਫਦ ਹੈਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਊਗਾ। ਸੁਖਬੀਰ ਬਾਦਲ ਖੁਦ ਨਹੀਂ ਜਾ ਰਹੇ, ਹਰਸਿਮਰਤ ਕੌਰ ਬਾਦਲ ਵੀ ਨਹੀਂ ਜਾ ਰਹੀ, ਔਰ ਇਹ 4 ਮੈਂਬਰੀ ਵਫਦ ਆ ਜਿਹੜਾ ਭੇਜਿਆ ਜਾ ਰਿਹਾ। ਉਹਦੇ ਕਿਸਾਨ ਆਗੂਆਂ ਦਾ ਇਹ ਸੀ ਭਾਈ ਪ੍ਰਧਾਨ ਆਵੇ। ਅਸਲ ਤਾਂ ਜੇ ਪ੍ਰਧਾਨ ਨਹੀਂ ਆਉਂਦਾ ਤਾਂ ਘੱਟੋ ਘੱਟ ਜਨਰਲ ਸਕੱਤਰ ਆਵੇ। ਉਹ ਕਹਿੰਦੇ ਅਸੀਂ ਵੀ ਪ੍ਰਧਾਨ ਆਵਾਂਗੇ। ਬੱਤੀਆਂ ਦੇ ਵਿੱਚੋਂ ਵੀ 31 ਆਗੂ ਸ਼ਾਮਲ ਹੋਣਗੇ। ਡਾਕਟਰ ਦਰਸ਼ਨਪਾਲ ਜੀ ਲਖਨਊ ਦੇ ਵਿੱਚ 2 ਦਿਨਾਂ ਦੀ ਇੱਕ ਵੱਡੀ ਉੱਥੇ ਮੀਟਿੰਗ ਹੈਗੀ, ਉਹਨੂੰ ਸੰਬੋਧਨ ਕਰਨ ਦੇ ਲਈ ਗਏ ਹੋਏ ਨੇ। ਇਸ ਕਰਕੇ ਬਾਕੀ 31 ਆਗੂ ਨੇ ਜਿਹੜੇ ਉਹ ਹਾਜ਼ਰ ਰਹਿਣਗੇ। ਉਧਰੋਂ ਕਾਂਗਰਸ ਪਾਰਟੀ ਦੇ ਵੱਲੋਂ 3 ਮੈਂਬਰੀ ਪੈਨਲ ਆਵੇਗਾ ਜੀ। ਨਵਜੋਤ ਸਿੰਘ ਸਿੱਧੂ ਖੁਦ ਆ ਰਹੇ ਨੇ। ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਤੇ ਕੁਲਜੀਤ ਸਿੰਘ ਨਾਗਰਾ, ਇਹ 3 ਜਣੇ ਆਉਣਗੇ। ਆਮ ਆਦਮੀ ਪਾਰਟੀ ਦੇ ਵੱਲੋਂ ਵੀ 3 ਮੈਂਬਰੀ ਪੈਨਲ ਉਸ ਤੋਂ ਬਾਅਦ ਸ਼ਾਮਲ ਹੋਊਗਾ। ਉਹਦੇ 'ਚ ਕੁਲਤਾਰ ਸਿੰਘ ਸੰਧਮਾ, ਅਮਨ ਅਰੋੜਾ ਤੇ ਜਗਤਾਰ ਸਿੰਘ ਸੰਘੇੜਾ, ਇਹ 3 ਜਣੇ ਸ਼ਾਮਲ ਹੋ ਰਹੇ ਨੇ। ਉਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦਾ ਇੱਕ ਪੈਨਲ ਸ਼ਾਮਲ ਹੋਊਗਾ। ਉਹ ਜਿਹੜਾ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਅਗਵਾਈ ਦੇ ਵਿੱਚ ਆਊਗਾ। ਉਹਦੇ 'ਚ ਵੀ ਘੱਟੋ ਘੱਟ 4 ਤੋਂ ਲੈ ਕੇ 5 ਤੱਕ ਜਿਹੜੇ ਆਗੂ ਨੇ ਉਹ ਹੋ ਸਕਦੇ ਨੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਨੂੰ ਵੀ ਬੁਲਾਇਆ ਗਿਆ। ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਪਾਰਟੀਸਪੈਂਟਸ ਨੇ, ਉਹਨਾਂ ਸਾਰੀਆਂ ਨੂੰ ਜਿਹੜਾ ਬੁਲਾਇਆ ਗਿਆ। ਇਹਦੇ 'ਚ ਬੇਸਿਕ ਗੱਲ ਜਿਹੜੀ ਗਿੱਲ ਸਾਹਿਬ ਡਿਸਕਸ ਕਰਨੀ ਹੈ, ਕੁਛ ਤਾਂ ਸਵਾਲ ਪੁੱਛੇ ਜਾਣਗੇ, ਇੱਕ ਲਿਸਟ ਤਿਆਰ ਕੀਤੀ ਗਈ ਹੈ। ਉਹਦੇ ਨਾਲੋਂ ਵੀ ਜਿਹੜਾ ਮੇਨ ਏਜੰਡਾ ਹੈਗਾ ਕਿਸਾਨਾਂ ਦਾ, ਉਹ ਇਹ ਕਰਨ ਦਾ ਕਿ ਭਾਈ ਦੇਖੋ ਜਿੰਨਾ ਚਿਰ ਇਲੈਕਸ਼ਨ ਅਨਾਊਂਸ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਕਿਰਪਾ ਕਰਕੇ ਰੈਲੀਆਂ, ਪ੍ਰਚਾਰ ਸਾਰਾ ਕੁਛ ਬੰਦ ਕਰ ਦਿਓ। ਜੇ ਤੁਸੀਂ ਇੱਦਾਂ ਜਾਓਗੇ ਕਿਸਾਨ ਵਿਰੋਧ ਕਰਨਗੇ ਤਾਂ ਇਹ ਕਿਤੇ ਨਾ ਕਿਤੇ ਸਥਿਤੀ ਹੈ ਜਿਹੜੀ ਉਹ ਰਾਸ਼ਟਰਪਤੀ ਰਾਜ ਵਾਲੇ ਪਾਸੇ ਨੂੰ ਲੱਗ ਸਕਦੀ ਹੈ। ਉਹਦਾ ਸਾਰੇ ਪੰਜਾਬ ਨੂੰ ਨੁਕਸਾਨ ਹੈ। ਦੂਸਰਾ ਇਹ ਹੈਗਾ ਕਿ ਜਿਹੜੇ ਕਿਸਾਨ ਨੇ, ਜੇ ਤੁਸੀਂ ਉਹਨਾਂ 'ਚ ਜਾ ਕੇ ਇੱਕ ਕਹੂਗਾ ਅਕਾਲੀਆਂ ਨਾਲ ਤੁਰੋ, ਦੂਜਾ ਕਹੂ ਕਾਂਗਰਸ ਨਾਲ ਤੁਰੋ, ਤੀਜਾ ਕਹੂ ਨਹੀਂ ਆਮ ਆਦਮੀ ਪਾਰਟੀ ਨਾਲ ਤੁਰੋ, ਚੌਥਾ ਕਹੂਗਾ ਨਹੀਂ ਸੰਯੁਕਤ ਜਿਹੜਾ ਬਣਾਇਆ ਹੋਇਆ ਢੀਂਡਸੇ ਹੋਰਾਂ ਦਾ ਅਕਾਲੀ ਦਲ ਉਹਦੇ ਨਾਲ ਤੁਰੋ, ਪੰਜਵਾਂ ਕਹੂ ਖੱਬੇ ਪੱਖੀਆਂ ਨਾਲ ਤੁਰੋ, ਤਾਂ ਉਹਦੇ 'ਚੋਂ ਕਿਤੇ ਨਾ ਕਿਤੇ ਉਹੀ ਕਿਸਾਨ ਨੇ ਜਿਹੜੇ ਉਹ ਆਪਸ ਵਿੱਚ ਵੰਡੀਆਂ ਪੈ ਜਾਣਗੀਆਂ। ਇਹਦਾ ਲਾਸ ਹੈਗਾ ਜਿਹੜਾ ਉਹ ਮੋਰਚੇ ਨੂੰ ਹੋਊਗਾ। ਸੋ ਇਹ ਬੇਸਿਕਲੀ ਗੱਲ ਆ ਜਿਹੜੀ ਉਹ ਕਨਵੇ ਕਰਨ ਦਾ ਕੱਲ ਨੂੰ ਪਰਪਸ ਕਿਸਾਨਾਂ ਆਗੂਆਂ ਦਾ ਨਜ਼ਰ ਆ ਰਿਹਾ ਹੈ ਜੀ। ਸੂਬੇ ਦਾ ਮੰਦਾ ਹਾਲ ਹੈ ਪਹਿਲਾਂ ਹੀ 3 ਲੱਖ ਕਰੋੜ ਦੇ ਘਾਟੇ 'ਚ, ਅਤੇ ਜ਼ਿਲ੍ਹਾ ਬਣਾਉਣ ਦੇ ਚੱਕਰ 'ਚ ਸਾਰੇ ਸਿਆਸੀ ਆਗੂ ਲੱਗ ਗਏ। 24ਵਾਂ ਜ਼ਿਲ੍ਹਾ ਬਟਾਲੇ ਦੀ ਗੱਲ ਚੱਲ ਰਹੀ ਹੈ, ਰਾਜਨੀਤੀ ਹੋ ਰਹੀ ਹੈ। ਮਲੇਰਕੋਟਲੇ ਕੱਲ੍ਹ ਮੈਂ ਪਤਾ ਕੀਤਾ ਪਿੰਡਾਂ ਦਾ ਏਰੀਆ, ਉਹ ਕਹਿੰਦੇ ਕੱਖ ਨਹੀਂ ਇੱਥੇ, ਨਾ ਕੋਈ SSP ਲਾ ਦਿੱਤਾ, DC ਲਾ ਦਿੱਤਾ, ਪਰ ਬਾਕੀ ਅਮਲਾ ਫੈਲਾ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਬਣਾਉਣ ਦੀ ਵੀ ਗੱਲ ਨਵਕਿਰਨ ਚੱਲ ਰਹੀ ਹੈ ਜੀ। ਮੈਂ ਕਿਹਾ ਗਿੱਲ ਸਾਹਿਬ ਪੁੱਛੋ ਹੀ ਨਾ, ਹਰੇਕ ਕਹਿੰਦਾ ਵੀ ਸਾਡੇ ਜ਼ਿਲ੍ਹਾ ਬਣਾ ਦਿਓ। ਤੁਸੀਂ ਬੜਾ ਸੋਹਣਾ ਜ਼ਿਕਰ ਕੀਤਾ ਕਿ ਪੰਜਾਬ 'ਚ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਹੈਗਾ, ਔਰ ਜੇ ਜ਼ਿਲ੍ਹੇ ਨਵੇਂ ਬਣਾਏ ਗਏ ਉਹਦਾ ਦੋਨਾਂ ਤੇ ਬੋਝ ਪੈਣਾ। ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਜੇ ਨਵੇਂ DC ਲਾਉਣਗੇ, SSP ਲਾਉਣਗੇ, SDM ਲਾਉਣਗੇ, ਤਹਿਸੀਲਦਾਰ ਲਾਉਣਗੇ, DO ਲਾਉਣਗੇ ਤੇ ਹੋਰ ਵੱਖ-ਵੱਖ ਜ਼ਿਲ੍ਹਾ ਅਧਿਕਾਰੀ ਲਾਉਣਗੇ, ਇੱਕ ਤਾਂ ਉਹ ਸਰਕਾਰੀ ਖਜ਼ਾਨੇ ਤੇ ਬੋਝ ਪੈਣਾ। ਸਰਕਾਰੀ ਖਜ਼ਾਨੇ 'ਚੋਂ ਉਹਨਾਂ ਦੇ ਗਾਹਾਂ ਗਨਮੈਨ, ਉਹਨਾਂ ਨੂੰ ਕੋਠੀਆਂ, ਉਹਨਾਂ ਦੀਆਂ ਤਨਖਾਹਾਂ, ਭੱਤੇ, ਪੈਨਸ਼ਨਾਂ, ਕਿੰਨਾ ਕੁਛ ਤਾਂ ਉਹ ਸਰਕਾਰੀ ਖਜ਼ਾਨੇ 'ਚੋਂ ਆਉਣਾ। ਉਹ ਵੀ ਸਾਡੇ ਲੋਕਾਂ ਦੇ ਟੈਕਸਾਂ ਦੀ ਬੋਝ ਪੈਣਾ। ਦੂਜਾ ਬੋਝ ਲੋਕਾਂ ਦੀਆਂ ਜੇਬਾਂ ਤੇ ਪੈਣਾ ਹੈਗਾ। ਹੁਣ ਜਿੰਨੇ ਤਹਿਸੀਲਦਾਰ ਨੇ, SDM ਨੇ, DC ਨੇ, SSP ਨੇ, DSP ਨੇ, ਗਿੱਲ ਸਾਹਿਬ ਉਹ ਜਿੰਨਾ ਲੈਂਦੇ ਨੇ, ਜਿਹੜੇ ਨਵੇਂ ਭਰਤੀ ਕਰ ਲੈਣਗੇ ਉਹ ਲੋਕਾਂ ਤੋਂ ਹੋਰ ਵੱਧ ਲੈਣ ਲੱਗ ਜਾਣਗੇ। ਹੋਰ ਮਹੀਨਾ ਤਾਂ ਸਾਨੂੰ ਨੇਤਾ ਜੀ ਹੋਰਾਂ ਕਣੀ ਨੂੰ ਚੜ੍ਹਨ ਲੱਗ ਜੂ। ਸੋ ਇਸ ਕਰਕੇ ਨਵਾਂ ਬੋਝ ਪੈਣਾ।
ਤੇ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਹੈ ਉਹ ਨਵੀਂ ਤੋਂ ਨਵੀਂ ਆ ਰਹੀ ਹੈ। ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਜਿਹੜਾ ਲਗਭਗ ਤੈਅ ਹੋ ਚੁੱਕਿਆ ਅੰਦਰ ਖਾਤੇ, ਉਹਦਾ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਚਾਹੁੰਦਾ ਹੈ ਕਿ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਨੂੰ ਦੇਣ ਦੀ ਥਾਂ ਤੇ ਸਿੱਧਾ ਪ੍ਰਤਾਪ ਸਿੰਘ ਬਾਜਵਾ ਨੂੰ ਦੇਵਾਂ, ਔਰ ਇਹ ਥਾਪੀ ਹੈ ਜਿਹੜੀ ਮਾਝੇ ਦੇ ਵਿੱਚ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਕੇ ਆਵਾਂ। ਲੱਗਦਾ ਗਾ ਕਿ ਗਿੱਲ ਸਾਹਿਬ ਅਗਲੇ ਹਫ਼ਤੇ ਹੀ ਮੈਨੂੰ ਲੱਗਦਾ ਬਟਾਲਾ ਦਾ ਜ਼ਿਲ੍ਹਾ ਜਿਹੜਾ ਲਗਭਗ ਬਣਨਾ ਤੈਅ ਹੈ। ਲੇਕਿਨ ਇਹ ਤੋਂ ਬਿਨਾਂ ਤੁਸੀਂ ਦੇਖੋ ਕਿ ਹੁਣ ਕਿੰਨੀਆਂ ਚਿੱਠੀਆਂ ਪਹੁੰਚ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੇ। ਉਹ ਕਹਿੰਦਾ ਹੈ ਵੀ ਸਾਡੇ ਨੂੰ ਵੀ ਜ਼ਿਲ੍ਹਾ ਬਣਾ ਦਿਓ, ਦੂਜਾ ਕਹਿੰਦਾ ਸਾਡੇ ਨੂੰ ਵੀ ਜ਼ਿਲ੍ਹਾ ਬਣਾ ਦਿਓ। ਇੱਕ ਤਾਂ ਭਾਰਤੀ ਜਨਤਾ ਪਾਰਟੀ ਦੇ ਕੇਂਦਰ 'ਚ ਮੰਤਰੀ ਨੇ ਸੋਮ ਪ੍ਰਕਾਸ਼, ਉਹਨਾਂ ਨੇ ਚਿੱਠੀ ਲਿਖਤੀ ਜੀ, ਉਹ ਕਹਿੰਦੇ ਫਗਵਾੜਾ ਨੂੰ ਪਹਿਲਾਂ ਬਣਾਓ, ਕਹਿੰਦੇ ਫਗਵਾੜਾ ਨੂੰ ਜ਼ਿਲ੍ਹਾ ਬਣਾਓ। ਫਗਵਾੜਾ ਵੀ ਜਿਹੜਾ ਉਹ ਹੈੱਡਕੁਆਟਰ ਜਾਣ ਦੇ ਲਈ 40 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਔਰ ਫਗਵਾੜੇ ਨੂੰ ਕਪੂਰਥਲਾ ਪੈਂਦਾ ਜ਼ਿਲ੍ਹਾ। ਉਹ ਕਹਿੰਦੇ ਕਪੂਰਥਲਾ ਸਾਨੂੰ ਜਿਹੜਾ ਉਹ ਪਾਸੇ ਤੇ ਪੈਂਦਾ, ਇਸ ਕਰਕੇ ਫਗਵਾੜੇ ਨੂੰ ਜ਼ਿਲ੍ਹਾ ਬਣਾਓ। ਉਧਰੋਂ MLA ਗੁਰਕੀਰਤ ਸਿੰਘ ਕੋਟਲੀ, ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਨੇ, ਉਹ ਕਹਿੰਦਾ ਜੀ ਖੰਨਾ ਨੂੰ ਪਹਿਲਾਂ ਬਣਾਓ, ਬਾਕੀ ਬਾਅਦ 'ਚ, ਪਹਿਲਾਂ ਖੰਨਾ ਨੂੰ ਕਿਰਪਾ ਕਰਕੇ ਜ਼ਿਲ੍ਹਾ ਬਣਾ ਦਿਓ। ਆਮ ਆਦਮੀ ਪਾਰਟੀ ਦੀ MLA ਬੀਬੀ ਸਰਬਜੀਤ ਕੌਰ ਮਾਣੂਕੇ, ਉਪ ਨੇਤਾ ਹੈ ਵਿਰੋਧੀ ਧਿਰ ਦੀ, ਉਹਨੇ ਆਖਿਆ ਮੈਂ ਕਿਉਂ ਪਿੱਛੇ ਰਹਾਂ। ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਕਹਿੰਦੀ ਜੀ ਜਗਰਾਉਂ ਨੂੰ ਜ਼ਿਲ੍ਹਾ ਬਣਾਓ ਪਹਿਲਾਂ। ਜਗਰਾਉਂ ਪੁਲਿਸ ਜ਼ਿਲ੍ਹਾ ਤਾਂ ਹੈਗਾ ਹੀ ਹੈ, ਜਗਰਾਉਂ ਨੂੰ ਕਹਿੰਦੀ ਸੱਚੀ ਮੁੱਚੀ ਦਾ ਜਿਹੜਾ ਦੂਸਰਾ ਜ਼ਿਲ੍ਹਾ ਗਾ ਉਹ ਛੇਤੀ ਬਣਾਓ। ਤੁਸੀਂ ਕਹਿੰਦੀ ਪਹਿਲਾਂ ਵੀ ਮਾਮਲਾ ਵਿਚਾਰਧੀਨ ਹੋਣ ਦੀ ਗੱਲ ਆਖੀ ਸੀ। ਉਹਨੇ ਤਰਕ ਦਿੱਤਾ ਗਾ ਕਿ ਲੁਧਿਆਣਾ ਗਾ ਜਿਹੜਾ ਉਹਦੇ 'ਚ 16 ਵਿਧਾਨ ਸਭਾ ਹਲਕੇ ਪੈਂਦੇ ਨੇ, ਲੁਧਿਆਣਾ 'ਚ ਵੱਡਾ ਜ਼ਿਲ੍ਹਾ ਗਾ, ਇਸ ਕਰਕੇ ਜਗਰਾਉਂ ਨੂੰ ਜ਼ਿਲ੍ਹਾ ਬਣਾਓ। ਉਧਰ ਅਬੋਹਰ ਵਾਲੇ ਮੰਗ ਕਰਨ ਲੱਗੇ, ਉਹ ਕਹਿੰਦੇ ਜੀ ਅਬੋਹਰ ਨੂੰ ਬਣਾਓ। 2010 'ਚ ਸੁਨੀਲ ਜਾਖੜ ਨੇ ਕਹਿੰਦੇ ਇਹ ਮਾਮਲਾ ਉਠਾਇਆ ਸੀ ਕਿ ਅਬੋਹਰ ਨੂੰ ਜ਼ਿਲ੍ਹਾ ਬਣਾਵਾਂਗੇ। ਉਸ ਤੋਂ ਬਾਅਦ ਕਹਿੰਦੇ ਅਬੋਹਰ ਜ਼ਿਲ੍ਹਾ ਬਣਿਆ ਨਹੀਂ, ਔਰ ਫਾਜ਼ਿਲਕਾ ਤੇ ਪਠਾਨਕੋਟ ਨੂੰ ਤੁਸੀਂ ਬਣਾਤਾ ਅਬੋਹਰ ਤੋਂ ਪਹਿਲਾਂ, ਪਰ ਅਬੋਹਰ ਨੂੰ ਜਿਹੜਾ ਉਹ ਜ਼ਿਲ੍ਹਾ ਬਣਾਉਣਾ ਚਾਹੀਦਾ ਹੈਗਾ। ਸੋ ਇਸ ਕਰਕੇ ਇਹ ਗੱਲਾਂ ਗਿੱਲ ਸਾਹਿਬ ਬਹੁਤ ਚੱਲ ਰਹੀਆਂ ਨੇ, ਪਰ ਇਹ ਲੋਕਾਂ ਦੇ ਉੱਤੇ ਬੋਝ ਪੈਣਾ ਦੋ ਤਰ੍ਹਾਂ ਦਾ, ਜਿਹੜਾ ਮੈਂ ਜ਼ਿਕਰ ਕੀਤਾ ਖਜ਼ਾਨੇ ਤੇ ਲੋਕਾਂ ਦੀਆਂ ਜੇਬਾਂ ਤੇ। ਇੱਕ ਮੈਂ ਜ਼ਿਕਰ ਗਿੱਲ ਸਾਹਿਬ ਹੋਰ ਮਾਰ ਦਈਏ ਨਿਗਾਹ ਆਪਾਂ ਜ਼ਿਲ੍ਹਿਆਂ ਦੇ ਇਤਿਹਾਸ ਦੇ ਉੱਤੇ, ਕਿਉਂਕਿ ਬੜਾ ਵਧੀਆ ਵੱਡਾ ਇਤਿਹਾਸ ਹੈ ਇਹ। 1947 ਤੋਂ ਪਹਿਲਾਂ ਪੰਜਾਬ ਦੇ ਵਿੱਚ ਗਿੱਲ ਸਾਹਿਬ 29 ਜ਼ਿਲ੍ਹੇ ਸੀ। ਜਦੋਂ 1947 ਦੀ ਵੰਡ ਹੋਈ 16 ਜ਼ਿਲ੍ਹੇ ਪਾਕਿਸਤਾਨ 'ਚ ਚਲੇ ਗਏ, ਆਪਣੇ ਕੋਲੇ ਰਹਿ ਗਏ 13 ਜ਼ਿਲ੍ਹੇ। ਔਰ ਪੰਜਾਬ ਉਦੋਂ ਵੀ ਖਾਸਾ ਵੱਡਾ ਸੀ, 13 ਜ਼ਿਲ੍ਹੇ ਸੀ ਟੋਟਲ ਪੰਜਾਬ 'ਚ, ਔਰ ਆਪਣੇ ਪੰਜਾਬ 'ਚ ਤਾਂ 6 ਜ਼ਿਲ੍ਹੇ ਆਏ, 5 ਜ਼ਿਲ੍ਹੇ ਹਰਿਆਣੇ 'ਚ ਚਲੇ ਗਏ, 2 ਹਿਮਾਚਲ 'ਚ ਚਲੇ ਗਏ 13 ਦੇ ਵਿੱਚੋਂ, ਔਰ 6 ਜ਼ਿਲ੍ਹਿਆਂ ਤੋਂ 23 ਆਪਾਂ ਬਣਾ ਚੁੱਕੇ ਹਾਂ। ਤੁਸੀਂ ਦੇਖੋ ਜਦੋਂ ਪੰਜਾਬੀ ਸੂਬਾ ਬਣਿਆ ਸੀ 10 ਜ਼ਿਲ੍ਹੇ ਤਾਂ ਉਦੋਂ ਹੀ ਬਣ ਗਏ ਸੀ, ਔਰ 6 ਜ਼ਿਲ੍ਹਿਆਂ ਤੋਂ 23 ਜ਼ਿਲ੍ਹੇ ਆਪਾਂ ਬਣਾਤੇ, ਤੇ ਹੋਰ ਹਜੇ ਬਣਾਉਣ ਦੀ ਜਿਹੜੀ ਤਿਆਰੀ ਚੱਲ ਰਹੀ ਹੈ। ਸੋ ਕੋਈ ਸਮਾਂ ਸੀਗਾ ਜਦੋਂ 1947 ਤੋਂ ਪਹਿਲਾਂ ਵੰਡ ਵੇਲੇ 29 ਜ਼ਿਲ੍ਹੇ ਸੀ, ਮੈਨੂੰ ਲੱਗਦਾ ਉਹਦੇ ਚੋਂ ਕਿੰਨਾ ਲਾਹੌਰ ਤੇ ਹੋਰ ਵੱਡਾ ਪੰਜਾਬ ਤਾਂ ਉਧਰ ਨੂੰ ਚਲਿਆ ਗਿਆ ਨਾ, ਤੇ ਉਸ ਤੋਂ ਬਾਅਦ ਹਿਮਾਚਲ ਹਰਿਆਣਾ ਵੀ ਟੁੱਟੇ, ਤੇ ਅਸੀਂ ਮੈਨੂੰ ਲੱਗਦਾ 29 ਪੂਰੇ ਕਰਨ ਵਾਲੇ ਪਾਸੇ ਨੂੰ ਆਉਣ ਵਾਲੇ 5-7 ਸਾਲਾਂ 'ਚ ਵੱਧ ਜਾਵਾਂਗੇ ਜੀ। ਨਾਲੇ ਖੰਨੇ ਵਰਗਾ, ਖੰਨੇ 'ਚ SSP ਬਹਿੰਦਾ, ADC ਬਹਿੰਦਾ, ਖੰਨੇ 'ਚ ਹੋਰ ਕੀ ਰਹਿੰਦਾ? ਪੁਲਿਸ ਜ਼ਿਲ੍ਹਾ ਬਣਿਆ ਹੋਇਆ ਸੀ ਪਹਿਲਾਂ, ਹੁਣ ਉੱਥੇ SSP ਸਾਡਾ, ਮੇਰਾ SSP ਤੇ ADC ਉੱਥੇ ਬਹਿੰਦਾ, ਸਾਰੇ ਕੰਮ ਹੁੰਦੇ ਨੇ, ਅਸੀਂ ਲੁਧਿਆਣੇ ਜਾਂਦੇ ਨਹੀਂ ਹੁਣ। ਐਨੀਵੇਜ਼ ਪੰਜਾਬ ਦੇ ਨਾਲ ਜਿਹੜਾ ਧਰੋ ਦੀ ਬਹੁਤ ਲੰਮੀ ਦਾਸਤਾਨ ਸੁਣਾਉਣ ਲੱਗ ਜਾ ਤਾਂ ਮੁੱਕਦੀ ਨਹੀਂ। ਜਦ ਪੰਜਾਬ ਵੰਡਿਆ, ਵੱਡੇ ਤੋਂ ਛੋਟਾ ਕੀਤਾ, ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੰਨ੍ਹ ਕੇ 5-7 ਕਿਲੋਮੀਟਰ ਉੱਪਰ ਬੰਨ੍ਹ ਕੇ, ਤੇ ਪਾਣੀ ਜੇ ਹੜੂਗਾ ਕਦੇ, ਜੇ ਉਹ ਡੈਮ ਦੇ ਨਾਲ ਕੋਈ ਛੇੜਛਾੜ ਹੋ ਗਈ ਤਾਂ ਪੰਜਾਬ ਡੁੱਬੂਗਾ। ਕੋਈ ਕਹਿੰਦਾ ਨਹੀਂ ਜੀ ਵਿੱਚ ਦੀ ਲੰਘ ਜਾਊ ਪਾਣੀ। ਤੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਜਦ ਬਣਨੇ ਚਾਹੀਦੇ ਸੀ ਉਹ ਬਣੇ, ਤੇ ਨਾਲ ਹੀ ਥਰਮਲ ਪਲਾਂਟ ਬਣਾ ਲਏ, ਤੇ ਜਿਹੜਾ ਕੋਲਾ ਆਉਣਾ ਹੈ ਉਹ 1600 ਕਿਲੋਮੀਟਰ ਦੂਰੋਂ ਆਉਣਾ ਝਰੀਏ ਤੋਂ, ਤੇ ਉਹ ਝਰੀਏ ਵਾਲਾ ਕੋਲਾ ਜਦ ਮਰਜ਼ੀ ਬੰਦ ਹੋ ਸਕਦਾ। ਮਾਓਵਾਦੀਆਂ ਦਾ ਰੌਲਾ, ਰਾਹ 'ਚ ਕਿੰਨੇ ਸੂਬੇ ਨੇ, ਤੇ ਹੁਣ ਮੈਨੂੰ ਇਹ ਪਤਾ ਲੱਗਾ ਵੀ ਕੋਲਾ ਮੁੱਕਦਾ ਜਾਂਦਾ ਪੰਜਾਬ 'ਚ ਫੇਰ। ਜੀ ਗਿੱਲ ਸਾਹਿਬ, ਪਿਛਲੇ ਸਾਲ ਵੀ ਆਹ ਦਿਨਾਂ 'ਚ ਆ ਕੇ ਚਰਚਾ ਚੱਲ ਪਈ ਸੀ ਕੋਲਾ ਮੁੱਕੂ ਜੀ। ਉਦੋਂ ਕਿਸਾਨਾਂ ਸਿਰ ਥੁਣਾ ਭੰਨਦੇ ਸੀ ਵੀ ਕਿਸਾਨ ਰੇਲਾਂ ਰੋਕੀ ਬੈਠੇ ਨੇ, ਰੇਲਵੇ ਲਾਈਨਾਂ ਤੇ ਬੈਠੇ ਨੇ, ਤਾਂ ਕੋਲਾ ਮੁੱਕ ਰਿਹਾ। ਹੁਣ ਤੱਕ ਕਿਸਾਨਾਂ ਨੇ ਕੋਈ ਰੇਲਵੇ ਲਾਈਨਾਂ ਨਹੀਂ ਰੋਕੀਆਂ ਹੋਈਆਂ, ਕੋਲਾ ਹੁਣ ਵੀ ਪੰਜਾਬ 'ਚ ਪਹੁੰਚ ਨਹੀਂ ਰਿਹਾ। ਥਰਮਲਾਂ ਦੇ ਵਿੱਚ ਗਿੱਲ ਸਾਹਿਬ ਕੋਲੇ ਦਾ ਕਾਲ ਪਿਆ, ਕਈ ਥਰਮਲ ਤਾਂ ਡਰਾਈ ਹੋ ਚੁੱਕੇ ਨੇ, ਉੱਥੇ ਤਾਂ ਕੋਲਾ ਗਾ ਜਿਹੜਾ ਉਹ ਹੈ ਨੀ ਗਾ। ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਹੋ ਸਕਦੀ ਹੈ ਸਥਿਤੀ। ਮੀਂਹ ਪੈ ਗਏ ਫਿਰ ਵੀ ਜਿਹੜਾ ਘੁੱਗੂ ਬਚ ਰਹੇ ਨੇ ਸਾਫ਼ ਬਿਜਲੀ ਘਰਾਂ ਦੇ। ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਕਰਤੇ ਅਕਾਲੀ ਦਲ ਵਾਲਿਆਂ ਨੇ। ਸੁਖਬੀਰ ਬਾਦਲ ਦਾ ਮੇਰੇ ਉਹ ਬਿਆਨ ਅੱਜ ਵੀ ਯਾਦ ਆਉਂਦਾ ਹੈ, ਦਿਮਾਗ 'ਚ ਗੂੰਜਦਾ, ਜਦੋਂ ਕਹਿੰਦਾ ਹੁੰਦਾ ਤੁਸੀਂ ਬਿਜਲੀ ਵੇਚਿਆ ਕਰੋਗੇ, ਪਾਕਿਸਤਾਨ ਨੂੰ ਬਿਜਲੀ ਵੇਚਾਂਗੇ। ਲੇਕਿਨ ਅੱਜ ਸਾਡੀ ਸਥਿਤੀ ਇਹ ਹੋਈ ਪਈ ਹੈ ਗਿੱਲ ਸਾਹਿਬ, ਆਹ ਦਿਨਾਂ ਦੇ ਵਿੱਚ ਅੱਜ ਕੱਲ੍ਹ 6500 ਮੈਗਾਵਾਟ ਤੋਂ ਵੱਧ ਬਿਜਲੀ ਹੈ ਜਿਹੜੀ ਪੰਜਾਬ ਖਰੀਦ ਰਿਹਾ, ਔਰ ਕੋਲੇ ਦੀ ਘਾਟ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਕਹਿੰਦੇ ਨੇ ਕਿ ਤਾਪ ਘਰਾਂ ਤੋਂ ਥਰਮਲਾਂ ਤੋਂ ਜਿਹੜੀ ਕੋਲੇ ਸੰਬੰਧੀ ਭੰਡਾਰ ਦੀ ਉਹ ਸੂਚਨਾ ਤੋਂ ਪਤਾ ਲੱਗਦਾ ਗਾ ਕਿ ਉੱਤਰੀ ਭਾਰਤ ਦੇ ਜਿਹੜੇ ਪ੍ਰਾਈਵੇਟ ਭਾਈਵਾਲੀ ਤਹਿਤ ਵਿਦਾਂਤਾ ਕੰਪਨੀ ਦੇ ਥਰਮਲ ਨੇ ਮਾਨਸਾ ਦੇ ਵਿੱਚ ਇੱਕ ਬਣਾ ਵਾਲੇ ਆ, ਤਲਵੰਡੀ ਸਾਬੋ ਦੇ ਵਿੱਚ ਆ, ਔਰ ਉਹਨਾਂ 'ਚ ਮਸਾਂ 7-8 ਦਿਨਾਂ ਦਾ ਸਟਾਕ ਹੈਗਾ ਜਿਹੜਾ ਉਹ ਪਿਆ ਗਾ। ਜਦ ਕਿ ਤਾਪ ਘਰ ਇਸ ਵੇਲੇ 3 ਚੋਂ 2 ਯੂਨਿਟ ਨੇ ਜਿਹੜੇ ਉਹੀ ਚੱਲ ਰਹੇ ਨੇ। 1980 ਮੈਗਾਵਾਟ ਦੇ ਤਾਪ ਘਰ ਦਾ ਯੂਨਿਟ ਇੱਕ ਜਿਹੜਾ ਬੰਦ ਪਿਆ, ਯੂਨਿਟ ਨੰਬਰ 2 ਤੇ 3 ਜਿਹੜੇ ਉਹ ਚਾਲੂ ਹਾਲਤ ਦੇ ਵਿੱਚ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਬੰਦ ਹੋ ਜਾਣਗੇ। 1400 ਮੈਗਾਵਾਟ ਦੀ ਸਮਰੱਥਾ ਵਾਲਾ ਇੱਕ ਹੋਰ ਪ੍ਰਾਈਵੇਟ ਕੰਪਨੀ ਦਾ ਜਿਹੜਾ L&T ਰਾਜਪੁਰੇ ਚੱਲਦਾ ਥਰਮਲ, ਉੱਥੇ ਵੀ ਜਿਹੜਾ ਕੋਲੇ ਦਾ ਭੰਡਾਰ ਹੈਗਾ ਉਹ ਬਹੁਤ ਘਟ ਗਿਆ, 5-4 ਦਿਨ ਦਾ ਹੀ ਬਚਿਆ ਹੈਗਾ, ਔਰ ਉਹ ਇਸ ਵੇਲੇ ਵੱਡੇ ਸੰਕਟ ਦੇ ਨਾਲ ਹੈ ਜਿਹੜਾ ਜੂਝ ਰਿਹਾ ਹੈਗਾ। 675 ਤੇ 658 ਮੈਗਾਵਾਟ ਬਿਜਲੀ ਦੀ ਸਪਲਾਈ ਉੱਥੋਂ ਹੋ ਰਹੀ ਆ। ਗੋਬਿੰਦਵਾਲ ਸਾਹਿਬ ਵਿਖੇ ਲੱਗੇ ਹੋਏ ਇੱਕ ਹੋਰ ਜਿਹੜਾ ਥਰਮਲ ਆ, ਉਹਦੇ ਕੋਲੇ ਵੀ ਸਿਰਫ 2-3 ਦਿਨ ਦਾ ਕੋਲਾ ਬਚਿਆ ਹੈਗਾ, ਉਹਦੀ ਵੀ ਸਥਿਤੀ ਜਿਹੜੀ ਮਾਰੀ ਹੈ। ਲਹਿਰਾ ਮੁਹੱਬਤ ਤਾਪਘਰ ਦੇ ਵਿੱਚ ਉੱਥੇ ਵੀ ਬਹੁਤ ਥੋੜਾ ਕੋਲਾ ਗਾ ਜਿਹੜਾ ਬਚਿਆ ਹੈਗਾ। ਸਰਕਾਰੀ ਥਰਮਲਾਂ ਦਾ ਗਿੱਲ ਸਾਹਿਬ ਇਹਨਾਂ ਨੇ ਭੋਗ ਪਾਤਾ। ਸੁਖਬੀਰ ਬਾਦਲ ਹੋਰਾਂ ਨੇ ਤਾਂ ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਕਰ ਲਏ, ਉਧਰੋਂ ਬਿਜਲੀ ਲੈਣ ਲੱਗ ਗਏ, ਸਰਕਾਰੀ ਬੰਦ ਕਰਨ ਦੀ ਨੌਬਤ ਆ ਗਈ। ਮਨਪ੍ਰੀਤ ਸਿੰਘ ਬਾਦਲ ਜਦੋਂ ਕਾਂਗਰਸ ਦੀ ਸਰਕਾਰ ਆਉਣੀ ਸੀ 17 'ਚ ਵਾਅਦਾ ਕੀਤਾ ਸੀ ਵੀ ਸਰਕਾਰੀ ਚਾਲੂ ਕਰਾਂਗੇ। ਚਾਲੂ ਤਾਂ ਕੀ ਕਰਨੇ ਸੀ, 4 ਦਿਨ ਪਹਿਲਾਂ ਜਿਹੜੀਆਂ ਚਿਮਨੀਆਂ ਸੀ ਉਹ ਵੀ ਢਹਿ ਢੇਰੀ ਕਰਕੇ ਨਾਮੋ ਨਿਸ਼ਾਨ ਹੀ ਮਿਟਾਤਾ। ਉੱਥੇ ਪਾਰਕ ਬਣਨੇ ਨੇ, ਕਲੋਨੀਆਂ ਕੱਟੀਆਂ ਜਾਣੀਆਂ, ਮਹਿੰਗੇ ਭਾਅ ਜ਼ਮੀਨਾਂ ਵਿਕਣੀਆਂ ਨੇ। ਪ੍ਰਾਈਵੇਟ ਕੰਪਨੀਆਂ ਦੇ ਸਹਾਰੇ ਪੰਜਾਬ ਕਰਤਾ। ਪੰਜਾਬ ਨਾਲ ਤਾਂ ਪਹਿਲਾਂ ਹੀ ਧੱਕਾ ਹੁੰਦਾ ਆ ਰਿਹਾ ਸ਼ੁਰੂ ਤੋਂ, ਤੁਸੀਂ ਜਿਵੇਂ ਜ਼ਿਕਰ ਕੀਤਾ, ਸਾਰੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਆ ਰਹੀਆਂ ਨੇ ਹਕੂਮਤ। ਤੇ ਹੁਣ ਸਥਿਤੀ ਇਹ ਬਣ ਗਈ ਵੀ ਅਸੀਂ ਤਾਂ ਪ੍ਰਾਈਵੇਟ ਕੰਪਨੀਆਂ ਦੇ ਮਸਾਜ ਬਣਾ ਦਿੱਤੇ, ਮਹਿੰਗੇ ਭਾਅ ਬਿਜਲੀ ਦਿੰਦੇ ਨੇ, ਮਨਮਰਜ਼ੀ ਦੀ ਦਿੰਦੇ ਨੇ, ਕੋਲਾ ਜੀ ਕਰਦਾ ਮੰਗਾ ਲੈਂਦੇ ਨੇ, ਨਹੀਂ ਮੰਗਾਉਂਦੇ ਨਹੀਂ। ਔਰ ਉਸ ਤੋਂ ਬਾਅਦ ਫੇਰ ਪਾਵਰਕਾਮ ਵਾਲਿਆਂ ਨੂੰ, ਜਿਹੜੇ ਸਾਡੇ ਪੰਜਾਬ ਵਾਲੇ ਨੇ, ਉਹਨਾਂ ਨੂੰ ਬੋਝ ਪਾਉਂਦੇ ਨੇ, ਕਹਿੰਦੇ ਜੀ ਇਹ ਤਾਂ ਅਸੀਂ ਫਿਰ ਇੰਪੋਰਟਡ ਕੋਲਾ ਮੰਗਾਇਆ ਗਿਆ, ਸਾਨੂੰ ਇੱਥੋਂ ਵਧੀਆ ਨਹੀਂ ਮਿਲਿਆ, ਅਸੀਂ ਉੱਧਰੋਂ ਮੰਗਾ ਲਿਆ। ਸੋ ਇਸ ਕਰਕੇ ਇੱਕ ਵੱਡਾ ਸੰਕਟ ਇਹ ਖੜਾ ਹੋ ਰਿਹਾ ਹੈ ਜੀ। ਅੱਛਾ, ਬੱਸ ਅੱਡੇ ਕੱਲ ਪੰਜਾਬ ਦੇ ਜਿਹੜੇ ਸਰਕਾਰੀ ਬੱਸ ਅੱਡੇ ਸਾਰੇ ਬੰਦ ਹੋ ਗਏ ਜੀ? ਸਾਰੇ ਬੰਦ ਹੋ ਗਏ ਜੀ। ਪੰਜਾਬ ਰੋਡਵੇਜ, ਪੰਥਪ, ਪੈਪਸੂ, ਇਹ ਸਾਰੇ ਜਿਹੜੇ ਡਰਾਈਵਰ ਕੰਡਕਟਰ ਨੇ ਜਿਹੜੇ ਕੱਚੇ ਰੱਖੇ ਸੀ ਉਹ ਸਾਰੇ ਹੜਤਾਲ ਤੇ ਚਲੇ ਗਏ। ਉਹਨਾਂ ਨੇ ਅੱਜ ਬੱਸ ਅੱਡੇ ਬਕਾਇਦਾ ਬੰਦ ਕੀਤੇ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦਾ ਕੀ ਮੰਨਣੀਆਂ ਸੀ, ਉਲਟਾ ਉਹਨਾਂ ਨੂੰ ਕਹਿਤਾ ਵੀ ਜੇ ਤਾਂ ਤੁਸੀਂ ਕੱਲ ਨੂੰ ਵਾਪਸ ਪਰਤੇ ਬੱਸਾਂ ਤੇ ਤਾਂ ਠੀਕ ਆ, ਨਹੀਂ ਤੁਹਾਨੂੰ ਜਿਹੜਾ ਨੌਕਰੀ ਤੋਂ ਕੱਢ ਦਿਆਂਗੇ, ਨਵੇਂ ਰੱਖਾਂਗੇ। ਲੇਕਿਨ ਉਹਨਾਂ ਦਾ ਸੰਘਰਸ਼ ਆ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਸਰਕਾਰ ਦੀ ਸਥਿਤੀ ਗਿੱਲ ਸਾਹਿਬ ਇਹ ਬਣੀ ਦੀ ਆ ਵੀ ਕਪਤਾਨ ਸਾਹਿਬ ਤਾਂ ਕੱਲ ਤਸਵੀਰਾਂ ਸਭ ਨੇ ਦੇਖੀਆਂ ਨੇ, ਉਹ ਤਾਂ ਤੜਕੇ ਲਾਈ ਜਾਂਦੇ ਸੀਗੇ, ਉਹ ਤਾਂ ਤੜਕੇ ਲਾ ਕੇ ਡਿਨਰ ਕਰਾਉਣ ਦੇ ਵਿੱਚ ਮਸ਼ਰੂਫ ਸੀ। ਉਧਰੋਂ ਤੁਸੀਂ ਦੇਖੋ ਬੇਰੁਜ਼ਗਾਰ ਅਧਿਆਪਕ ਉਹ ਛੱਤ ਤੇ ਚੜੇ ਰਹੇ। ਇੱਕ ਨੌਜਵਾਨ ਮੁੰਡਾ ਗਾ ਜਿਹੜਾ ਬੇਰੁਜ਼ਗਾਰ B.Ed ਟੈਟ ਪਾਸ MA B.Ed, ਉਹ ਸੰਗਰੂਰ ਪਾਣੀ ਵਾਲੀ ਟੈਂਕੀ ਤੇ ਚੜਿਆ ਹੋਇਆ। ਬੇਰੁਜ਼ਗਾਰ ETT ਵਾਲਿਆਂ ਨੇ ਅੱਜ ਪ੍ਰੋਟੈਸਟ ਕੀਤਾ ਮੋਹਾਲੀ ਦੇ ਵਿੱਚ। 11 ਨੂੰ ਜਿੰਨੇ ਪੈਨਸ਼ਨਰ ਨੇ, ਮੁਲਾਜ਼ਮ ਨੇ, ਪੇ ਕਮਿਸ਼ਨ ਦੀਆਂ ਮੰਗਾਂ ਨੂੰ ਲੈ ਕੇ ਉਹ ਚੰਡੀਗੜ੍ਹ ਘੇਰਨ ਜਾ ਰਹੇ ਨੇ। ਕੱਚੇ ਕਾਮੇ ਨੇ ਜਿਹੜੇ ਉਹ ਪਟਿਆਲੇ ਜਾ ਰਹੇ ਨੇ। ਸੋ ਸਥਿਤੀ ਤਾਂ ਇਹ ਬਣੀ ਹੋਈ ਆ, ਡਰਾਈਵਰਾਂ ਕੰਡਕਟਰਾਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਹਰ ਵਰਗ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆ। ਔਰ ਸਰਕਾਰ ਨੂੰ ਕਹਿ ਰਿਹਾ ਸਾਡੀਆਂ ਮੰਗਾਂ ਮੰਨੋ, ਸਰਕਾਰ ਮੰਨ ਨਹੀਂ ਰਹੀ। ਹੁਣ ਕੱਲ ਨੂੰ ਜਿਹੜੇ ਡਰਾਈਵਰ ਕੰਡਕਟਰ ਨੇ ਸਾਰੇ ਉਹ ਸਿਸਮਾ ਵਾਲਾ ਫਾਰਮ ਹਾਊਸ ਘੇਰਨ ਜਾ ਰਹੇ ਨੇ। ਉਹ ਕਹਿੰਦੇ ਇਦੋਂ ਬਿਨਾਂ ਹੁਣ ਅਸੀਂ ਪਟਿਆਲਾ ਵੀ ਘੇਰ ਕੇ ਦੇਖ ਲਿਆ, ਚੰਡੀਗੜ੍ਹ ਵੀ ਘੇਰ ਕੇ ਦੇਖ ਲਿਆ, ਮੋਹਾਲੀ ਵੀ ਦੇਖ ਲਿਆ, ਸੈਕਟਰੀਏਟ ਮੂਹਰੇ ਵੀ ਪ੍ਰੋਟੈਸਟ ਕਰਕੇ ਦੇਖ ਲਿਆ, ਹੁਣ ਫਾਰਮ ਹਾਊਸ ਰਹਿ ਗਿਆ। ਉਹ ਕਹਿੰਦੇ ਇਹੀ ਘੇਰਾਂਗੇ। ਸੋ ਇਹ ਨੌਬਤ ਆਈ ਪਈ ਹੈ ਜੀ। ਕਪਤਾਨ ਸਾਹਿਬ ਫਿਰ ਵੀ ਮੈਂ ਨਾ ਮੰਨੂ ਵਾਲੀ ਹਾਲਤ 'ਚ ਨੇ ਜੀ। ਅੱਛਾ, ਅਖੀਰ 'ਚ ਦੱਸਿਓ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਾਂ ਦੀ ਮੀਟਿੰਗ 'ਚ ਕੀ ਰੌਲਾ ਪਿਆ ਤੇ ਇੱਕ ਜੰਮੂ ਕਸ਼ਮੀਰ ਦੇ ਸਿੱਖ ਨੇਤਾ ਦੀ ਲਾਸ਼ ਮਿਲੀ ਹੈ ਦਿੱਲੀ 'ਚ, ਦੋਨੇ ਖਬਰਾਂ ਅਖੀਰ 'ਚ ਦੱਸਿਓ ਜੀ। ਜੀ ਗਿੱਲ ਸਾਹਿਬ, ਇੱਕ ਤਾਂ ਜਿਹੜਾ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਸਿੱਖ ਆਗੂ ਨੇ, ਮਨਜਿੰਦਰ ਸਿੰਘ ਸਿਰਸਾ ਦੇ ਵੀ ਨੇੜੇ ਰਹੇ ਨੇ, ਟਰਾਂਸਪੋਰਟਰ ਵੀ ਰਹੇ ਨੇ, ਜੰਮੂ ਕਸ਼ਮੀਰ ਵਿਧਾਨ ਪਰਿਸ਼ਦ ਦੇ ਮੈਂਬਰ ਰਹੇ ਨੇ, ਨੈਸ਼ਨਲ ਕਾਨਫਰੰਸ ਦੇ ਨੇਤਾ ਤਰਲੋਚਨ ਸਿੰਘ ਵਜ਼ੀਰ, PS ਵਜ਼ੀਰ ਵੀ ਇਹਨਾਂ ਨੂੰ ਕਿਹਾ ਜਾਂਦਾ। ਉਹਨਾਂ ਦੀ ਲਾਸ਼ ਅੱਜ ਪੱਛਮੀ ਦਿੱਲੀ ਦੇ ਜਿਹੜਾ ਮੋਤੀ ਨਗਰ ਦੇ ਫਲੈਟ ਤੋਂ ਮਿਲੀ ਹੈ ਔਰ 67 ਸਾਲ ਦੀ ਉਹਨਾਂ ਦੀ ਉਮਰ ਸੀ। ਔਰ ਲਾਸ਼ ਆ ਜਿਹੜੀ ਉਹ ਸੜੀ ਹੋਈ ਸੀਗੀ, ਬਿਲਕੁਲ ਗਿੱਲ ਸਾਹਿਬ ਮਾੜੀ ਹਾਲਤ ਸੀਗੀ, ਸੜੀ ਹੋਈ ਲਾਸ਼ ਮਿਲੀ ਹੈ। ਔਰ ਇਹ ਸਥਿਤੀ ਆ ਜਿਹੜੀ ਅਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਮੌਤ ਦਾ ਕਾਰਨ ਕੀ ਹੈ। ਭੇਦ ਭਰੀ ਹਾਲਤ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਵੱਖ-ਵੱਖ ਸਿਆਸੀ ਆਗੂਆਂ ਨੇ, ਰਾਜਨੀਤਿਕ ਪਾਰਟੀਆਂ ਨੇ ਅਫਸੋਸ ਜ਼ਾਹਰ ਕੀਤਾ ਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਰਨ ਕੀ ਹੋਇਆ, ਕੀ ਸਥਿਤੀ ਬਣੀ ਹੈ ਜਿਹੜੀ, ਪਰ ਉਹ ਸਥਿਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਬੰਨੇ ਗੱਲ ਸਾਹਿਬ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਸੀ, ਉਹ ਚੋਣਾਂ ਦੇ ਵਿੱਚ ਕੁਝ ਮੈਂਬਰ ਤਾਂ ਜਿਹੜੇ ਜਿੱਤ ਕੇ ਆਏ ਸੀ, ਕੁਝ ਮੈਂਬਰ ਜਿਹੜੇ ਉਹ ਕੋਆਪਸ਼ਨ ਦੀ ਜਿਹੜੀ ਉਹਦੇ ਵਿੱਚ ਇੱਕ ਸਥਿਤੀ ਹੁੰਦੀ ਹੈ ਜਿਹਦੇ ਚੋਂ ਮੈਂਬਰ ਕਾਪਟ ਕੀਤੇ ਜਾਂਦੇ ਨੇ ਔਰ ਕੋਆਪਸ਼ਨ ਦੇ ਤਹਿਤ ਮੈਂਬਰ ਜਿਹੜੇ ਨੇ ਉਹ ਲੈ ਜਾਂਦੇ ਨੇ। ਉਹਦੇ ਤਹਿਤ 9 ਮੈਂਬਰਾਂ ਦੀ ਜਿਹੜੀ ਨਾਮਜ਼ਦਗੀ ਹੋਣੀ ਸੀ ਔਰ ਉਹਦੇ 'ਚ 4 ਤਖਤ ਸਾਹਿਬਾਨਾਂ, ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜ਼ੂਰ ਸਾਹਿਬ, ਉਹਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ, 2 ਮੈਂਬਰ ਵੋਟਾਂ ਰਾਹੀਂ ਤੇ 2 ਮੈਂਬਰ ਦਿੱਲੀ ਸਿੱਖ ਜਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਪ੍ਰਧਾਨਾਂ ਦੇ ਰਾਹੀਂ ਜਿਹੜੇ ਨਾਮਜ਼ਦ ਕੀਤੇ ਜਾਣੇ ਸੀ। ਔਰ ਉੱਥੇ ਗਿੱਲ ਸਾਹਿਬ ਰੌਲਾ ਪੈ ਗਿਆ। ਰੌਲਾ ਇਹ ਪੈ ਗਿਆ, ਸਰਨਾ ਧੜੇ ਦੇ ਪਰਮਜੀਤ ਸਿੰਘ ਸਰਨਾ ਉਹ ਵੋਟਾਂ 'ਚ ਖੜੇ ਸੀਗੇ, ਮਨਜਿੰਦਰ ਸਿੰਘ ਸਿਰਸਾ ਸੀ ਕਿਉਂਕਿ ਉਹ ਦੂਸਰੀ ਇਲੈਕਸ਼ਨ ਹਾਰ ਗਏ ਸੀ। ਇਸ ਤੋਂ ਇਲਾਵਾ ਬਾਦਲ ਦਲ ਤੇ ਹੋਰ ਉਮੀਦਵਾਰ ਨੇ ਜਿਹੜੇ ਸਰਨਾ ਦਲ ਦੇ ਉਹ ਖੜੇ ਸੀਗੇ। ਉੱਥੇ ਪਰਮਜੀਤ ਸਿੰਘ ਸਰਨਾ ਨੂੰ 18 ਵੋਟਾਂ ਪਈਆਂ, ਉਹ ਤਾਂ ਜਿੱਤ ਗਏ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 2 ਉਮੀਦਵਾਰ ਸੀ, ਉਹਨਾਂ ਨੂੰ ਇੱਕ ਨੂੰ 15 ਵੋਟਾਂ ਮਿਲੀਆਂ, ਇੱਕ ਨੂੰ 12 ਵੋਟਾਂ ਮਿਲੀਆਂ। ਇੱਕ ਦੀ ਇਲੈਕਸ਼ਨ ਦੇ ਉੱਤੇ ਜਿਹੜੀ ਉਹ ਸੀਲ ਬੰਦ ਕਰ ਦਿੱਤੀ ਗਈ। ਉਸ ਤੋਂ ਬਾਅਦ ਗਿੱਲ ਸਾਹਿਬ ਉੱਥੇ ਰੌਲਾ ਪੈ ਗਿਆ, ਬਹੁਤ ਹੰਗਾਮਾ ਹੋਇਆ। ਸਥਿਤੀ ਇੱਥੋਂ ਤੱਕ ਚਲੀ ਗਈ ਕਿ ਜਿਹੜੇ ਵੋਟਾਂ ਪਵਾ ਰਹੇ ਸੀ ਡਾਇਰੈਕਟਰ, ਉਹਨਾਂ ਵਾਲੇ ਪਾਸੇ ਨੂੰ ਜਿਹੜਾ ਇੱਕ ਜੁੱਤੀ ਵੀ ਹੈ ਉਹ ਚਲਾਈ ਗਈ। ਤਾਂ ਉਸ ਤੋਂ ਬਾਅਦ ਇਹ ਚੋਣ ਆ ਗਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ। ਇੱਕ ਵਾਰ ਵੋਟਾਂ ਪੈ ਚੁੱਕੀਆਂ ਨੇ। ਸੋ ਉੱਥੇ ਹੁਣ ਇਸ ਵਕਤ ਵੀ ਜਿਹੜਾ ਰਾਤ ਨੂੰ ਮਾਹੌਲ ਹੈਗਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਉਹ ਕਾਫੀ ਇਸ ਤਰ੍ਹਾਂ ਦਾ ਨਾਜ਼ੁਕ ਬਣਿਆ ਹੋਇਆ ਹੈਗਾ ਜੀ। ਧੰਨਵਾਦ ਜੀ। ਕੱਲ ਸਵੇਰੇ ਫੇਰ 9:15 ਵਜੇ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਦਾ ਧੰਨਵਾਦ ਜੀ। 604 729 1224 WhatsApp ਟੈਕਸਟ ਲਈ ਤੁਹਾਨੂੰ ਨੰਬਰ ਸਵਾਲ ਜਿਹੜੇ ਟੈਨੈਂਸੀ ਦੇ ਪੁੱਛਣੇ ਨੇ, ਵੈਸੇ ਜ਼ਿਆਦਾ ਮੈਂ ਪੁੱਛ ਲੈਣੇ ਤੁਹਾਡੇ। ਜੇ ਤੁਹਾਡਾ ਵੀ ਸਵਾਲ ਹੋਵੇ ਕੋਈ ਤੁਸੀਂ ਭੇਜ ਸਕਦੇ ਹੋ। 778 222 0600 ਜਿਹੜਾ ਨੰਬਰ ਹੈ WhatsApp ਨੰਬਰ ਸਟੂਡੀਓ ਦਾ, ਤੇ 604 204 0600 ਰਿਸੈਪਸ਼ਨ 'ਤੇ ਵੀ ਤੁਸੀਂ ਸਵਾਲ ਲਿਖਾ ਸਕਦੇ ਹੋ, ਉਹ ਪਹੁੰਚਦੇ ਕਰ ਦੇਣਗੇ। ਅੱਛਾ ਜੀ, ਪੋਲ ਇਲੈਕਸ਼ਨ ਡਿਬੇਟ ਦੂਸਰੀ ਜਿਹੜੀ ਫਰੈਂਚ ਦੀ ਹੋਣ ਤੋਂ ਬਾਅਦ ਅੱਜ ਪੋਲ ਜਿਹੜੀ ਹੈ ਉਹ 34.1%, ਕੰਜ਼ਰਵੇਟਿਵ ਪਾਰਟੀ 31.9%, ਲਗਭਗ 2% ਦਾ ਫਰਕ ਹੈ। NDP 19.5 ਤੋਂ ਨਹੀਂ ਹਟੀ, ਉੱਥੇ ਖੜੀ ਹੈ 3.5%। ਜਾਂ ਤਾਂ ਇਹ ਵੀ ਹੋ ਸਕਦਾ ਹੈ ਕਿ ਪੋਲ ਦੇ ਵਿੱਚ NDP ਨੂੰ ਪੁੱਛਿਆ ਨਹੀਂ ਜਾਂਦਾ ਜਾਂ ਇਗਨੋਰ ਕੀਤਾ ਜਾਂਦਾ ਹੈ, ਉੱਥੇ ਹੀ ਗੱਲ ਖੜੀ ਹੈ। ਤੁਸੀਂ ਉਹ ਵੀ ਵੇਖ ਲਿਓ ਕਿ ਬਸ ਵੋਟਾਂ ਤੋਂ ਬਾਅਦ ਫਿਰ NDP ਦੇ ਲੀਡਰ ਸਰ ਜਗਮੀਤ ਸਿੰਘ ਦੀਆਂ ਬਹੁਤ ਘੱਟ ਤੁਸੀਂ ਪਿਕਚਰਾਂ ਵੇਖੋਗੇ, ਕਿਤੇ ਵੀ ਉਹਨਾਂ ਦੀ ਕਵਰੇਜ ਬਹੁਤ ਘੱਟ ਹੈ। ਬਸ ਆਹ 1 ਮਹੀਨਾ ਜਦ ਹੁੰਦੀ ਹੈ ਉਹਨਾਂ ਦੀਆਂ ਫੋਟੋਆਂ ਦਿਖਦੀਆਂ ਨੇ, ਮੁੜ ਕੇ ਉਹਨਾਂ ਨੂੰ ਮੀਡੀਆ ਕਵਰ ਵੀ ਘੱਟ ਕਰਦਾ ਬਹੁਤ, ਇਹ ਮੰਨਣਾ ਪਊ। ਜਦੋਂ ਕਿਤੇ ਆਮ ਹੋਣ, ਕਿਤੇ ਮਤਲਬ ਹਾਊਸ ਆਫ ਕਾਮਨਸ ਦੇ ਵਿੱਚ ਤੁਰਦੇ ਫਿਰਦੇ ਹੁਣ ਫਿਰ ਤਾਂ ਕਰ ਲੈਂਦੇ ਆ, ਨਹੀਂ ਬੜਾ ਹਾਲੇ ਪਤਾ ਨਹੀਂ ਕਾਰਨ ਹਾਲੇ ਕੀ ਹੈ। 139 ਸੀਟਾਂ ਲਿਬਰਲ ਪਾਰਟੀ ਨੂੰ ਦੇ ਰਿਹਾ ਅੱਜ ਪੋਲਸਟਰ ਜੀ। ਇਹ 338 ਨੂੰ ਮੈਂ ਫੋਲੋ ਕਰਦਾ, ਇਕੱਲੀ 338 ਕੈਨੇਡਾ ਨੂੰ, ਅਤੇ ਜਿਨ੍ਹਾਂ ਦੇ ਬਹੁਤ ਐਕੂਰੇਟ ਪੋਲ ਹੁੰਦੇ ਆ। 138 ਦੇ ਰਹੇ ਨੇ ਕੰਜ਼ਰਵੇਟਿਵ ਪਾਰਟੀ ਨੂੰ, 40± ਇਹਨੂੰ ਕਹਿ ਰਹੇ ਨੇ, 46± ਕਹਿ ਰਹੇ ਨੇ ਲਿਬਰਲ ਪਾਰਟੀ ਨੂੰ। ਸੋ 46± ਤਾਂ ਬਹੁਤ ਵੱਡਾ ਨੰਬਰ ਹੈ, ਅਤੇ 40 ਵੀ ਬਹੁਤ ਹੈ। 33 NDP ਦੀਆਂ ±17, ਬਲਾਕ ਕਬੈਕਬਾ 26 ±10। ਕੱਲ੍ਹ ਦੀ ਰਾਤ ਵਾਲੀ ਡਿਬੇਟ ਦੇ ਵਿੱਚ ਪਹਿਲਾ ਹੀ ਸਵਾਲ ਇਲੈਕਸ਼ਨ 'ਤੇ, ਇਲੈਕਸ਼ਨ ਦੀਆਂ ਗੱਲਾਂ ਚੱਲਦੀਆਂ ਨੇ ਵੀ ਇਲੈਕਸ਼ਨ ਸੱਦੀ ਕਿਉਂ। ਟਰੂਡੋ ਨਿਰੁੱਤਰ ਨੇ ਉਹਦੇ 'ਤੇ ਬਹੁਤ ਬੁਰੇ ਤਰੀਕੇ ਨਾਲ ਗੱਲ ਫਸ ਗਈ। ਔਰ ਅੱਜ ਇੱਕ ਬਹੁਤ ਵਧੀਆ ਆਰਟੀਕਲ ਜਿਹੜਾ ਉਹ ਛਪਿਆ ਜ਼ਿਆਦਾ ਪੇਪਰਾਂ 'ਚ, ਗਲੋਬਲ ਮੇਲ 'ਚ ਵੀ, ਟੋਰਾਂਟੋ ਸਨ ਦੇ ਵਿੱਚ ਵੀ ਹੈ। ਉਹਦੇ ਵਿੱਚ ਇਹ ਲਿਖਿਆ ਕਿ ਲਿਬਰਲ ਪਾਰਟੀ ਦੀ ਵਿਰੋਧ ਤਾਂ ਨਹੀਂ ਕੈਨੇਡੀਅਨ ਕਰ ਰਹੇ ਨੇ ਟਰੂਡੋ ਦੀ ਵਿਰੋਧ ਤਾਂ। ਟਰੂਡੋ ਦੇ ਸਿਰਫ ਤੇ ਸਿਰਫ ਵੀ ਤੈਂ ਇਲੈਕਸ਼ਨ ਕਿਉਂ ਇਸ ਸਮੇਂ ਸੱਦੀ, ਪੁੱਠੀ ਪੈ ਗਈ ਗੱਲ, ਇਹ ਪੁੱਠੀ ਪੈ ਗਈ। ਗਲਤ ਜਿਹੜਾ ਡਿਸੀਜ਼ਨ ਹੋ ਗਿਆ। ਚੰਗੀ ਭਲੀ ਗੌਰਮੈਂਟ ਚੱਲ ਰਹੀ ਸੀ, ਕੋਈ ਚੈਲੰਜ ਨਹੀਂ ਸੀ, ਕੋਈ ਕੁਛ ਕਹਿ ਨਹੀਂ ਸੀ ਰਿਹਾ। ਜਗਮੀਤ ਸਿੰਘ, ਕਈ ਵਾਰ ਜਗਮੀਤ ਸਿੰਘ 'ਤੇ ਇਹ ਵੀ ਗੱਲ ਹੁੰਦੀ ਹੈ ਕਿ ਟੂ ਸੌਫਟ ਸਨ, ਉਹ ਹਰ ਇੱਕ ਚੀਜ਼ 'ਤੇ ਜ਼ਿੰਮੇਵਾਰੀ
ਹਰ ਇੱਕ ਚੀਜ਼ ਤੇ ਹਾਂ, ਪਰ ਉਹਨਾਂ ਦਾ ਕਹਿਣਾ ਇਹ ਹੈ ਵੀ ਕੰਟਰੀ ਪੈਂਡੈਮਿਕ ਦੇ ਵਿੱਚ ਮਹਾਮਾਰੀ 'ਚ ਹੀ ਲੰਘ ਰਿਹਾ ਸੀ, ਅਸੀਂ ਇਸ ਦੇ ਵਿੱਚ ਕੀ ਕਹਿਣਾ ਸੀ। ਇਸ ਸਮੇਂ ਅਸੀਂ ਨਾਲ ਹੀ ਹਾਂ। ਇਸ ਸਮੇਂ ਇਲੈਕਸ਼ਨ $1 ਬਿਲੀਅਨ ਦਾ ਜਿਹੜਾ ਪ੍ਰਾਈਸ ਟੈਗ ਆ, ਜੇ ਮਾਈਨੋਰਿਟੀ ਫੇਰ ਬਣਨੀ ਆ ਇਹਦਾ ਮਤਲਬ ਫੇਰ 2 ਸਾਲਾਂ ਨੂੰ ਸਾਡੀ ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਇਹਦਾ ਮਤਲਬ ਇੱਕ ਵਾਰ ਫੇਰ ਹੋ ਜਾਏਗੀ ਜਿਹੜੀ ਇਲੈਕਸ਼ਨ 24 ਸਾਡੀ ਸੂਬੇ ਦੀ ਇਲੈਕਸ਼ਨ ਆ, 24 ਤੋਂ ਪਹਿਲਾਂ ਹੀ ਇਹਦਾ ਮਤਲਬ ਇੱਕ ਵਾਰ ਹੋਰ ਹੋ ਜੂ 2 ਸਾਲਾਂ 'ਚ। ਅਤੇ ਇਹ ਇਉਂ ਨਹੀਂ ਵੀ ਪਹਿਲਾਂ ਨਹੀਂ ਹੋਈਆਂ, ਪਹਿਲਾਂ ਵੀ ਇਲੈਕਸ਼ਨਾਂ ਹੋਈਆਂ ਹੀ ਨੇ। 4 ਤੋਂ ਬਾਅਦ 8, 8 ਤੋਂ ਬਾਅਦ 11, 11 ਤੋਂ ਬਾਅਦ 15, 15, 19 ਪੂਰੀ 8 ਤੋਂ 11 3 ਸਾਲ ਇਹ ਚੱਲੀ ਸੀ। ਸੋ ਇਹ ਪਰ ਇਲੈਕਸ਼ਨ ਫਿਰ ਗੱਲ ਚੱਲੀ ਵੈਕਸੀਨੇਸ਼ਨ ਦੀ ਗੱਲ ਚੱਲੀ। ਐਰਨ ਟੂਲ ਨੇ ਜਦੇ ਹੀ ਫੇਰ ਹੱਲਾ ਕਹਿੰਦਾ ਛੱਡ ਵੈਕਸੀਨੇਸ਼ਨ ਨੂੰ, ਛੱਡ ਟੈਸਟਿੰਗ ਨੂੰ। ਤੈਂ ਟਰੂਡੋ ਸਾਹਿਬ ਪੈਂਡੈਮਿਕ ਦੇ ਵਿੱਚ ਇਲੈਕਸ਼ਨ ਕਾਲ ਹੀ ਕਿਉਂ ਕੀਤੀ? ਚੱਲ ਉੱਥੇ ਹੀ ਗੱਲ ਫੇਰ ਫਸ ਗਈ, ਜਵਾਬ ਨਹੀਂ ਉਹਨਾਂ ਕੋਲ, ਬਹੁਤ ਜਵਾਬ ਨਹੀਂ। ਅੱਛਾ, ਕਿਬੈਕ ਦੇ ਬਾਰੇ ਜਦ ਗੱਲ ਚੱਲਦੀ ਹੈ, ਕਿਬੈਕ ਦੇ ਲੀਡਰ ਜਿਹੜੇ ਨੇ ਉਹ ਗੱਲ ਕਰਦੇ ਉਹ ਕਿਬੈਕ ਤੋਂ ਬਾਹਰ ਹੀ ਨਹੀਂ ਆਉਂਦੇ। ਟਰੂਡੋ ਨਹੀਂ ਕਹਿੰਦੇ ਮੈਂ ਸਾਰੀ ਕੰਟਰੀ ਨੂੰ ਜਿਹੜਾ ਹੈੱਡ ਕਰਦਾ, ਅਤੇ ਬਲਾਕ ਦਾ ਤਾਂ ਮਤਲਬ ਹੀ ਕੋਈ ਨਹੀਂ। ਉਹ ਕਹਿੰਦੇ ਕਿਬੈਕ ਐਂਡ ਕਿਬੈਕ ਬਸ। ਸੋ ਵੋਟਾਂ ਜਿਹੜੀਆਂ ਇਲੈਕਸ਼ਨ ਕਾਲ ਕਿਉਂ ਕੀਤੀ, ਉਹ ਹਲੇ ਖਹਿੜਾ ਨਹੀਂ ਛੱਡ ਰਹੀ। ਮਤਲਬ ਹਲੇ ਵੀ ਉੱਥੇ ਹੀ ਗੱਲ ਜਿਹੜੀ ਚੱਲ ਰਹੀ ਹੈ। ਆਲਮੋਸਟ 24-25 ਦਿਨ ਹੋ ਗਏ ਅਤੇ ਪਰ ਖਹਿੜਾ ਨਹੀਂ, 20 ਦਿਨ 22 ਦਿਨ ਲਾ ਲਓ ਜਾਂ 23 ਦਿਨ ਲਾ ਲਓ, ਅਤੇ ਪਰ ਹਲੇ ਖਹਿੜਾ ਨਹੀਂ ਛੱਡ ਰਹੇ। ਸੋ ਇਹ ਦੇਖਦੇ ਹਾਂ, ਬਾਕੀ ਵੋਟਾਂ ਤੋਂ ਪਤਾ ਲੱਗੂ ਵੀ ਕਿਵੇਂ ਪੈਂਦੀਆਂ ਨੇ। ਖਬਰਾਂ ਸੁਣਾ ਕੇ ਅਤੇ ਫਿਰ ਸ਼ੋਅ ਆਪਾਂ ਸ਼ੁਰੂ ਕਰਾਂਗੇ ਟੈਨਸੀ 'ਤੇ। ਮਾਲਕ ਮਕਾਨ ਅਤੇ ਕਿਰਾਏਦਾਰਾਂ ਦੇ ਝਗੜੇ ਕੀ ਨੇ? ਸੁਪਨਿਆਂ ਦੀ ਧਰਤੀ ਤੇ ਜਦ ਵੀ ਕੋਈ ਉਤਰਦਾ ਹੈ 15 ਸਾਲ 20 ਸਾਲ 5 ਸਾਲ ਪਹਿਲਾਂ ਬਾਲ ਬੱਚਿਆਂ ਨੂੰ ਲੈ ਕੇ ਜਾਂ ਇਕੱਲਾ, 2 ਸੂਟਕੇਸ ਹੁੰਦੇ ਨੇ ਅਤੇ ਜ਼ਿੰਦਗੀ ਸ਼ੁਰੂ ਹੁੰਦੀ ਹੈ। ਸ਼ੁਰੂ ਕਿੱਥੇ ਹੁੰਦੀ ਆ? ਬੇਸਮੈਂਟ ਦੇ ਵਿੱਚ। ਬਹੁਤ ਇੱਕ ਵਧੀਆ ਸੰਬੰਧ ਅੱਜ ਤੋਂ 20 ਵਰ੍ਹੇ 25 ਵਰ੍ਹੇ ਪਹਿਲਾਂ ਵੇਖੇ ਜਦ ਜ਼ਿੰਦਗੀ ਸ਼ੁਰੂ ਕੀਤੀ ਅਤੇ ਕਦੇ ਕੋਈ ਫਰਕ ਨਾ ਲੱਗਿਆ ਮਾਲਕ ਮਕਾਨ ਅਤੇ ਕਿਰਾਏਦਾਰ। ਅਤੇ ਹਾਂ, ਜਵਾਕ ਖੇਲਦੇ ਲਾਂਚ ਕਦੇ ਕਹਿ ਦਿੰਦੇ ਇਟ ਇਜ਼ ਆਵਰ ਪ੍ਰੋਪਰਟੀ। ਜਵਾਕ ਆ ਕੇ ਕਹਿੰਦੇ ਵੀ ਡੈਡ ਪ੍ਰੋਪਰਟੀ ਕੀ ਹੁੰਦੀ ਹੈ? ਮੈਨੂੰ ਉੱਪਰਲੇ ਘਰ ਵਾਲਾ ਦੋਸਤ ਇਸ ਤਰ੍ਹਾਂ ਕਹਿੰਦਾ ਸੀ। ਸਹੂਲਤਾਂ ਦਾ ਕੋਈ ਫਰਕ ਨਾ ਹੁੰਦਾ। $300-400 ਤੇ 2 ਬੈਡਰੂਮ ਦੀ ਬੇਸਮੈਂਟ ਸਰੀ ਦੇ ਵਿੱਚ ਮਿਲਦੀ, ਜ਼ਿੰਦਗੀ ਰਵਾਂ ਹੋ ਜਾਂਦੀ। ਖਰਚੇ ਵੱਧ ਗਏ। ਘਰ ਜਿਹੜਾ $2.5-3 ਲੱਖ ਦਾ ਹੈ ਉਹ 15-16 ਲੱਖ ਦਾ ਸਰੀ 'ਚ ਹੋ ਗਿਆ। $450 ਤੋਂ $1100 ਤੱਕ ਰੈਂਟ ਹੋ ਗਿਆ। ਅਤੇ ਰੈਂਟ ਵੱਧ ਜਾਂ ਘੱਟ, ਪਰ ਜ਼ਿੰਦਗੀ ਸ਼ੁਰੂ ਕਰਨ ਲਈ ਬੇਸਮੈਂਟ ਤੋਂ ਬਿਨਾਂ ਆਪਸ਼ਨ ਕੋਈ ਨਹੀਂ। ਪਰ ਉਹੀ ਇੱਕ ਪਰਿਵਾਰ ਦੇ ਵਾਂਗੂ ਰਹਿੰਦੇ, ਇੱਕ ਦੂਜੇ ਦੇ ਮੌਰਗੇਜ ਹੈਲਪਰ, ਦੁੱਖ ਸੁੱਖ ਕੱਟਦੇ। ਕਿਤੇ ਤਾਂ ਇਹ ਸੈਟਅਪ ਆ ਵੀ ਬਿਲਕੁਲ ਹੀ ਦਰਵਾਜ਼ਾ ਕੋਈ ਬੰਦ ਹੀ ਨਹੀਂ, ਅਪਸਟੇਅਰ ਡਾਊਨਸਟੇਅਰ 2 ਪਰਿਵਾਰ ਰਹਿੰਦੇ ਨੇ। ਕਿਤੇ ਫਰਕ ਇੰਨਾ ਹੈ ਕਿ ਮਾਲਕ ਮਕਾਨ ਗੇੜੇ ਕੱਢਦਾ ਫਿਰਦਾ, ਬੱਤੀਆਂ ਬੰਦ ਕੀਤੀਆਂ ਕਿ ਨਹੀਂ ਤੁਸੀਂ, ਗੱਡੀ ਮੂਵ ਕਰੋ, ਇਹ ਕਰੋ ਵੋ ਕਰੋ। ਕਿਤੇ ਕਿਰਾਏਦਾਰ ਇਹੋ ਜਿਹਾ ਮਿਲਦਾ, ਉਹ ਬੱਸ ਹੀ ਕਰਾ ਦਿੰਦਾ ਮਾਲਕ ਮਕਾਨ ਦੀ। ਉਹ ਕਹਿੰਦਾ ਅੰਦਰ ਨਹੀਂ ਵੜ ਸਕਦੇ, ਰੈਂਟ ਵੀ ਨਹੀਂ ਦੇਣਾ, ਨੌਕ ਨਹੀਂ ਕਰ ਸਕਦਾ ਦਰਵਾਜ਼ਾ ਤੋਂ, ਬਿਨਾਂ ਪੁੱਛੇ ਅੰਦਰ ਨਹੀਂ ਆ ਸਕਦਾ। ਸੋ ਇਹ ਚੀਜ਼ਾਂ ਦੇ ਲਈ ਤੁਹਾਡੇ ਹਰ ਰੋਜ਼ ਸਵਾਲ ਆਉਂਦੇ ਨੇ। MLA ਭਾਈਚਾਰੇ ਵਿੱਚੋਂ 12-14 ਨੇ, ਮਿਨਿਸਟਰ ਨੇ, ਪਰ ਟੈਨਸੀ ਡਿਪਾਰਟਮੈਂਟ ਦੇ ਵਿੱਚ ਕਿਤੇ ਜਿਹੜਾ ਹੱਥ ਨਾ ਪੈਂਦਾ। ਹੁਣ ਬਹੁਤ ਕੋਸ਼ਿਸ਼ ਤੋਂ ਬਾਅਦ ਇਨਫੋਰਮੇਸ਼ਨ ਆਫੀਸਰ BC ਟੈਨਸੀ ਬ੍ਰਾਂਚ ਤੋਂ ਰੰਗੀਨਾ ਸਿੱਧੂ ਜੀ ਨੇ ਮੇਰੇ ਨਾਲ, ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਰੰਗੀਨਾ ਜੀ, ਸਵਾਗਤ ਤੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸ਼ੋਅ ਤੇ ਲਿਆਉਣ ਵਾਸਤੇ। ਥੋੜਾ ਜਿਹਾ ਗੈਪ ਵਿੱਚੋਂ ਪੈ ਗਿਆ ਸੀ ਆਪਣਾ, ਪਰ ਆਪਾਂ ਫਿਰ ਹੁਣ ਤੁਹਾਡੇ ਰੈਗੂਲਰ ਇਨਫੋਰਮੇਸ਼ਨ ਸੈਸ਼ਨ ਲੈ ਕੇ ਆ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਓਪਨਿੰਗ ਜਿਹੜੀ ਕਮੈਂਟਸ ਦਿੱਤੇ ਨੇ ਉਹ ਬਹੁਤ ਹੀ ਵਧੀਆ ਨੇ, ਕਿਉਂਕਿ ਲਾਈਫ ਐਕਚੁਅਲੀ ਬਹੁਤ ਚੇਂਜ ਹੋ ਗਈ ਹੈ ਤੇ ਲਾਅ ਬੜਾ ਚੇਂਜ ਹੋ ਚੁੱਕਿਆ ਜੀ। ਅੱਛਾ, ਜਿਹੜੇ ਹੁਣ ਝਗੜੇ ਪੈਂਦੇ ਨੇ ਹਰ ਰੋਜ਼, ਟੈਨਸੀ ਡਿਪਾਰਟਮੈਂਟ ਇਹਦੇ ਵਿੱਚ ਦੀ ਜਾਂਦਾ, ਡਿਸਪਿਊਟ ਜਾਂਦੇ ਨੇ, ਬੇਲਫ ਇਨਵੋਲਵ ਹੁੰਦੇ ਨੇ, ਬਹੁਤ ਬਿਟਰਨੈਸ ਆ ਜਾਂਦੀ ਹੈ। ਸ਼ੁਰੂਆਤ ਜਿਹੜੀ ਹੁੰਦੀ ਹੈ, ਸਾਡਾ ਪੰਜਾਬੀ ਸਟਾਈਲ, ਪਿੰਡ ਕਿਹੜਾ ਹੈ, ਏਰੀਆ ਕਿਹੜਾ, ਉਹ ਫਰਕ ਹੀ ਕੋਈ ਨਹੀਂ, ਨਾ ਲਿਖਣਾ, ਨਾ ਕੋਈ ਗੱਲ, ਨਾ ਕੋਈ ਬਾਤ। ਮੁੜ ਕੇ ਫਿਰ ਜਦ ਡਿਸਪਿਊਟ ਪੈਂਦੇ ਨੇ, ਰਾਈਟਿੰਗ 'ਤੇ ਗੱਲ ਆਉਂਦੀ ਹੈ। ਸਭ ਤੋਂ ਪਹਿਲਾਂ ਇਹ ਦੱਸੀਏ ਕਿ ਲੈਂਡਲੋਰਡ, ਮਾਲਕ ਮਕਾਨ ਤੇ ਕਿਰਾਏਦਾਰ ਦੇ ਹੱਕ ਕੀ ਨੇ ਜੀ?
ਸੋ ਹਰਜੀਤ ਜੀ ਬਹੁਤ ਹੀ ਵਧੀਆ ਪੁਆਇੰਟ ਹੈ ਤੁਹਾਡਾ, ਕਿਉਂਕਿ ਸਭ ਤੋਂ ਜ਼ਿਆਦਾ ਮੈਂ ਜਿੰਨੇ ਵੀ ਅੱਜ ਤੱਕ ਰੇਡੀਓ ਸ਼ੋਅ ਕੀਤੇ ਔਰ ਮੈਂ ਕਾਫੀ ਕੀਤੇ ਨੇ, ਮੈਂ ਇਹੀ ਸਟ੍ਰੈਸ ਕਰਦੀ ਰਹੀ ਹਾਂ ਕਿ ਆਪਣੀ ਕਮਿਊਨਿਟੀ ਸਭ ਤੋਂ ਵੀਕ ਪੁਆਇੰਟ ਇਹੀ ਹੈ ਕਿ ਆਪਾਂ ਪੇਪਰ ਵਰਕ ਨਹੀਂ ਕਰਦੇ, ਆਪਾਂ ਚਾਹੁੰਦੇ ਨਹੀਂ ਸਮਝਣਾ, ਕਿਉਂਕਿ ਜੇ ਤੁਸੀਂ ਥੋੜਾ ਜਿਹਾ ਵੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਇੰਨਾ ਔਖਾ ਕੰਮ ਨਹੀਂ ਹੈ। ਇਹ ਔਖਾ ਤਾਂ ਬਣਦਾ ਹੈ ਜਦੋਂ ਆਪਾਂ ਪੇਪਰ ਵਰਕ ਠੀਕ ਤਰ੍ਹਾਂ ਨਹੀਂ ਕਰੀਦਾ। ਬਾਕੀ ਜਿਹੜੀ ਤੁਸੀਂ ਕੜੱਤਣ ਦੀ ਗੱਲ ਕੀਤੀ ਹੈ, ਉਹ ਤਾਂ ਮੈਂ ਕਹਿੰਦੀ ਹਾਂ ਸਾਰੇ ਪਾਸੇ ਹੀ ਇਹੀ ਹਾਲ ਹੈ, ਸਿਰਫ ਆਪਣੀ ਕਮਿਊਨਿਟੀ ਦਾ ਨਹੀਂ, ਇਹ ਤੇ ਪਤਾ ਨਹੀਂ ਭਾਈਚਾਰੇ ਨੂੰ ਕਹਿ ਦੋ ਜਾਂ ਹਿਊਮੈਨਿਟੀ ਨੂੰ ਕਹਿ ਦੋ ਕੋਈ ਪ੍ਰੋਬਲਮ ਹੈ ਵੀ ਆਪਾਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਕੜੱਤਣ ਵਿੱਚ ਆ ਗਏ ਹਾਂ। ਸੋ half the problem is ਕਿ ਆਪਾਂ ਬਿਟਰ ਹੋ ਗਏ ਹਾਂ, half the problem is ਕਿ ਆਪਾਂ ਪੇਪਰ ਵਰਕ ਨਹੀਂ ਕਰਦੇ। ਉਹ ਜਦੋਂ ਹੋ ਜਾਂਦਾ ਹੈ ਫਿਰ ਫਰਸਟ੍ਰੇਸ਼ਨ ਤਾਂ ਆਣੀ ਹੈ, ਭਾਵੇਂ ਉਹ ਕਿਰਾਏਦਾਰ ਹੋਵੇ ਭਾਵੇਂ ਉਹ ਮਕਾਨ ਮਾਲਿਕ ਹੋਵੇ। ਮਕਾਨ ਮਾਲਿਕ ਦਾ ਸਭ ਤੋਂ ਸਟਰੋਂਗੈਸਟ ਐਸੈਟ ਕਹਿ ਲਓ ਹੈਗਾ ਹੈ ਪੇਪਰ ਵਰਕ। ਜਦੋਂ ਤੁਸੀਂ ਉਹ ਠੀਕ ਤਰ੍ਹਾਂ ਕੀਤਾ ਹੋਊਗਾ ਤੁਹਾਨੂੰ ਪ੍ਰੋਬਲਮ ਆਣੀ ਬਹੁਤ ਮੁਸ਼ਕਿਲ ਹੈ। ਕਿਰਾਏਦਾਰ ਦਾ ਸਭ ਤੋਂ ਸਟਰੋਂਗੈਸਟ ਐਸੈਟ ਹੈਗਾ ਆਪਣਾ ਕਿਰਾਇਆ ਦੇਣਾ, ਸੋ ਉਹ ਬਹੁਤ ਜ਼ਰੂਰੀ ਹੈ। ਜੇ ਆਪਾਂ ਨਹੀਂ ਅਫੋਰਡ ਕਰ ਸਕਦੇ ਤਾਂ ਆਪਾਂ ਪਹਿਲਾਂ ਹੀ ਕਲੀਅਰ ਹੋਈਏ ਕਿ ਅਸੀਂ ਇੰਨਾ ਅਫੋਰਡ ਕਰ ਸਕਦੇ ਹਾਂ, ਜਾਂ ਅਸੀਂ 2-3 ਬੰਦੇ ਲੈ ਸਕਦੇ ਹਾਂ, ਜਾਂ ਇੰਨੀਆਂ ਮਹਿੰਗੀਆਂ ਬੇਸਮੈਂਟਾਂ ਤੇ ਹੋਈਆਂ ਪਈਆਂ ਨੇ। ਲੇਕਿਨ ਜੇ ਤੁਸੀਂ ਉਹਨੂੰ ਪਹਿਲਾਂ ਹੀ ਰਹਿਣ ਤੋਂ ਪਹਿਲਾਂ, ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਅੱਧੀਆਂ ਚੀਜ਼ਾਂ ਸੌਰਟ ਆਊਟ ਕਰ ਲਵੋ ਤੇ ਬਹੁਤ ਸੌਖਾ ਹੋ ਜਾਏਗਾ। ਤੇ ਜਿਹੜੇ ਸਭ ਤੋਂ ਜ਼ਿਆਦਾ ਇਹ ਹੈ ਵੀ ਇੱਕ ਤਾਂ ਆਪਣੀ ਕਮਿਊਨਿਟੀ ਨੂੰ, ਜਾਂ ਜਦੋਂ ਆਪਾਂ ਨਵੇਂ ਆਉਂਦੇ ਹਾਂ ਇਸ ਕੰਟਰੀ ਦੇ ਵਿੱਚ, ਵੈਸੇ ਸਿਰਫ ਆਪਾਂ ਨਵੇਂ ਨਹੀਂ ਆਉਂਦੇ, ਬਹੁਤ ਦੁਨੀਆ ਆਉਂਦੀ ਹੈ, ਆਪਾਂ ਕਿਸੇ ਹੋਰ ਪ੍ਰੋਵਿੰਸ ਤੋਂ ਵੀ ਆਈਏ ਨਾ ਤੇ ਆਪਾਂ ਨੂੰ ਇਹ ਨਹੀਂ ਪਤਾ ਵੀ ਹਰ ਪ੍ਰੋਵਿੰਸ ਦਾ ਆਪਣਾ ਐਕਟ ਹੈ। ਸੋ ਇਹ ਸਭ ਤੋਂ ਵੱਡੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ ਕਿ ਹਰ ਪ੍ਰੋਵਿੰਸ ਦਾ ਆਪਣਾ ਐਕਟ ਹੈ, ਤੇ ਉਸ ਐਕਟ ਦੇ ਤੁਸੀਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਇਨਫੋਰਮੇਸ਼ਨ ਸਰਵਿਸਿਜ਼ ਅਸੀਂ ਆ। ਸੋ ਸਾਰੇ ਪਾਸੇ BC ਦੇ ਵਿੱਚ ਸਾਨੂੰ ਤੋਂ ਹੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ, ਹੋਰ ਤੁਹਾਨੂੰ ਕਿਤੇ ਲੈਣੀ ਨਹੀਂ ਚਾਹੀਦੀ ਤੇ ਮਿਲਣੀ ਵੀ ਨਹੀਂ ਚਾਹੀਦੀ। ਸਾਨੂੰ ਹੀ ਗੱਲਬਾਤ ਕਰੋ, ਅਸੀਂ ਕਿਸੇ ਦੀ ਫੇਵਰ ਨਹੀਂ ਕਰਦੇ, ਅਸੀਂ ਨਿਊਟਰਲ ਏਜੰਸੀ ਆ। ਬਹੁਤ ਦੁਨੀਆ ਨੂੰ ਆਪਾਂ ਦੇਖ ਲਾਂਗੇ ਹੁਣੇ ਜਦੋਂ ਜਿੰਨੇ ਕਾਲਰ ਆਉਣਗੇ ਆਪਾਂ ਨੂੰ, ਅੱਜ ਆਪਾਂ ਨੇ ਸਾਰਿਆਂ ਨੇ ਇਹੀ ਕਮੈਂਟ ਕਰਨਾ ਕਿ ਜੀ ਤੁਸੀਂ ਫੇਵਰ ਕਰਦੇ ਹੋ। ਇਹ ਮੈਂ ਬਹੁਤ ਸੁਣਿਆ ਆਮ, ਔਰ ਮੈਨੂੰ ਕਈ ਵਾਰੀ ਹਾਸਾ ਵੀ ਆਉਂਦਾ ਹੈ ਤੇ ਕਈ ਵਾਰੀ ਗੁੱਸਾ ਵੀ ਚੜਦਾ ਹੈ, ਕਿਉਂਕਿ ਮੈਂ ਹਰ ਵਾਰੀ ਓਪਨਿੰਗ 'ਚ ਇਹੀ ਕਹਿੰਦੀ ਹਾਂ ਵੀ ਅਸੀਂ ਨਿਊਟਰਲ ਬਾਡੀ ਆ। ਸਾਡਾ ਨਾ ਤਾਂ ਟੈਨੈਂਟ ਸਾਨੂੰ ਚੰਗਾ ਲੱਗਦਾ ਤੇ ਨਾ ਸਾਨੂੰ ਮਕਾਨ ਮਾਲਿਕ। ਜਿੱਥੇ ਕੋਈ ਗਲਤ ਹੋਊਗਾ ਉਹਨੂੰ ਅਸੀਂ ਦੱਸਾਂਗੇ, ਜਿੱਥੇ ਕੋਈ ਠੀਕ ਹੋਊਗਾ ਉਹਨੂੰ ਅਸੀਂ ਦੱਸਾਂਗੇ। ਇਨਫੋਰਮੇਸ਼ਨ ਅਸੀਂ ਦੋਨਾਂ ਨੂੰ ਇਕੁਅਲ ਦੇਈਦੀ ਹੈ ਉਹਨਾਂ ਦੇ ਰਾਈਟਸ ਦੇ ਬਦਲੇ, ਠੀਕ ਹੈ ਜੀ। ਤਾਂ ਇਹ ਬੜਾ ਪੁਆਇੰਟ ਹੈਗਾ ਵੀ ਨਹੀਂ ਜੀ, ਕਿਉਂਕਿ ਸਾਡੇ ਨਾਮ ਦੇ ਵਿੱਚ ਟੈਨੈਂਸੀ ਬ੍ਰਾਂਚ ਆਉਂਦਾ ਹੈ, ਲੋਕੀ ਸਮਝਦੇ ਨੇ ਵੀ ਇਹ ਟੈਨੈਂਟਸ ਦੇ ਹੀ ਹੱਕ 'ਚ ਬੋਲਦੇ ਨੇ, ਇਹ ਗਲਤ ਹੈ। ਟੈਨੈਂਟਸ ਦੀਆਂ ਆਪਣੀਆਂ ਏਜੰਸੀਜ਼ ਨੇ ਬਾਹਰ, ਜੇ ਤੁਸੀਂ ਸਿਰਫ ਟੈਨੈਂਟਸ ਰਾਈਟਸ ਲੈਣੀਆਂ ਨੇ ਤਾਂ ਟੈਨੈਂਟਸ BC ਇੱਕ ਵੱਖਰੀ ਏਜੰਸੀ ਹੈਗੀ ਹੈ ਜਿਹੜੀ ਸਿਰਫ ਟੈਨੈਂਟਸ ਨੂੰ ਫੇਵਰ ਕਰਦੀ ਹੈ। ਜੇ ਤੁਸੀਂ ਸਿਰਫ ਲੈਂਡਲੋਰਡਸ ਬਾਰੇ ਸਮਝਣਾ, ਮਕਾਨ ਮਾਲਕਾਂ ਬਾਰੇ, ਉਹਨਾਂ ਦੀ ਵੱਖਰੀ ਏਜੰਸੀ ਹੈ। ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਅਸੀਂ ਗਵਰਨਮੈਂਟ ਦੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਕਿਹੜੇ ਪੱਖੋਂ ਆ ਰਹੇ ਹੋ। ਸਾਨੂੰ ਸਿਰਫ ਇਹ ਹੈ ਕਿ ਤੁਹਾਡੀ ਪ੍ਰੋਬਲਮ ਕੀ ਹੈ, ਔਰ ਅਸੀਂ ਤੁਹਾਨੂੰ ਬਿਲਕੁਲ ਸਾਫ਼ ਸ਼ਬਦਾਂ ਵਿੱਚ ਦੱਸ ਦਾਂਗੇ ਜੇ ਤੁਸੀਂ ਠੀਕ ਹੋ ਜਾਂ ਗਲਤ ਹੋ। ਉਹ ਇਨਫੋਰਮੇਸ਼ਨ ਬਹੁਤ ਲੋਕਾਂ ਨੂੰ ਪਸੰਦ ਨਹੀਂ ਆਉਂਦੀ। ਦੂਜਾ ਬਹੁਤ ਜ਼ਿਆਦਾ ਗੁੱਸਾ ਆਪਣੀ ਕਮਿਊਨਿਟੀ ਦਾ ਇਹ ਹੁੰਦਾ ਹੈ ਕਿ ਜੀ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਸਾਡੀ ਲੈਂਗੁਏਜ ਵਿੱਚ ਨਹੀਂ ਮਿਲਦੀ। ਉਹ ਥੋੜਾ ਜਿਹਾ ਔਖਾ ਹੈਗਾ ਆ, ਪਰ ਉਹਦੇ ਵਿੱਚ ਆਪਾਂ ਕੁਝ ਖਾਸ ਕਰ ਨਹੀਂ ਸਕਦੇ। ਜਾਂ ਤੇ ਤੁਸੀਂ ਕੋਈ ਆਪਣਾ ਭਾਈਬੰਦ ਜਾਂ ਬੱਚਾ ਜਿਹੜਾ ਇੰਗਲਿਸ਼ ਬੋਲ ਸਕੇ ਉਹਦੇ ਕੋਲੋਂ ਕਾਲ ਕਰਵਾ ਕੇ ਪੁੱਛੋ, ਜਾਂ ਫਿਰ ਇੰਟਰਨੈਟ ਤੇ ਸਾਰਾ ਕੁਝ ਹੈਗਾ, ਸਾਡੀ ਵੈਬਸਾਈਟ ਤੇ ਬਹੁਤ ਇਨਫੋਰਮੇਸ਼ਨ ਹੈ ਤੇ ਉਹ ਤੁਸੀਂ ਸਾਰੀ ਉੱਥੇ ਪੜ੍ਹ ਸਕਦੇ ਹੋ। ਜੇ ਨਹੀਂ ਸਮਝ ਆਉਂਦੀ ਤੇ ਕਾਲ ਵੀ ਕਰੋ। ਸਾਡੀ ਕਾਲ ਲਾਈਨ ਬਹੁਤ ਬਿਜ਼ੀ ਹੁੰਦੀ ਹੈ, ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹੈ, ਲੇਕਿਨ ਸਾਡਾ ਹਰ ਇੱਕ ਇਨਫੋਰਮੇਸ਼ਨ ਆਫਿਸਰ ਟ੍ਰੇਨਡ ਹੈਗਾ ਆ। ਸਾਡੀ ਬਹੁਤ ਲੰਬੀ ਟ੍ਰੇਨਿੰਗ ਹੁੰਦੀ ਹੈ, ਜਦ ਉਸ ਤੋਂ ਪਹਿਲਾਂ ਅਸੀਂ ਕਾਲਸ ਨਹੀਂ ਲੈ ਸਕਦੇ। ਸੋ ਇਹ ਚੀਜ਼ਾਂ ਨੇ ਥੋੜੀਆਂ ਜਿਹੀਆਂ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ ਵੀ ਇਹ ਸਾਡਾ ਰੋਲ ਹੈ। ਅੱਛਾ, ਇੱਕ ਦੱਸਿਓ, ਇਹ ਝਗੜਾ ਪੈਂਦੇ ਕਿਉਂ ਨੇ? ਜੇ ਹੁਣ ਮੈਂ ਆਇਆ ਤੇ ਮੈਂ ਗਿਆ ਗਰੋਸਰੀ ਸਟੋਰ, ਉੱਥੇ ਸਟਿੱਕਰ ਲੱਗੇ ਹੋਏ ਨੇ, ਉੱਥੇ ਬਹੁਤ ਪਿਆਰ ਦੇ ਨੇ, 2 ਬੈਡਰੂਮ ਦੀ ਬੇਸਮੈਂਟ, ਸਾਫ਼, ਕੇਬਲ ਵਿੱਚੇ ਹੈ, ਇੰਟਰਨੈਟ ਵਿੱਚੇ ਆ, ਲਾਉਂਡਰੀ ਵੀ ਇੱਕ ਦਿਨ ਦੇਵਾਂਗੇ, $1100, ਡੈਜ਼ਿਗਨੇਟਡ ਪਾਰਕਿੰਗ ਆ, ਪਰਿਵਾਰਕ ਮਾਹੌਲ ਹੈ। ਤੇ ਉਹ ਪਰਿਵਾਰਕ ਮਾਹੌਲ ਅਗਲਾ ਆਉਂਦਾ, ਹਾਂਜੀ ਦੱਸੋ, ਲਿਆਓ ਜੀ 550 ਡੈਮੇਜ ਡਿਪੋਜ਼ਿਟ, ਤੇ ਕਦ ਮੂਵ ਹੋਈ ਹੈ 15 ਦਿਨਾਂ ਨੂੰ ਜੀ, ਤੇ ਗੱਲ ਉਹ ਫਿਰ ਕੜੱਤਣ ਉੱਥੇ ਕਿਉਂ ਸ਼ੁਰੂ ਹੁੰਦੀ ਹੈ? ਇਹਦਾ ਕਾਰਨ ਤੁਹਾਡੇ ਕੋਲ ਕਾਮਨ ਜਿਹੜੇ ਕੌਜ਼ ਕੀ ਆਏ ਨੇ ਜੀ, ਜਿੱਥੋਂ ਰੌਲਾ ਪੈਂਦਾ? ਇਹ ਜਿਹੜਾ ਆਪਣਾ ਹੈਗਾ ਆ, ਜਿਹੜਾ ਆਪਾਂ ਕਰ ਲੈਂਦੇ ਆ 1 ਰੁਪਈਏ ਵਾਲਾ, ਹੈ ਨਾ, ਵੀ ਨਹੀਂ ਤੇਰੇ ਨਾਲ ਹੱਥ ਮਿਲਾ ਲਿਆ, ਤੂੰ ਡਿਪੋਜ਼ਿਟ ਦੇਤਾ ਤੇ ਠੀਕ ਹੈ, ਤੇ ਆਪਾਂ ਡਿਪੋਜ਼ਿਟ ਨੂੰ ਕੋਈ ਖਾਸ ਗੱਲ ਹੀ ਨਹੀਂ ਸਮਝੀ ਦੀ। ਆਪਾਂ ਨੂੰ ਇਹੀ ਨਹੀਂ ਪਤਾ ਵੀ ਜਿੱਦਾਂ ਹੀ ਆਪਾਂ ਡਿਪੋਜ਼ਿਟ ਲੈ ਲਿਆ
ਉਹ ਕਿਰਾਏਦਾਰ ਤੁਹਾਡਾ ਹੋ ਗਿਆ। ਹੂੰ ਇਹੀ ਅੱਧੀ ਤੋਂ ਜ਼ਿਆਦਾ ਕਮਿਊਨਿਟੀ ਨੂੰ ਇਹੀ ਨਹੀਂ ਪਤਾ। ਉਹ ਕਿਰਾਏਦਾਰਾਂ ਤੋਂ ਡਿਪੋਜ਼ਿਟ ਲਈ ਜਾਂਦੇ ਨੇ, ਪਰ ਬਾਅਦ ਚੋਂ ਫਿਰ ਕਹਿੰਦੇ ਨੇ ਓਹੋ ਤੇਰੀ ਅਸੀਂ ਰੈਫਰੈਂਸ ਚੈੱਕ ਨਹੀਂ ਕੀਤੀ, ਤੇਰਾ ਨਹੀਂ ਕੀਤਾ, ਤੂੰ ਪਲੀਜ਼ ਆਪਣਾ ਡਿਪੋਜ਼ਿਟ ਵਾਪਸ ਲੈ ਜਾ, ਹੁਣ ਅਸੀਂ ਕਿਸੇ ਹੋਰ ਨੂੰ ਦੇਣੀ ਆ। ਇਹ ਕੰਮ ਇਸ ਤਰ੍ਹਾਂ ਨਹੀਂ ਹੁੰਦੇ। ਜਿਸ ਤਰ੍ਹਾਂ ਹੀ ਤੁਸੀਂ ਪੈਸਾ ਫੜਿਆ ਉਸ ਤਰ੍ਹਾਂ ਹੀ ਤੁਸੀਂ ਇੱਕ ਟੈਨੈਂਸੀ ਦੇ ਵਿੱਚ ਐਂਟਰ ਕਰ ਗਏ। ਸੋ ਕਾਹਲੀ ਨਾ ਕਰੋ, ਮੇਰੇ ਹਿਸਾਬ ਨਾਲ ਕਾਹਲੀ ਨਾ ਕਰੋ। ਇਹਨਾਂ ਗੱਲਾਂ ਤੇ ਕਾਹਲੀ ਨਹੀਂ ਕਰੀਦੀ, ਕਿਉਂਕਿ ਇਹ ਸੋਚ ਲਵੋ ਕਿ ਉਸ ਬੰਦੇ ਨੇ ਤੁਹਾਡਾ ਘਰ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਠੀਕ ਹੈ ਜੀ। ਤੇ ਜਿੰਨਾ ਮਰਜ਼ੀ ਆਪਾਂ ਕਹਿ ਦਈਏ, ਕਈ ਬਹੁਤ ਬੇਸਮੈਂਟਾਂ ਮੈਂ ਦੇਖੀਆਂ ਨੇ, ਮੋਸਟਲੀ ਏਦਾਂ ਹੀ ਹੁੰਦੀਆਂ ਨੇ, ਔਰ ਇਹਦੇ 'ਚ ਕੋਈ ਗਲਤ ਗੱਲ ਨਹੀਂ ਕਿ ਦਰਵਾਜ਼ਾ ਵਿੱਚੋਂ ਨਿਕਲ ਰਿਹਾ ਹੁੰਦਾ ਮੇਨ ਘਰ ਵਾਸਤੇ, ਹੈ ਨਾ। ਕਾਫੀ ਸਾਰੀਆਂ ਬੇਸਮੈਂਟਸ ਆਪਣੀਆਂ ਏਦਾਂ ਦੀਆਂ ਹੀ ਹੁੰਦੀਆਂ ਨੇ। ਤੇ ਅੱਜ ਕੱਲ੍ਹ ਮੌਰਗੇਜ ਦਾ ਜਾਂ ਘਰਾਂ ਦੀ ਪ੍ਰਾਈਸ ਇੰਨੀ ਵੱਧ ਗਈ ਹੈ ਕਿ ਮੌਰਗੇਜ ਹੈਲਪਰ ਤੋਂ ਬਿਨਾਂ ਕੰਮ ਹੀ ਨਹੀਂ ਚੱਲਦਾ। ਸੋ ਹਾਂਜੀ, ਸੋ ਪਰ ਇਹ ਜ਼ਰੂਰ ਧਿਆਨ 'ਚ ਰੱਖਿਓ ਵੀ ਇਹ ਜਿਨ੍ਹਾਂ ਨੂੰ ਵੀ ਤੁਸੀਂ ਕਿਰਾਏ ਤੇ ਰੱਖ ਰਹੇ ਹੋ, ਇਹ ਇੱਕ ਤੇ ਤੁਹਾਡੀ ਮੌਰਗੇਜ ਦਾ ਤੁਹਾਨੂੰ ਸਿਕਿਉਰਿਟੀ ਜ਼ਰੂਰ ਹੈ, ਲੇਕਿਨ ਜੇ ਅਗਲਾ ਕਿਰਾਇਆ ਨਾ ਦਊਗਾ ਫਿਰ ਤੁਸੀਂ ਕੀ ਕਰੋਗੇ? ਸੋ ਇਹ ਵੀ ਸੋਚੋ। ਦੂਸਰਾ, ਜੇ ਤੁਹਾਡੇ ਬੱਚੇ ਨੇ, ਤੁਹਾਡੇ ਘਰ ਬਜ਼ੁਰਗ ਨੇ, ਜਾਂ ਤੁਹਾਡਾ ਘਰ ਇਕੱਲਾ ਰਹਿੰਦਾ ਹੈ, ਜਾਂ ਤੁਸੀਂ ਚਲੇ ਜਾਂਦੇ ਹੋ, ਜਾਂ ਜਿੱਦਾਂ ਵੀ ਹੈ, ਫਿਰ ਇਹ ਸੋਚ ਕੇ ਰੱਖੋ ਕਿ ਇਹ ਬੰਦਾ ਜਿਹੜਾ ਹੈ, ਜਿਹਨੂੰ ਵੀ ਤੁਸੀਂ ਕਿਰਾਏ ਤੇ ਦੇ ਰਹੇ ਹੋ, ਇਹਨੇ ਤੁਹਾਡੇ ਘਰ ਦੇ ਵਿੱਚ ਰਹਿਣਾ। ਤੁਸੀਂ ਇਹਦੇ ਨਾਲ ਆਪਣਾ ਘਰ ਸ਼ੇਅਰ ਕਰ ਰਹੇ ਹੋ। ਸਭ ਤੋਂ ਵੱਡੀ ਇਨਵੈਸਟਮੈਂਟ ਆਪਾਂ ਲੋਕੀ ਘਰ 'ਚ ਕਰਦੇ ਆ। ਆਪਾਂ 1 2 3 ਜਿਹੜੀ ਰੇਸ ਬਣੀ ਹੋਈ ਆ ਅੱਜ ਕੱਲ੍ਹ, ਆਪਾਂ ਲਈ ਜਾਂਦੇ ਆ, ਉਹਦੇ 'ਚ ਫਿਰ ਆਪਾਂ ਕਿਰਾਏਦਾਰ ਰੱਖੀ ਜਾਂਦੇ ਆ। ਬਟ ਤੁਸੀਂ ਰੱਖ ਸਕਦੇ ਹੋ, ਤੁਸੀਂ ਬਿਜ਼ਨਸ ਕਰ ਸਕਦੇ ਹੋ, ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਲੇਕਿਨ ਪੇਪਰ ਵਰਕ ਠੀਕ ਤਰ੍ਹਾਂ ਕਰੋ, ਸੋਚ ਸਮਝ ਕੇ ਕਰੋ, ਹੌਲੀ ਹੌਲੀ ਦੇਖ ਪਰਖ ਕੇ ਪੇਪਰ ਵਰਕ ਸਾਈਨ ਕਰੋ, ਤੇ ਪੈਸੇ ਫੜਨ ਦੀ ਕਾਹਲੀ ਨਾ ਕਰੋ। ਅੱਛਾ, ਹੁਣ ਜਿਹੜੇ ਅਸਲ ਕਹਾਣੀਆਂ ਤੇ ਜਿਹੜੇ ਕਿਰਾਏਦਾਰ ਨੇ, ਉਹਨਾਂ ਦਾ ਰੌਲਾ ਇਹ ਹੈ ਬਈ ਮਾਲਕ ਮਕਾਨ ਫਿਰ ਬਹਾਨੇ ਨਾਲ ਸਾਨੂੰ ਕੱਢਦਾ। ਸਾਡੇ ਮਾਸੀ ਦੇ ਮੁੰਡੇ ਨੇ ਆਉਣਾ, ਜਗ੍ਹਾ ਖਾਲੀ ਕਰੋ, ਅਸੀਂ ਤਾਂ ਇਹ ਸਾਫ਼ ਕਰਨਾ ਤੇ ਜਗ੍ਹਾ ਖਾਲੀ ਕਰੋ, ਜਾਂ ਫਿਰ ਘਰ ਵੇਚਤਾ, ਜਗ੍ਹਾ ਖਾਲੀ ਕਰੋ। ਤੇ ਉਹਦਾ ਕਿੰਨਾ ਸਮਾਂ ਜੀ, ਨੋਟਿਸ ਕੀ ਹੈ, ਤੇ ਕਦ ਮਾਲਕ ਮਕਾਨ ਕਿਰਾਏਦਾਰ ਤੋਂ ਜਗ੍ਹਾ ਖਾਲੀ ਕਰਾ ਸਕਦਾ? ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਤੁਸੀਂ ਰੀਜ਼ਨ ਦੱਸੇ ਨੇ, ਸਿਰਫ ਤੇ ਸਿਰਫ ਇੱਕ ਵੈਲਿਡ ਹੈਗਾ, ਉਹ ਹੈਗਾ ਜੀ ਅਸੀਂ ਵੇਚਤਾ ਹੈ ਘਰ, ਤੇ ਜਿਨ੍ਹਾਂ ਨੇ ਖਰੀਦਿਆ ਉਹਨਾਂ ਨੇ ਮੂਵ ਹੋਣਾ ਹੈ। ਹੁਣ ਉਹਨਾਂ ਨੇ ਵੀ ਮੂਵ ਹੋਣਾ ਹੈ। ਮੋਸਟਲੀ ਆਪਾਂ ਲੋਕੀ ਜਦੋਂ ਵੀ ਘਰ ਖਰੀਦੀਦੇ, ਜੇ ਆਪਣਾ ਪਹਿਲਾ ਘਰ ਹੈ ਤੇ ਆਪਾਂ ਮੇਨ ਏਰੀਏ 'ਚ ਰਹਿਣਾ ਪਸੰਦ ਕਰਾਂਗੇ, ਬੇਸਮੈਂਟ 'ਚ ਨਹੀਂ, ਕਿਉਂਕਿ ਬੇਸਮੈਂਟ ਤੋਂ ਤਾਂ ਆਪਾਂ ਆ ਰਹੇ ਹਾਂ, ਸੋ ਬੇਸਮੈਂਟ 'ਚ ਨਹੀਂ ਜਾਵਾਂਗੇ। ਸੋ ਉਹ ਕਿਰਾਏਦਾਰ ਨੂੰ ਤੁਸੀਂ ਫੇਰ ਨਹੀਂ ਕੱਢ ਸਕਦੇ ਜੇ ਤੁਸੀਂ ਬੇਸਮੈਂਟ 'ਚ ਨਹੀਂ ਰਹਿ ਰਹੇ। ਜੇ ਤੁਸੀਂ ਉਸ ਬੇਸਮੈਂਟ ਦੇ ਵਿੱਚ ਮੂਵ ਹੋਣਾ, ਫਿਰ ਉਸ ਕਿਰਾਏਦਾਰ ਨੂੰ ਤੁਸੀਂ ਕੱਢ ਸਕਦੇ ਹੋ। 2 ਮਹੀਨੇ ਦਾ ਨੋਟਿਸ ਜਿਹੜਾ ਆ, ਉਹ ਅੱਜ ਜਿਹੜਾ ਘਰ ਵੇਚ ਰਿਹਾ ਹੈ ਸੈਲਰ, ਉਹ ਦੇਗਾ ਆਪਣੇ ਕਿਰਾਏਦਾਰ ਨੂੰ, ਤੇ ਕਹੇਗਾ ਕਿ ਜਿਹੜੇ ਨੇ ਲੈਣਾ ਹੈ, ਬਾਇਰ ਨੇ ਲੈਣਾ ਹੈ, ਤੇ ਬਾਇਰ ਨੇ ਉਹਦੇ ਵਿੱਚ ਰਹਿਣਾ, ਔਰ ਉਹ ਸਿਰਫ ਉਸ ਰੀਜ਼ਨ ਵਾਸਤੇ ਹੀ ਹੋ ਸਕਦਾ ਹੈ, ਹੋਰ ਕਿਸੇ ਰੀਜ਼ਨ ਵਾਸਤੇ ਨਹੀਂ। ਜਿਹੜਾ ਤੁਸੀਂ ਕਿਹਾ ਮਾਸੀ ਦਾ ਮੁੰਡਾ, ਇਹ ਨਹੀਂ ਵਰਕ ਹੋਣਾ। ਸਿਰਫ ਹੋ ਸਕਦਾ ਹੈ ਵਰਕ, ਤੇ ਹੋ ਸਕਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਮੂਵ ਕਰਨਾ, ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਮੂਵ ਕਰਨਾ, ਜਾਂ ਤੁਹਾਡੇ ਹਸਬੈਂਡ ਵਾਈਫ ਦੇ ਵਿੱਚੋਂ ਕਿਸੇ ਦੇ ਬੱਚੇ ਨੇ ਜਾਂ ਕਿਸੇ ਦੇ ਪੇਰੈਂਟਸ ਨੇ ਮੂਵ ਹੋਣਾ। ਸੋ ਦੋਨੋਂ ਪਾਰਟੀਜ਼ ਜਿਹੜੇ ਲੈਂਡਲੋਰਡ ਨੇ, ਉਹਨਾਂ ਦੇ ਅੱਗੋਂ ਬੱਚੇ ਜਾਂ ਅੱਗੋਂ ਮਾਂ-ਪਿਓ, ਸਿਰਫ ਇਹ ਮੂਵ ਹੋ ਸਕਦੇ ਨੇ 2 ਮਹੀਨੇ ਦੇ ਨੋਟਿਸ ਤੇ। ਚਾਚਾ, ਤਾਇਆ, ਨੈਫਿਊਜ਼, ਭਤੀਜੇ, ਭਾਂਜੀਆਂ, ਇਹ ਨਹੀਂ ਮੂਵ ਹੋ ਸਕਦੇ। ਇਹਨਾਂ ਵਾਸਤੇ ਤੁਸੀਂ ਬੇਸਮੈਂਟ ਖਾਲੀ ਨਹੀਂ ਕਰਾ ਸਕਦੇ। ਇਸ ਐਕਟ ਦੇ ਵਿੱਚ ਕਲੋਜ਼ ਫੈਮਿਲੀ ਮੈਂਬਰ ਦੀ ਡੈਫੀਨੇਸ਼ਨ ਬਹੁਤ ਕਲੀਅਰ ਹੈਗੀ ਹੈ, ਔਰ ਲਿਮਿਟਡ ਵੀ ਹੈਗੀ ਹੈ ਟੂ the family members only, ਔਰ ਇੱਥੇ ਫੈਮਿਲੀ ਮੈਂਬਰ ਕੰਸੀਡਰ ਕਰਦੇ ਨੇ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਬਸ। ਅੱਛਾ ਰੰਗੀਨਾ ਜੀ, ਜੇ ਝੂਠ ਬੋਲ ਕੇ ਖਾਲੀ ਕਰਾ ਲਵੇ ਕੋਈ ਫੇਰ? ਹਾਂ, ਫਿਰ ਇਹੀ ਹੋਏਗਾ ਨਾ, ਕੀ ਕਹਿੰਦੇ ਨੇ, ਫਿਰ ਜੇ ਤੁਸੀਂ ਝੂਠ ਬੋਲ ਕੇ ਕਰਾਓਗੇ, ਫਿਰ ਹੁਣ ਐਕਟ ਚੇਂਜ ਹੋ ਚੁੱਕਿਆ। ਜੇ ਕਿਰਾਏਦਾਰ ਨੂੰ ਤੁਹਾਡੇ ਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਝੂਠ ਬੋਲ ਕੇ ਕਰ ਲਿਆ, ਤੇ ਉਹਨੂੰ 12 ਮਹੀਨੇ ਦਾ ਰੈਂਟ ਦੀ ਉਹ ਕਲੇਮ ਜਿਹੜਾ ਹੈ ਉਹ ਸਾਡੇ ਅੱਗੇ ਲੈ ਕੇ ਆ ਸਕਦਾ ਹੈ। ਤੇ ਜੇ ਉਹਨੇ ਪ੍ਰੂਵ ਕਰਤਾ, ਫਿਰ ਇਹ 12 ਮਹੀਨਿਆਂ ਦਾ ਰੈਂਟ ਤੁਹਾਨੂੰ ਉਹਨੂੰ ਦੇਣਾ ਪੈਣਾ ਹੈ। ਬਹੁਤ ਜ਼ਿਆਦਾ ਔਖਾ ਕੰਮ ਹੈ। ਅੱਛਾ, ਜੇ ਮਾਲਕ ਮਕਾਨ ਦੇ ਹੁਣ ਹੱਕ ਦੀ ਗੱਲ ਕਰੀਏ, ਵੀ ਕਿਰਾਏਦਾਰ 2 ਬੰਦਿਆਂ ਨੂੰ ਕਹਿ ਕੇ 6 ਜਣੇ ਰਹਿਣ ਲੱਗ ਗਏ, ਕਿਰਾਇਆ ਟਾਈਮ ਤੇ ਨਹੀਂ ਦਿੰਦਾ, ਚਾਚੇ ਤਾਏ ਦੇ ਹੋਰ ਰਿਸ਼ਤੇਦਾਰਾਂ ਦੇ ਕੱਪੜੇ ਲਿਆ ਕੇ ਧੋਈ ਜਾਂਦਾ, ਅੱਧੀ ਰਾਤ ਤੱਕ ਖੌਰੂ ਪੈਂਦਾ, ਜਵਾਕ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਹੋ ਕੇ ਅੱਧੀ ਰਾਤ ਤੱਕ ਭੜਥੂ ਪਾਉਂਦੇ ਆ ਉੱਪਰ, ਮਾਲਕ ਮਕਾਨ ਔਖਾ ਹੈ, ਉਹ ਤੰਗ ਬਹੁਤ ਹੈ, ਤੇ ਫਿਰ ਉਹ ਮਾਲਕ ਮਕਾਨ ਦੇ ਹੱਕ 'ਚ ਕੀ ਆ? ਜਾਂ ਫਿਰ ਬੇਸਮੈਂਟ ਅੰਦਰੋਂ ਤੋੜਤੀ ਜਾਣ, ਬੜੇ ਬੁਰਾ ਹਾਲ ਕਰਤਾ, $500 ਆਪਣੇ ਡੈਮੇਜ ਦੇ ਨਾਲ ਹੁੰਦਾ ਕੁਛ ਨਹੀਂ, ਨਾ ਨਿਕਲਦਾ ਹੈ ਨਾ ਕਿਰਾਇਆ ਦਿੰਦਾ, ਉਸ ਸਮੇਂ ਮਾਲਕ ਮਕਾਨ ਦੇ ਹੱਕ ਕੀ ਨੇ? ਸੋ ਕਿਰਾਇਆ ਤੇ ਬਿਲਕੁਲ ਸਭ ਤੋਂ ਸੌਖਾ ਹੈ।
ਮੈਂ ਤੁਹਾਨੂੰ ਅੱਗੇ ਦੱਸਿਆ ਵੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਇੱਕ ਕਿਰਾਏਦਾਰ ਦੀ ਹੈ, ਉਹ ਕਿਰਾਇਆ ਦੇਣਾ ਹੈ ਟਾਈਮ ਤੇ ਕਿਰਾਇਆ ਨਾ ਦੇਣ ਵਾਲਿਆਂ ਵਾਸਤੇ ਬਹੁਤ ਈਜ਼ੀ ਪ੍ਰੋਸੈਸ ਕਰਤਾ ਹੈ ਅਸੀਂ। ਜਿਨ੍ਹਾਂ ਨੇ ਕਿਰਾਇਆ ਨਹੀਂ ਦੇਣਾ, ਉਸ ਮਕਾਨ ਮਾਲਿਕ ਦਾ ਬਹੁਤ ਈਜ਼ੀ ਪ੍ਰੋਸੈਸ ਹੈਗਾ, ਉਹਨੂੰ ਦੇਣਾ ਤੁਸੀਂ 10 ਦਿਨ ਦਾ ਨੋਟਿਸ ਤੁਸੀਂ ਜਿਹੜੇ ਦੇਣੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ। ਤੇ ਮੈਨੂੰ ਨਹੀਂ ਪਤਾ ਵੀ ਮੈਂ ਕਿਸ ਤਰ੍ਹਾਂ ਇਹਨੂੰ ਸਟ੍ਰੈਸ ਕਰ ਸਕਾਂ ਇਸ ਪੁਆਇੰਟ ਨੂੰ, ਕਿ ਉਹ ਨੋਟਿਸ ਜਿਹੜਾ ਹੈ ਉਹ ਸਾਡੀ ਵੈਬਸਾਈਟ ਤੋਂ ਹੀ ਹੋ ਸਕਦਾ ਹੈ। ਪਲੀਜ਼ ਆਪਣੇ ਨੋਟਿਸ ਨਾ ਬਣਾਓ, ਪਲੀਜ਼ ਗੱਲਾਂ ਬਾਤਾਂ ਨਾ ਕਰੋ, ਪਲੀਜ਼ ਟੈਕਸਟ ਨਾ ਕਰੋ ਇੱਕ ਦੂਜੇ ਨੂੰ ਕਿ ਤੂੰ ਨਿਕਲ ਜਾ ਤੇ ਮੈਨੂੰ ਖਰਚਾ, ਉਹ ਕੰਮਾਂ 'ਚ ਨਾ ਪਾਓ। ਸਿੱਧਾ ਉਸ ਬੰਦੇ ਨੂੰ ਨੋਟਿਸ ਦਵੋ। ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ ਵੀ ਤੁਸੀਂ ਕਦੋਂ ਕੋ ਦੇਣਾ ਚਾਹੁੰਦੇ ਹੋ ਸਾਨੂੰ ਕਿਰਾਇਆ, ਕਦੋਂ, ਜੇ ਤੁਹਾਡੀ ਕੋਈ ਮੁਸ਼ਕਲ ਹੈਗੀ ਹੈ ਕੈਨ ਵੀ ਹੈਲਪ ਆਊਟ। ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਅਗਲੇ ਦੀ ਤੇ ਕਰ ਲਓ, ਕੋਈ ਗੱਲ ਨਹੀਂ, ਇਹਦੇ 'ਚ ਕੋਈ ਹਰਜ ਨਹੀਂ ਹੈਗਾ। ਲੇਕਿਨ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਤੇ ਜੀ ਇਹਨੂੰ ਟੈਕਸ ਤੇ ਕਹਿਤਾ ਸੀ ਵੀ ਖਾਲੀ ਕਰ ਦੇ ਤੇ ਇਹਨੇ ਕੀਤਾ ਨਹੀਂ ਤੇ ਹੁਣ ਮੈਂ ਕੀ ਕਰਾਂ। ਉਹ ਅਸੀਂ ਉਹਦੇ 'ਚ ਕਹਿ ਦੇਵਾਂਗੇ ਵੀ ਕੁਝ ਨਹੀਂ ਹੋ ਸਕਦਾ, ਜਦ ਤੱਕ ਤੁਸੀਂ ਨੋਟਿਸ ਨਹੀਂ ਦੋਗੇ ਕੁਝ ਨਹੀਂ ਹੋ ਸਕਦਾ। ਨੋਟਿਸ ਸਾਡੀ ਵੈਬਸਾਈਟ ਦਾ ਹੀ ਹੋਏਗਾ ਤਾਂ ਹੀ ਤੁਸੀਂ ਕੱਢ ਸਕੋਗੇ, ਨਹੀਂ ਤੇ ਤੁਸੀਂ ਕੱਢਣ 'ਚ ਬਹੁਤ ਲੇਟ ਹੋ ਜਾਓਗੇ। ਮੈਂ ਤੁਹਾਨੂੰ ਇਹ ਜ਼ੋਰ ਪਾ ਕੇ ਦੱਸਾਂ ਸਾਰਿਆਂ ਨੂੰ, ਜਿੰਨੇ ਵੀ ਆਪਣੇ ਸਰੋਤੇ ਇਸ ਵੇਲੇ ਸੁਣ ਰਹੇ ਨੇ, ਬਹੁਤ ਜ਼ੋਰ ਪਾ ਕੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਨੋਟਿਸ ਸਾਡਾ ਹੋਵੇ। ਜਿਸ ਦਿਨ ਕਿਰਾਏ ਦਾ ਪ੍ਰੋਮਿਸ ਅਗਲੇ ਨੇ ਕੀਤਾ ਹੈ ਉਸ ਦਿਨ ਤੱਕ ਤੁਸੀਂ ਵੇਟ ਕਰ ਸਕਦੇ ਹੋ, ਲੇਕਿਨ ਉਦੋਂ ਅਗਲੇ ਦਿਨ ਤੁਸੀਂ ਡਿਲੇ ਨਾ ਕਰੋ, ਸਿੱਧਾ ਉਸ ਬੰਦੇ ਨੂੰ ਨੋਟਿਸ ਦਿਓ। ਇੱਥੇ ਤੁਹਾਡੀਆਂ ਰਾਈਟਸ ਬਹੁਤ ਜ਼ਿਆਦਾ ਸਟਰੋਂਗ ਨੇ। ਜਦੋਂ ਤੁਹਾਨੂੰ ਕਿਰਾਏਦਾਰ ਨੇ ਕਿਰਾਇਆ ਨਹੀਂ ਦੇਣਾ, ਉਹਦੇ ਵਿੱਚ ਲੈਂਡਲੋਰਡ ਦਾ ਬਹੁਤ ਜ਼ਿਆਦਾ ਹੱਥ ਹੈ ਤੇ ਬਹੁਤ ਜ਼ਿਆਦਾ ਸਟਰੋਂਗ ਕੇਸ ਬਣੇਗਾ। ਸੋ ਉਹ ਤੁਹਾਡਾ ਬਹੁਤ ਜ਼ਰੂਰੀ ਹੈ ਨੋਟਿਸ ਸਾਡਾ ਵੈਬਸਾਈਟ ਤੋਂ ਲੈ ਕੇ ਦੇ ਦੇਣਾ। ਕਿਉਂ ਨੋਟਿਸ ਦੇਣ ਦਾ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਨੋਟਿਸ ਦੇਵੋ ਜ਼ਰੂਰ। ਜੇ ਅਗਲਾ ਕਿਰਾਇਆ ਦੇ ਦਿੰਦਾ ਤੇ ਕੋਈ ਗੱਲ ਨਹੀਂ, ਠੀਕ ਹੈ, 5 ਦਿਨਾਂ ਦੇ ਵਿੱਚ ਉਹਨੇ ਕਿਰਾਇਆ ਦੇਣਾ, ਤੁਹਾਨੂੰ ਕਿਰਾਇਆ ਆ ਗਿਆ, ਤੁਸੀਂ ਖੁਸ਼, ਠੀਕ ਹੈ। ਜੇ ਨਹੀਂ ਕਿਰਾਇਆ ਆਉਂਦਾ ਤੇ ਤੁਸੀਂ ਐਪਲੀਕੇਸ਼ਨ ਪਾਓ ਸਾਡੇ ਕੋਲ, ਫਿਰ ਉਹ ਐਪਲੀਕੇਸ਼ਨ ਜਿਹੜੀ ਹੈ ਉਹ ਕਿਰਾਇਆ ਵੀ ਦਵਾਉਂਦੀ ਹੈ ਤੇ ਆਰਡਰ ਆਫ ਪੋਜੈਸ਼ਨ ਵੀ ਦਵਾਉਂਦੀ ਹੈ, ਜਿਹੜਾ ਕਿ ਤੁਹਾਨੂੰ ਚਾਹੀਦਾ ਹੈ ਇਸ ਘਰ ਨੂੰ ਖਾਲੀ ਕਰਾਉਣ ਵਾਸਤੇ। ਇੱਕ ਵਪਾਰਕ ਸੰਦੇਸ਼ ਲੈ ਲਈਏ ਰੰਗੀਨਾ ਜੀ, ਤੇ ਉਸ ਤੋਂ ਬਾਅਦ ਕੁਝ ਸਵਾਲ ਨੇ ਕਾਲਰਸ ਦੇ, ਉਹ ਵੀ ਲੈ ਲਈਏ। ਕਾਲਰਸ ਨੂੰ ਬੇਨਤੀ ਕਰਾਂ ਕਿ ਰੰਗੀਨਾ ਸਿੱਧੂ ਹੋਰਾਂ ਨੇ ਵਾਅਦਾ ਕੀਤਾ ਹੈ ਕਿ ਉਹਨਾਂ ਨੂੰ ਜਲਦੀ ਆਪਾਂ ਇਸ ਸ਼ੋਅ 'ਚ ਲੈ ਕੇ ਆਇਆ ਕਰਾਂਗੇ, 2 ਵੀਕ ਬਾਅਦ ਕੋਸ਼ਿਸ਼ ਕਰਾਂਗੇ। ਸਵਾਲ ਤੁਹਾਡੇ ਬਹੁਤ ਨੇ, ਅੱਜ ਮੈਂ ਤੁਸੀਂ ਇਕੱਲੇ ਸਵਾਲ ਪੁੱਛਿਓ, ਪਲੀਜ਼ ਥੋੜ੍ਹਾ ਸਮਾਂ ਲਿਓ, ਵੱਧ ਸਵਾਲ ਲੈ ਲਈਏ ਤੇ ਮੈਂ ਇਕੱਠੇ ਸਵਾਲ ਲਿਆ ਕਰਾਂਗਾ ਤੇ ਇਕੱਠੇ ਉਹਨਾਂ ਤੋਂ ਜਵਾਬ ਪੁੱਛਾਂਗੇ। ਸਵਰਨਜੀਤ ਕੈਲਾ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਰਵੀਨਾ ਜੀ ਦਾ ਵੀ ਧੰਨਵਾਦ ਜਿਹੜੇ ਆਏ ਆ, ਪਰ ਉਹ ਗੱਲ ਉਹ ਕਰ ਰਹੇ ਜਿਹੜਾ ਇੱਥੋਂ ਦਾ ਕਾਨੂੰਨ ਕਹਿੰਦਾ, ਜਿਹੜਾ ਇੱਥੋਂ ਦੀਆਂ ਬੁੱਕਾਂ ਦੇ ਵਿੱਚ ਲਿਖਿਆ, ਸਿਰਫ ਉਹ ਗੱਲ ਕਰ ਰਹੇ ਆ। ਰਿਐਲਿਟੀ ਕੀ ਹੈ? ਰਿਐਲਿਟੀ ਇਹ ਹੈ, ਜੇ ਮੈਂ ਰਿਕੁਐਸਟ ਕਰਦਾ ਜਿੱਦਾਂ ਰਵੀਨਾ ਜੀ ਨੂੰ ਵੀ ਆਪਦੀ ਬੇਸਮੈਂਟ ਮੈਨੂੰ ਦਿਓ ਤੇ ਮੈਂ 6 ਮਹੀਨੇ ਤੁਹਾਡੇ ਲੀਗਲ ਤੁਹਾਡੇ ਹਿਸਾਬ ਦੇ ਨਾਲ ਬਿਨਾਂ ਰੈਂਟ ਦਿੱਤੇ ਤੁਹਾਡੀ ਬੇਸਮੈਂਟ 'ਚ ਰਹਿ ਕੇ ਦਿਖਾ ਦੂੰਗਾ। ਮਤਲਬ ਤੁਸੀਂ ਆਪਦੇ ਕਾਨੂੰਨ ਦੇ ਹਿਸਾਬ ਨਾਲ ਚੱਲਿਓ, ਜਿਹੜੇ ਹਿਸਾਬ ਨਾਲ ਕਹਿੰਦੇ ਆ ਵੀ ਨੋਟਿਸ ਦੇਵਾਂਗੇ। ਨੋਟਿਸ ਜੇ ਬੰਦਾ ਫੜੂਗਾ ਤਾਂ ਫੇਰ ਹੀ ਆ, ਬਾਹਰ ਡਾਲਿਆ ਮੈਨੂੰ ਮਿਲਿਆ ਨਹੀਂ, ਮੇਲ 'ਚ ਨੋਟਿਸ ਆਉਣਾ। ਅਸੀਂ ਇਹ ਸਾਰੀਆਂ ਗੱਲਾਂ ਦੇ ਵਿੱਚ 15 ਸਾਲ ਹੋ ਗਏ ਲੰਘ ਰਹੇ ਹਾਂ, ਪ੍ਰੈਕਟੀਕਲੀ ਸਾਨੂੰ ਇਹ ਸਾਰਾ ਪਤਾ ਹੈ। ਇਹਨਾਂ ਨੇ ਸਿਰਫ ਉਹ ਗੱਲਾਂ ਦੱਸਣੀਆਂ ਜਿਹੜੀਆਂ ਮਤਲਬ ਬੁੱਕਾਂ 'ਚ ਲਿਖੀਆਂ ਤੇ ਆਪਦੀ ਤਨਖਾਹ ਲਈ ਤੇ ਬੁੱਕਾਂ ਇਹਨਾਂ ਦੀ 2-2 ਮਹੀਨੇ ਦੀ ਵੇਟ ਨਾ। ਸਾਹਿਬ ਹੁਣ ਉਹ ਬਿਨਾਂ ਬੁੱਕ ਤੋਂ ਬਾਹਰ ਕਿਵੇਂ ਜਾ ਸਕਦੇ ਨੇ? ਉਹ ਬੁੱਕਾਂ ਦੇ ਰਾਹੀਂ ਜਾਣਗੇ, ਜਵਾਬ ਉਹ ਹੈ। ਗੱਲ ਸਾਹਿਬ 2-2 ਮਹੀਨੇ ਦੀ ਵੇਟਿੰਗ ਹੈ। ਜਦੋਂ ਅਸੀਂ ਰੈਂਟ ਨਹੀਂ ਦਿੰਦੇ, 5 ਦਾ ਨੋਟਿਸ ਦਿੱਤਾ ਗਾ, 2 ਮਹੀਨੇ ਦੀ ਵੇਟਿੰਗ ਹੈ। ਉਹ ਵੀ ਤੁਹਾਡੀ ਗੱਲ ਸੁਣਨ ਨੂੰ 2 ਮਹੀਨੇ ਲੱਗਣਗੇ ਜੀ। ਅਸੀਂ ਪਿੰਜੇ ਪਏ ਆ, ਸਾਨੂੰ ਅੱਗ ਲੱਗਦੀ ਜਦੋਂ ਇਹ ਆ ਕੇ ਇਹੋ ਜਿਹੇ ਤੋਤੀਆਂ ਮੋਤੀਆਂ ਗੱਲਾਂ ਕਰਦੇ ਆ। ਹੁਣੇ ਪੁੱਛਦੇ ਆ ਜੀ, ਹੋਰ ਸਵਾਲ ਲੈਣੇ ਆ। ਅਮਰਜੀਤ ਕੌਰ ਜੀ, ਸ਼ਾਨ ਸਾਹਿਬ, ਸ਼ਾਨ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਸਵਾਲ ਵੈਸੇ ਵੱਖਰਾ ਹੈਗਾ, ਦੱਸੋ। ਚਲੋ ਇਹ ਹੈਗਾ ਵੀ ਕਿਰਾਏ ਦਾ ਮਕਾਨ ਮਾਲਕ ਕਿਰਾਇਆ ਨਹੀਂ ਦਿੰਦੇ, ਜਿਹੜੇ ਇੰਨੇ ਕਿਰਾਏ ਵਧਾਈ ਜਾਂਦੇ ਨੇ। ਕਦੇ ਇਸ ਇਸ਼ੂ ਤੇ ਵੀ ਤੁਸੀਂ ਗੱਲ ਕਰੋ ਨਾ। ਇੰਨਾ ਕੋਈ ਅਨਲਿਮਿਟਿਡ ਕਿਰਾਏ, 2 ਕਮਰੇ, 2 ਰੂਮ ਦੇ ਦੇਖ ਲਓ, 1800 ਡਾਲਰ ਹੈ ਲੈ ਰਹੇ ਨੇ। ਇਹ ਵੀ ਪੁੱਛਦਾ ਹੈ ਨਾ, ਇਹ ਕਦੇ ਇਹ ਇਸ਼ੂ ਵੀ ਜ਼ਰੂਰ ਲਿਆਓ। ਜੇ ਅਸੀਂ ਸਾਡੇ ਆਪਣੇ ਘਰ ਹੈ ਤੇ ਸਾਡੇ ਰਿਸ਼ਤੇਦਾਰ ਤਾਂ ਕਿਰਾਏ ਤੇ ਰਹਿੰਦੇ, ਉਹਨਾਂ ਦੀ ਬੱਸ ਹੋਈ ਪਈ ਹੈ ਜੀ। ਜੀ ਸਰ ਨਿਸ਼ਾਨ ਜੀ, ਇਹ ਵੀ ਪੁੱਛਦੇ ਆ। ਸਾਰਾ ਜੀ, ਲਾਈਨ ਨੰਬਰ 4। ਲਾਈਨ ਨੰਬਰ 4 ਸਾਰਾ। Oh, hi, buddy. ਜਿਹੜੀ landlord ਦੀ representative ਆਈ ਆ ਜੀ, ਇਹ ਲੋਕੀ ਕਿਰਾਇਆ ਤਾਂ ਨਹੀਂ ਦਿੰਦੇ ਕਿ ਨਹੀਂ 5 ਦਿਨ ਦਾ ਨੋਟਿਸ ਦੇ ਰਿਹਾ ਹੈ ਕਿਰਾਏਦਾਰ ਨੂੰ। ਉਹ ਜੇ ਹਜੇ ਵੀ ਨਹੀਂ ਜਾਣਾ ਚਾਹੁੰਦੇ ਫਿਰ 10 ਦਿਨ ਬਾਅਦ ਹੈ
ਫਿਰ ਹਜੇ ਵੀ ਨਹੀਂ ਜਾਂਦੇ, ਫਿਰ ਮਹੀਨਾ ਲੱਗਦਾ ਆ। ਸਾਡਾ 2 ਵਾਰੀ ਅਸੀਂ ਘਰ ਇੱਕ ਜਿਹੜਾ ਹੈ ਸੀਗਾ ਤੇ ਉਹਨੇ 4 ਮਹੀਨੇ 6 ਮਹੀਨੇ ਬਾਅਦ ਨਹੀਂ ਨਿਕਲੇ ਆਪਣੇ, ਤੇ ਫਿਰ ਸੋਸ਼ਲ ਸਰਵਿਸਿਜ਼ ਉਹ ਪੈਸੇ ਦਿੰਦੇ ਨਹੀਂ, ਉਹ ਚੈੱਕ ਤੁਸੀਂ ਲੈ ਨਹੀਂ ਸਕਦੇ। ਜੇ ਕੋਰਟ ਨੂੰ ਸਪੋਕ ਮੈਮ ਜਾਓਗੇ ਤਾਂ ਅਸੀਂ ਮੋੜਦੇ ਨਹੀਂ, ਸਾਨੂੰ ਬੇਲਫ ਲੈਣੇ ਪਏ। ਇਹ ਗੱਲਾਂ ਕਹਿਣ ਚਾਹੀਦੀਆਂ ਬੁੜੀ ਨੂੰ। ਇਹ ਜਿਹੜੀ ਸਿਸਟਮ ਹੈਗੀ ਲੈਂਡਲੋਰਡ ਟੈਨੈਂਸੀ ਇੰਨਾ ਨਹੀਂ ਸਲੋ ਪ੍ਰੋਸੈਸ ਕੀਤਾ ਹੈ ਹਨਾ, ਤੇ ਜਿਹੜੇ ਆਪਣੇ ਲੋਕ ਅਨਪੜ੍ਹ ਆ ਇੰਨਾ ਔਖਾ ਆ ਸਾਨੂੰ ਪੇਪਰ। ਮੈਂ ਤਾਂ ਪੜ੍ਹ ਲਿਖੀ ਹੈਗੀ ਆ, ਮੈਂ ਭਰ ਸਕਦੀ ਛੇਤੀ ਛੇਤੀ ਪੇਪਰ, ਪਰ ਜਿਹੜੇ ਅਨਪੜ੍ਹ ਲੋਕ ਇਹ ਬਹੁਤ ਔਖਾ ਹੈ ਸਿਸਟਮ ਬਣਾਇਆ। Now, Sarah ji, thank you. I got your point. Ranjit Maan ji, line number 5. ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਪੁੱਛਣਾ ਸੀਗਾ ਵੀ ਜਿੱਦਾਂ ਐਗਜ਼ਾਮਪਲ ਜਿਹੜਾ ਕਿਰਾਏਦਾਰ ਰਹਿੰਦਾ ਪੁਰਾਣਾ ਰਹਿ ਰਿਹਾ ਆ, ਥੋੜੇ ਇੰਚ ਫਾਈਨ ਰਹਿ ਰਿਹਾ ਆ, ਪਰ ਉਹ ਆਪੇ ਜਦੋਂ 2 ਬੈਡਰੂਮ ਦੀਆਂ ਬੇਸਮੈਂਟਾਂ ਦੇ ਕਿਰਾਏਦਾਰ ਰਹਿੰਦਾ ਆ, ਉਹਦਾ ਕੋਈ ਇੰਡੀਆ ਤੋਂ ਆਉਂਦਾ ਆਪੇ ਰੱਖੀ ਜਾਂਦਾ, ਆਪੇ ਕੱਢੀ ਜਾਂਦਾ। ਬੇਸਮੈਂਟ ਦਾ ਲੌਕ ਵੀ ਉਹਨੇ ਚੇਂਜ ਕਰ ਲਿਆ ਆਪਦੇ ਆਪ ਹੀ। ਉਹਦਾ ਫਿਰ ਕੀ ਕਰ ਸਕਦੇ ਆ ਤੁਸੀਂ? ਉਹਨੂੰ ਤੁਸੀਂ ਤੁਹਾਡੇ ਕੋਲੇ ਕੋਈ ਰਾਈਟਸ ਹੈਗਾ ਆ ਮਕਾਨ ਮਾਲਕ ਕੋਲੇ ਕਿ ਨਹੀਂ, ਜਿਹੜਾ ਵੀ ਤੇਰਾ ਕੋਈ ਆਉਂਦਾ ਆ ਉਹ ਮੈਂ ਨਹੀਂ ਰੱਖਣਾ ਜਾਂ ਤੇਰਾ ਉਹਦਾ ਕਿਰਾਇਆ ਵਧੂਗਾ? ਹੁਣੇ ਪੁੱਛਦੇ ਆ ਜੀ, ਹੁਣੇ ਪੁੱਛਦੇ ਆ। ਗੋਇਲ ਸਾਹਿਬ ਤੁਹਾਡਾ ਸਵਾਲ। ਹਾਂਜੀ ਨਮਸਕਾਰ ਜੀ ਗਿਲ ਸਾਹਿਬ ਜੀ। ਦੇਖੋ ਜੀ ਮੇਰਾ ਸਵਾਲ ਤਾਂ ਇਹ ਹੈ ਕਿ ਇਹ ਕਹਿੰਦੇ ਜੀ ਜਿਹੜਾ ਰਿਟਨ ਦੇ ਵਿੱਚ ਕਰ ਲਓ ਜੀ, ਫਿਰ ਅਸੀਂ ਐਂ ਕਰਵਾ ਦਾਂਗੇ, ਨੋਟਿਸ ਦੇ ਦਿਓ। ਜੇ ਕੋਰਟ ਆਰਡਰ ਹੋਵੇ ਤੇ $5800 ਲੈਣ ਵਾਲੇ ਸਕੂਲ ਟੀਚਰ ਆ ਉਹ, ਤੇ ਉਹ ਵਾਈਟ ਲੇਡੀ ਹੈਗੀ, ਤੇ ਜੋ ਕੋਰਟ ਤਾਂ ਕਹਿੰਦੀ ਪੈਸੇ ਦਿਓ, ਤੇ ਪੈਸੇ ਲਈਏ ਕੀ ਤੋਂ ਭਾਈ ਅਸੀਂ? ਇਹ ਤਾਂ ਗੱਲਾਂ ਕਰਦੇ ਆ ਵੀ ਕਾਗਜ਼ੀ ਕਾਰਵਾਈ ਕਰੋ ਜੀ, ਐ ਕਰੋ ਜੀ, ਉਹ ਕਰੋ ਜੀ। ਉਹ ਪੈਸੇ ਦਵਾਉਂਦਾ ਕੌਣ ਹੈ ਇਹ ਦੱਸੋ ਪਹਿਲਾਂ। ਜੇ $5800 ਲੈਣਾ ਲੈ, ਅੱਧੇ ਪੈਸੇ ਦੇ ਦਿਓ ਮੈਨੂੰ ਤੁਸੀਂ, ਮੈਂ ਤੁਹਾਨੂੰ ਕੋਰਟ ਆਰਡਰ ਦੇ ਦੇਣਾ ਉਸ ਲੇਡੀ ਦੇ, ਸਕੂਲ ਟੀਚਰ ਹੈਗੀ ਆ। ਸੋ ਇਸ ਕਰਕੇ ਇਹ ਜਿਹੜੇ ਡਿਪਾਰਟਮੈਂਟ ਹੈਗੇ ਨੇ ਜੀ, ਇਹ ਲਿਫਾਫੇ ਆ, ਕਰਦੇ ਕੁਛ ਨਹੀਂ। ਇਹ ਤਾਂ ਸਿਰਫ ਲੋਕਾਂ ਨੂੰ, ਜਿਹੜੇ ਹੁਣ ਕਿਰਾਏਦਾਰ ਹੈ, ਜਿਹੜੇ ਕਿਤੇ 12 ਮਹੀਨੇ ਦਾ ਕਿਰਾਇਆ ਦੇਣਾ ਪਊ, ਇਹਦਾ ਮਤਲਬ ਕਿ ਫਿਰ ਕਿਰਾਏ ਤੇ ਦਿਓ ਹੀ ਨਾ। ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਕਹ ਸੜਕ ਤੇ ਰਹੋ ਬਾਈ। ਇੱਕ ਪਾਸੇ ਕਹੀ ਜਾਂਦੇ ਆ ਵੀ ਜਿਹੜੇ ਲੋਕ ਆਉਂਦੇ ਆ ਉਹਨਾਂ ਦੀ ਹੈਲਪ ਕਰੋ, ਉਹਨਾਂ ਵਾਸਤੇ ਦਰਵਾਜ਼ੇ ਖੋਲੋ। ਉਹ ਦਰਵਾਜ਼ਾ ਖੋਲੀਏ ਕਿੱਥੋਂ? ਦਰਵਾਜ਼ੇ ਤਾਂ ਪਹਿਲਾਂ ਹੀ ਬੰਦ ਕਰਵਾਈ ਜਾਂਦੇ ਹੋ ਤੁਸੀਂ। ਤੁਹਾਡੇ ਕਾਨੂੰਨ ਹੀ ਇਹੋ ਜਿਹਾ। ਇੰਡੀਆ ਜਿਵੇਂ ਅਗਲਾ ਮਕਾਨ ਕਿਰਾਏ ਲੈ ਲੈਂਦਾ, ਮੁੜ ਕੇ ਕਹਿੰਦਾ ਜੀ ਫਿਰ ਅੱਧੇ ਪੈਸੇ ਲੈਣੇ ਆ ਤਾਂ ਠੀਕ ਹੈ, ਤੇ ਨਹੀਂ ਤਾਂ ਭਾਈ ਮਕਾਨ ਸਾਡਾ ਹੀ ਹੈ। ਸੋ ਇਸ ਕਰਕੇ ਇਹ ਕੰਮ ਇਹ ਕਰੀ ਜਾਂਦੇ ਇੱਥੇ। ਥੈਂਕ ਯੂ ਜੀ। ਪੁੱਛਦੇ ਹਾਂ ਗੋਇਲ ਸਾਹਿਬ। ਰੰਗੀਨਾ ਜੀ, ਤੁਸੀਂ ਗੁੱਸਾ ਵੇਖਿਆ ਕਮਿਊਨਿਟੀ ਦਾ। ਹਰ ਰੋਜ਼ ਅਸੀਂ 20-30 ਕਾਲਸ ਮੈਨੂੰ ਆਉਂਦੀਆਂ, ਨਾਲੇ ਮੇਰੇ ਕੋਲ ਕੋਈ ਜਗ੍ਹਾ ਨਹੀਂ, ਮੈਂ ਟੈਨੈਂਸੀ ਲਈ ਨਹੀਂ ਕੰਮ ਕਰਦਾ ਕਿਉਂਕਿ ਕਮਿਊਨਿਟੀ 'ਚ ਕੰਮ ਕਰਦੇ ਹਾਂ, ਸਾਡੀ ਜੌਬ ਹੈ। ਹੁਣ ਕਿਰਾਏਦਾਰ ਜਿਹੜੇ ਕਾਲੇ ਉਹਨਾਂ ਨੇ ਗੱਲ ਕੀਤੀ ਜਾਂ ਸਾਰਾ ਨੇ ਗੱਲ ਕੀਤੀ, ਹੁਣ ਕਸਤੂਰੀ ਗੋਇਲ ਜੀ ਕਹਿ ਕੇ ਗਏ ਸਤਿਕਾਰਤ ਸਾਡੇ, ਉਹ ਕਹਿੰਦੇ 5800 ਦੇ ਕੋਰਟ ਆਰਡਰ ਨੇ ਮੈਨੂੰ ਦਵਾਨੀ ਨਹੀਂ ਦਿੰਦੀ। ਕਾਲੇ ਸਾਹਿਬ ਕਹਿੰਦੇ ਕਾਗਜ਼ ਪੱਤਰਾਂ ਦੀ ਕਹਾਣੀ ਹੈ। ਉਹ ਕਿਰਾਏਦਾਰਾਂ ਨੂੰ ਢੰਗ ਆਉਂਦੇ ਨੇ, ਉਹ ਨੋਟਿਸ ਫੜਦੇ ਨਹੀਂ, ਉਹ ਦਰਵਾਜ਼ਾ ਨਹੀਂ ਖੋਲ੍ਹਦੇ, ਉਹ ਲੌਕ ਚੇਂਜ ਕਰਦੇ ਆ, ਉਹ ਬਿਨਾਂ ਪੁੱਛੇ ਭਾਰਤ ਤੋਂ ਆਏ ਚਾਚੇ ਤਾਇਆਂ ਨੂੰ ਨਾਲ ਰੱਖੀ ਜਾਂਦੇ ਆ। ਇਹਦਾ ਕੀ ਹੱਲ ਹੈ ਜੀ ਫਿਰ? ਨਹੀਂ ਗਿਲ ਸਾਹਿਬ, ਪਹਿਲਾਂ ਤਾਂ ਮੈਨੂੰ ਜਿਹੜੇ ਸਭ ਤੋਂ ਪਹਿਲਾਂ ਆਪਣੇ ਕਾਲਰ ਸੀ, ਆਈ ਥਿੰਕ ਕੈਲਾ ਜੀ ਉਹਨਾਂ ਦਾ ਨਾਮ ਸੀਗਾ, ਮੈਨੂੰ ਤੇ ਬੜਾ ਹੀ ਦੁੱਖ ਹੋਇਆ ਵੀ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਨੇ ਮੇਰੇ ਬਾਰੇ। ਮਤਲਬ ਤੁਸੀਂ ਕੀ ਸਮਝਦੇ ਹੋ ਵੀ ਮੈਂ ਕਦੀ ਮੈਂ ਤੁਹਾਨੂੰ ਕੀ ਲੱਗਦਾ ਵੀ ਮੈਂ ਕਿਰਾਏਦਾਰ ਨਹੀਂ ਰੱਖਿਆ? ਮੈਂ ਲੈਂਡਲੋਰਡ ਨਹੀਂ ਹੈਗੀ, ਮੈਨੂੰ ਵੀ ਪਤਾ ਆ। ਮੈਂ ਸਾਰਾ ਇਸ ਫੀਲਡ ਦੇ ਵਿੱਚ ਮੈਂ ਰਹਿੰਦੀ ਆ। ਪਹਿਲੀ ਗੱਲ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਇਨਸਲਟਿੰਗ ਕਮੈਂਟਸ ਪਾਓਗੇ ਤਾਂ ਫਿਰ ਮੈਂ ਅੱਜ ਤੋਂ ਬਾਅਦ ਰਿਫਿਊਜ਼ ਵੀ ਕਰ ਸਕਦੀ ਹਾਂ, ਕਿਉਂਕਿ ਮੈਂ ਆਪਣਾ ਟਾਈਮ ਖਰਚ ਕੇ ਇੱਥੇ ਆਉਣੀ ਆ। ਠੀਕ ਹੈ ਜੀ। ਜੇ ਤੁਸੀਂ ਇਸ ਤਰ੍ਹਾਂ ਮੈਨੂੰ ਇਨਸਲਟ ਕਰੋਗੇ ਤਾਂ ਫਿਰ ਤਾਂ ਮੇਰਾ ਰੇਡੀਓ ਸ਼ੋਅ ਤੇ ਆਉਣਾ ਬਹੁਤ ਔਖਾ ਆ। ਤੁਹਾਨੂੰ ਆਪੇ ਹੀ ਸਾਰਾ ਕੁਝ ਹੱਲ ਕਰਨਾ ਪੈਣਾ। ਜੇ ਤੁਸੀਂ ਕੰਟੀਨਿਊ ਰੱਖਣਾ ਹੈ ਇਹ ਸ਼ੋਅ ਤੇ ਪਲੀਜ਼ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਕਹੋ ਕਿ ਥੋੜਾ ਆਰਾਮ ਨਾਲ, ਮੇਰੀ ਨੌਕਰੀ ਹੈ, ਮੈਂ ਨੌਕਰੀ ਕਰਨੀ ਹੈ, ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਦੀ ਹਾਂ। ਤੁਸੀਂ ਜਿਹੜਾ ਕੰਮ ਕਰਦੇ ਹੋ ਤੁਸੀਂ ਉਹਦੇ 'ਚ ਬਹੁਤ ਅੱਛੇ ਕਹੋਗੇ, ਮੈਂ ਜਿਹੜਾ ਕੰਮ ਕਰਦੀ ਹਾਂ ਮੈਂ ਆਪਣੇ ਆਪ ਨੂੰ ਉਹਦੇ 'ਚ ਬਹੁਤ ਅੱਛਾ ਸਮਝਦੀ ਹਾਂ। ਮੈਂ ਜਿਹਨੂੰ ਵੀ ਰੈਪਰੈਜ਼ੈਂਟ ਕਰਦੀ ਹਾਂ ਉਹ ਮੇਰੀ ਪ੍ਰੋਬਲਮ ਹੈ, ਮੈਂ ਗਵਰਨਮੈਂਟ ਵਾਸਤੇ ਕੰਮ ਕਰਦੀ ਹਾਂ, ਮੈਂ ਤੁਹਾਡੇ ਬਿੱਲ ਨਹੀਂ ਦੇ ਸਕਦੀ, ਨਾ ਹੀ ਮੈਂ ਦੇਣੇ ਨੇ। ਠੀਕ ਹੈ ਜੀ। ਤੇ ਆਪਾਂ ਇੱਥੇ ਇਹਨਾਂ ਕੰਮਾਂ 'ਚ ਨਾ ਹੀ ਜਾਈਏ ਤੇ ਬਹੁਤ ਅੱਛਾ ਹੈ। ਸੋਲੂਸ਼ਨ ਦੀ ਗੱਲ ਕਰਨੀ ਚਾਹੀਦੀ ਹੈ। ਬੜੀ ਮਾੜੀ ਗੱਲ ਸੀਗੀ ਜਿਹੜੀ ਉਹਨਾਂ ਨੇ ਇਸ ਤੇ ਮੇਰੇ ਤੇ ਇਲਜ਼ਾਮ ਲਗਾਇਆ, ਉਹ ਗਲਤ ਗੱਲ ਸੀਗੀ ਉਹਨਾਂ ਦੀ ਕਰਨੀ। ਦੂਜੀ ਗੱਲ, ਹਾਂਜੀ ਮੈਂ ਐਕਸੈਪਟ ਕਰਦੀ ਹਾਂ ਕਿ ਪ੍ਰੋਸੈਸਿੰਗ ਟਾਈਮਸ ਜਿਹੜੇ ਨੇ ਸਾਡੇ ਉਹ ਬਹੁਤ ਪਿੱਛੇ ਨੇ, ਲੇਕਿਨ ਉਹਦੇ 'ਚ ਅਸੀਂ ਕੁਝ ਕਰ ਨਹੀਂ ਸਕਦੇ। ਅਸੀਂ ਤੁਹਾਨੂੰ ਇੰਨੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਕਿ ਤੁਸੀਂ ਉਹਨੂੰ ਆਪਣੇ ਵਾਸਤੇ ਕਿੰਨਾ ਸੌਖਾ ਕਰੋ ਤੇ ਕਿਸ ਤਰ੍ਹਾਂ ਸੌਖਾ ਕਰੋ। ਦੂਜੀ ਗੱਲ, ਜਿਹੜੇ ਸੈਰਾ ਜੀ ਨੇ ਕਿਹਾ ਵੀ ਹਾਂ ਤੁਸੀਂ ਨੋਟਿਸ ਕਰਦੇ ਹੋ ਤੇ ਉਹਦੇ ਬਾਅਦ ਦੇਖੋ ਜੀ ਅਸੀਂ ਪ੍ਰੋਸੈਸ ਕ੍ਰੀਏਟ ਕੀਤਾ ਹੈਗਾ ਆ। ਜੇ ਤੁਸੀਂ 10 day ਨੋਟਿਸ ਵਾਲੀ ਦੀ ਗੱਲ ਕਰ ਰਹੇ ਹੋ, as long as your paperwork is complete, you should be able to file for something called a direct request. The direct request process deals with your
non-payment of rent issues within 2 weeks. ਠੀਕ ਹੈ, ਸੋ ਮੈਂ ਇਹ ਪੰਜਾਬੀ ਚ ਵੀ ਦੱਸ ਦੇਵਾਂ। ਜੀ, ਜੇ ਤੁਸੀਂ 10 ਦਿਨ ਦਾ ਨੋਟਿਸ ਕਿਸੇ ਨੂੰ ਦਿੰਦੇ ਹੋ, ਸਾਨੂੰ ਪਤਾ ਹੈ ਕਿ ਇਸ ਕਮਿਊਨਿਟੀ ਦੇ ਵਿੱਚ ਜਾਂ ਹਰ ਕਮਿਊਨਿਟੀ ਦੇ ਵਿੱਚ ਜਾਂ BC ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਹੈ। ਔਰ ਇਹ ਵੱਡੀ ਪ੍ਰੋਬਲਮ ਇਸ ਕਰਕੇ ਬਣੀ ਕਿਉਂਕਿ ਥਾਵਾਂ ਘਟੀ ਜਾਂਦੀਆਂ ਨੇ, ਲੋਕੀ ਬਹੁਤ ਆਈ ਜਾਂਦੇ ਨੇ। ਇਹਦੇ ਚ ਹੁਣ ਗਵਰਨਮੈਂਟ ਦਾ ਕੀ ਕਸੂਰ ਹੈ, ਪਹਿਲਾਂ ਮੈਨੂੰ ਇਹ ਦੱਸੋ, ਜਾਂ ਸਾਡਾ ਕੀ ਕਸੂਰ ਹੈ? ਜੇ ਦੁਨੀਆ ਆਉਣਾ ਚਾਹੁੰਦੀ ਹੈ, BC ਚ ਰਹਿਣਾ ਚਾਹੁੰਦੀ ਹੈ, ਤੁਸੀਂ ਲੋਕਾਂ ਨੇ ਸਾਰਿਆਂ ਨੇ ਮਿਲ ਕੇ ਕਿਰਾਏ ਇੰਨੇ ਵਧਾਤੇ ਨੇ ਕਿ ਕੋਈ ਆਮ ਬੰਦਾ ਠਹਿਰ ਹੀ ਨਹੀਂ ਸਕਦਾ, ਤੇ ਤੁਸੀਂ ਆਪ ਦੱਸੋ ਵੀ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ? ਜਦੋਂ ਤੁਸੀਂ ਇੱਕ ਭਾਜੀ ਨੇ ਮੈਨੂੰ ਹੁਣੇ ਦੱਸਿਆ ਵੀ ਉਹ ਅਸੀਂ ਦਰਵਾਜ਼ੇ ਕਿਵੇਂ ਖੋਲੀਏ, ਗੋਇਲ ਸਾਹਿਬ ਨੇ ਵੀ ਅਸੀਂ ਦਰਵਾਜ਼ੇ ਕਿਵੇਂ ਖੋਲੀਏ ਜੇ ਤੁਸੀਂ ਹੈਲਪ ਨਹੀਂ ਕਰਨੀ। ਵੀ ਤੁਸੀਂ ਦਰਵਾਜ਼ੇ ਤਾਂ ਖੋਲਦੇ ਹੋ ਪਰ ਤੁਸੀਂ ਕਿਰਾਇਆ ਇੰਨਾ ਵਧਾ ਦਿੰਦੇ ਹੋ ਕਿਉਂਕਿ ਤੁਹਾਡੀ ਮੌਰਗੇਜ ਇੰਨੀ ਹਾਈ ਹੈ ਕਿ ਅਗਲਾ ਅਫੋਰਡ ਹੀ ਨਹੀਂ ਕਰ ਸਕਦਾ। ਜਦੋਂ ਮੈਂ ਕਿਹਾ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ, ਆਪਾਂ ਇੰਨੇ ਬਿਟਰ ਨਾ ਹੋਈਏ, ਮੇਰਾ ਮਤਲਬ ਇਹੀ ਸੀਗਾ ਕਿ ਥੋੜਾ ਜੈਨੂਇਨ ਕਿਰਾਇਆ ਰੱਖੋ। ਨਹੀਂ ਤੁਸੀਂ ਕਿਰਾਇਆ ਘਟਾ ਸਕਦੇ ਤਾਂ ਫਿਰ ਅਗਲੇ ਦੀ ਰੈਫਰੈਂਸ ਚੈੱਕ ਕਰੋ। ਤੁਸੀਂ ਇਹ ਚੈੱਕ ਕਰੋ ਵੀ ਅਗਲਾ ਇੰਨਾ ਰੈਂਟ ਅਫੋਰਡ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਇੰਪਲੋਇਰ ਦੀ ਰੈਫਰੈਂਸ ਲਵੋ, ਤੁਸੀਂ ਅਗਲੇ ਤੋਂ ਇੰਪਲੋਇਰ ਦੀ ਰੈਫਰੈਂਸ ਲਵੋ ਵੀ ਤੁਸੀਂ ਭਾਜੀ ਕਿੱਥੇ ਕੰਮ ਕਰਦੇ ਹੋ ਜਾਂ ਭੈਣ ਜੀ ਕਿੱਥੇ ਕੰਮ ਕਰਦੇ ਹੋ। ਜਿਹੜਾ ਇਹਨਾਂ ਦੀ ਆ ਟੀਚਰ ਹੈਗੀ ਆ, ਇਹ ਜਦੋਂ ਤੁਸੀਂ ਸਮਾਲ ਕਲੇਮਸ ਕੋਰਟ ਜਾਂਦੇ ਹੋ ਉੱਥੇ ਉਹਨਾਂ ਨੂੰ ਪੂਰਾ ਹੱਕ ਹੈਗਾ ਆ ਟੂ ਗਾਰਨਿਸ਼ੀ ਦ ਵੇਜਸ ਉਸ ਟੀਚਰ ਦੀਆਂ ਗਾਰਨਿਸ਼ੀ ਹੋ ਸਕਦੀਆਂ ਨੇ ਜੇ ਤੁਹਾਡੇ ਕੋਲ ਮੋਨਿਟਰੀ ਆਰਡਰ ਹੈਗਾ ਆ। ਹੁੰਦਾ ਕੀ ਹੈ ਕਿ ਪ੍ਰੋਸੈਸ ਇੰਨਾ ਲੰਬਾ ਹੋ ਜਾਂਦਾ ਹੈ, ਇੰਨਾ ਖਿੱਚਿਆ ਜਾਂਦਾ ਹੈ ਕਿ ਆਪਣੀ ਜਨਤਾ ਅੱਗੇ ਵਧਣ ਨੂੰ ਜਾਂ ਅੱਗੇ ਪੇਪਰ ਵਰਕ ਕਰਨ ਨੂੰ ਅੱਗੇ ਹੀ ਨਹੀਂ ਆਉਂਦੀ, ਤੰਗ ਆ ਜਾਂਦੇ ਆ ਆਪਾਂ ਸਾਰੇ। ਔਰ ਮੈਂ ਤੁਹਾਡੇ ਸਾਰਿਆਂ ਦੇ ਨਾਲ ਆ ਕਿ ਹਾਂ ਇਹ ਪ੍ਰੋਸੈਸ ਬੜਾ ਹੀ ਲੰਬਾ ਹੋ ਜਾਂਦਾ ਹੈ, ਆਪਾਂ ਇੰਨੇ ਤੰਗ ਆ ਜਾਈਦੀ, ਆਪਾਂ ਕਹਿੰਦੇ ਆ ਮਾਰ ਗੋਲੀ, ਮੈਨੂੰ ਨਹੀਂ ਚਾਹੀਦੇ ਤੇਰਾ ਪੈਸਾ, ਮੇਰੇ ਤੋਂ ਇਹ ਸਭ ਕੁਝ ਨਹੀਂ ਹੁੰਦਾ। ਠੀਕ ਹੈ, ਸੋ ਇਹ ਪ੍ਰੋਸੈਸ ਹੈਗਾ ਆ। ਹੁਣ ਸਾਡੀ ਜਿਹੜੀ ਐਸੋਸੀਏਸ਼ਨ ਹੈ ਜਾਂ ਸਾਡੀ ਜਿਹੜਾ ਡਿਪਾਰਟਮੈਂਟ ਹੈ ਉਹ ਲਿਮਿਟਿਡ ਹੈਗਾ। ਅਸੀਂ ਤੁਹਾਨੂੰ ਆਰਡਰ ਆਫ ਪੋਜੈਸ਼ਨ ਦੇ ਸਕਦੇ ਹਾਂ ਜਿਹੜਾ ਤੁਸੀਂ ਕੋਰਟ 'ਚ ਲੈ ਕੇ ਜਾਓਗੇ ਤੇ ਬੇਲਿਫ ਤੁਹਾਨੂੰ ਕਰਨਾ ਪਊਗਾ। ਇਲੀਗਲ ਮੈਟਰਸ ਹੈਗੇ ਨੇ, ਇਹਦੇ 'ਚ ਕੁਝ ਚੇਂਜ ਨਹੀਂ ਕਰ ਸਕਦੇ, ਜਿੰਨੀ ਮਰਜ਼ੀ ਕੱਪ ਪਾ ਲਓ ਇਹ ਚੇਂਜ ਨਹੀਂ ਹੋਣੇ। ਸੋ ਲੈਟਸ ਜਸਟ ਵਰਕ ਵਿਦ ਦ ਪ੍ਰੋਸੈਸ। ਵਾਈ ਇੰਨਾ ਰੌਲਾ ਪਾਉਣਾ when we can't change the process? ਜੋ ਲੀਗਲ ਹੈਗਾ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋ। ਮੋਨਿਟਰੀ ਆਰਡਰ ਤੁਹਾਡੇ ਕੋਲ ਹੈਗਾ ਤੇ ਬਾਹਰ ਵਾਲੀਆਂ ਜਿਹੜੀਆਂ ਏਜੰਸੀਜ਼ ਨੇ ਉਹ ਵੀ ਕਲੈਕਸ਼ਨ ਕਰਦੀਆਂ ਨੇ। ਤੁਸੀਂ ਥੋੜਾ ਜਿਹਾ ਪੈਸਾ ਘੱਟ ਤੁਹਾਨੂੰ ਮਿਲੂਗਾ ਬਟ ਉਹ ਇੱਕ ਹਿੱਸਾ ਲੈ ਕੇ, ਇੱਕ ਪਰਸੈਂਟੇਜ ਲੈ ਕੇ ਤੁਹਾਨੂੰ ਕਲੈਕਸ਼ਨ ਏਜੰਸੀ ਨੂੰ ਵੀ ਤੁਸੀਂ ਦੇ ਸਕਦੇ ਹੋ ਆਰਡਰ ਤੇ ਉਹ ਵੀ ਤੁਹਾਡੇ ਬਿਹਾਫ ਤੇ ਕਲੈਕਟ ਕਰ ਸਕਦੇ ਨੇ। ਸੋ ਇਹ ਆਪਸ਼ਨਸ ਬਾਹਰ ਹੈਗੀਆਂ ਨੇ। ਰੰਗੀਨਾ ਜੀ, ਤੁਸੀਂ ਹੁਣ ਇਹਦੇ ਵਿੱਚ ਦੀ ਹਰ ਰੋਜ਼ ਲੰਘਦੇ ਹੋ, ਇਹ ਗੱਲ ਕਿਤੇ ਇਹ ਕਿਤੇ ਇਹਦਾ ਕੋਈ ਬੇਸ ਹੈ ਵੀ ਮੰਨ ਲਓ ਵੀ ਅੱਜ ਸਰੀ 'ਚ 1500 ਰੈਂਟ ਆ 2 ਬੈਡਰੂਮ ਦਾ, ਕੋਈ ਬੰਦਾ ਜਨਰਸ ਹੋ ਕੇ ਵੀ ਯਾਰ ਮੇਰੇ ਭਾਈਚਾਰੇ ਦੇ ਨੇ, ਮੇਰੇ ਪੰਜਾਬ ਤੋਂ ਆਏ ਨੇ, ਮੈਂ ਤਾਂ 1100 ਹੀ ਲੈਣਾ, ਉੱਥੇ ਵੀ ਮੁਸ਼ਕਲ ਪੈਂਦੀ ਹੈ ਜਾਂ ਉੱਥੇ ਕੋਈ ਮੁਸ਼ਕਲ ਨਹੀਂ ਪੈਂਦੀ? ਦੇਖੋ ਹੁਣ ਇਹੀ ਗੱਲ ਹੈ ਵੀ ਆਪਾਂ ਜਦੋਂ ਥੋੜਾ ਜਿਹਾ ਵੀ ਕਿਸੇ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਉਹਦਾ ਕਿਰਾਇਆ ਥੋੜਾ ਘਟਾ ਵੀ ਸਕਦੇ ਹਾਂ, ਕਰਦੇ ਵੀ ਹਾਂ। ਆਪਾਂ ਕਈ ਲੋਕਾਂ ਵਾਸਤੇ ਕਰਦੇ, ਮੈਂ ਆਪ ਕਰਦੀ ਹਾਂ। ਮੈਨੂੰ ਸਟੂਡੈਂਟਸ ਨਾਲ ਬਹੁਤ ਹੈਗਾ ਆ। ਠੀਕ ਆ, ਸਾਡੇ ਵਿਕਟੋਰੀਆ 'ਚ ਇੰਨੇ ਆਪਣੇ ਸਟੂਡੈਂਟ ਨਹੀਂ ਹੈਗੇ ਲੇਕਿਨ ਕੈਸਾ ਵੀ ਸਟੂਡੈਂਟ ਹੋਇਆ ਤੇ ਮੈਂ ਸਟੂਡੈਂਟਸ ਨੂੰ ਹਮੇਸ਼ਾ, ਕਿਉਂਕਿ ਉਹਨਾਂ ਦਾ ਜਿਹੜਾ ਸਭ ਤੋਂ ਔਖਾ ਰੋਲ ਹੈ ਇਸ ਵੇਲੇ, ਉਹਨਾਂ ਦਾ ਫਿਊਚਰ ਸਾਰਾ ਜਿਹੜਾ ਪੜ੍ਹਾਈ ਤੇ ਬੇਸਡ ਹੈ। ਉਹ ਪੜ੍ਹਨਗੇ ਤਾਂ ਅੱਗੇ ਵਧਣਗੇ, ਕਮਾਈਆਂ ਹੋਣਗੀਆਂ ਤੇ ਟੈਕਸ ਘਟਣਗੇ। ਦੇयर इज अ लॉट ऑफ थिंग्स दैट आई थिंक अबाउट। ਸੋ ਸਟੂਡੈਂਟਸ ਨੂੰ ਮੈਂ ਹਮੇਸ਼ਾ ਥੋੜੀ ਜਿਹੀ ਆਪਣੇ ਕਿਰਾਏ ਦੇ ਦੇਣ ਤੋਂ ਪਹਿਲਾਂ ਬ੍ਰੇਕ ਦਿੰਦੀ ਹਾਂ। ਇਹ ਮੇਰਾ ਆਪਣਾ ਓਪੀਨੀਅਨ ਹੈ, ਤੁਹਾਡਾ ਜ਼ਰੂਰੀ ਨਹੀਂ ਵੀ ਇਹੀ ਹੋਵੇ। ਬੱਚੇ ਵਾਲਿਆਂ ਨੂੰ ਮੈਂ ਥੋੜਾ ਜਿਹਾ ਬ੍ਰੇਕ ਦੇ ਦਿੰਦੀ ਹਾਂ ਬਟ ਪੇਪਰ ਵਰਕ ਕਰਨ ਤੇ ਮੈਂ ਵੀ ਪਿੱਛੇ ਨਹੀਂ ਰਹਿੰਦੀ। ਉਦੋਂ ਜਦੋਂ ਕਰਨਾ ਪੈਂਦਾ ਉਹ ਕਰਨਾ ਪੈਂਦਾ। ਤੁਸੀਂ ਕੀ ਸਮਝਦੇ ਹੋ ਮੇਰੇ ਨਾਲ ਨਹੀਂ ਕਦੀ ਏਦਾਂ ਹੋਇਆ? ਮੇਰੇ ਨਾਲ ਵੀ ਹੋਇਆ। ਮੇਰੀ ਬੇਸਮੈਂਟ ਦੇ ਵਿੱਚ ਵੀ ਬਹੁਤ ਨੁਕਸਾਨ ਹੋ ਜਾਂਦਾ, ਮੇਰੀ ਬੇਸਮੈਂਟ ਦੇ ਵਿੱਚ ਵੀ ਲੋਕੀ ਸਮਾਨ ਛੱਡ ਜਾਂਦੇ ਨੇ, ਪਰ ਹੁਣ ਕਰਨਾ ਪੈਣਾ, ਕੀ ਕਰੋਗੇ? ਉਹਦੇ ਬਿਨਾਂ ਕੰਮ ਨਹੀਂ ਚੱਲਦਾ। ਇਸ਼ੂ ਹੋਣਗੇ ਨਹੀਂ, ਰੈਂਟ ਨਾ ਕਰੋ, ਇਹੀ ਹੋ ਸਕਦਾ। ਨਾ ਕਰੋ, ਹਾਂਜੀ ਨਾ ਕਰੋ ਫਿਰ ਤੁਸੀਂ। ਠੀਕ ਹੈ, ਜੇ ਕਰਨਾ ਹੈ ਤਾਂ ਪਲੀਜ਼ ਅਗਲੇ ਦੀ ਰੈਫਰੈਂਸ ਚੈੱਕ ਕਰੋ। ਸਭ ਤੋਂ ਪਹਿਲਾਂ ਇਹ ਪਤਾ ਕਰੋ ਵੀ ਅਗਲਾ ਅਫੋਰਡ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਜੇ ਤੁਸੀਂ ਕਿਰਾਇਆ ਇੰਨਾ ਮੰਗ ਰਹੇ ਹੋ, ਅਗਲੇ ਦੇ ਇੰਪਲੋਇਰ ਤੋਂ ਪੁੱਛੋ। ਹੁਣ ਸਿੱਧਾ ਇਹ ਨਹੀਂ ਤੁਸੀਂ ਪੁੱਛ ਸਕਦੇ ਵੀ ਜੇ ਮੇਰੀ ਇੰਨੀ ਬੇਸਮੈਂਟ ਹੈ, ਇਹ ਕਿਰਾਏ, ਇਹਦੀ ਇਨਕਮ ਕੀ ਹੈ, ਤੁਸੀਂ ਇਹ ਨਹੀਂ ਪੁੱਛ ਸਕਦੇ। ਲੇਕਿਨ ਤੁਸੀਂ ਘੁਮਾ ਕੇ ਕੁਐਸਚਨ ਪੁੱਛ ਸਕਦੇ ਹੋ ਵੀ ਜੀ ਮੈਂ ਕਿਰਾਇਆ ਇੰਨਾ ਲੈਣਾ ਹੈ, ਤੁਹਾਨੂੰ ਲੱਗਦਾ ਹੈ ਵੀ ਇਹਦੀ ਇਨਕਮ ਦੇ ਵਿੱਚ ਇੰਨਾ ਕਿਰਾਇਆ ਦੇ ਸਕਦਾ ਹੈ ਭਾਈ ਜਾਂ ਬੰਦਾ ਜਾਂ ਜੋ ਵੀ ਹੈ ਪਾਰਟੀ? ਲਓ ਜੀ, ਹੋਰ ਸਵਾਲ ਲਈਏ। ਸਾਰਿਆਂ ਨੂੰ ਮੈਂ ਬੇਨਤੀ ਪਹਿਲਾਂ ਹੱਥ ਜੋੜ ਕੇ ਕਰ ਦੇਵਾਂ। ਰੰਗੀਨਾ ਸਿੱਧੂ ਹੋਣੀ ਸਾਡੇ ਸਤਿਕਾਰਤ ਨੇ, ਉਹਨਾਂ ਨੂੰ ਮੈਂ ਬੇਨਤੀ ਨਾਲ ਲੈ ਕੇ ਆਇਆ। ਤੇ ਇੱਜ਼ਤ ਦਾ ਜਿਹੜੀ ਇੱਕ ਲਾਈਨ ਹੈ, ਉਹ ਇੱਜ਼ਤ ਦੀ ਲਾਈਨ ਨਹੀਂ ਟੁੱਟਣੀ ਚਾਹੀਦੀ। ਉਹ ਇੱਕ ਗਵਰਨਮੈਂਟ ਟੈਨੈਂਸੀ ਜਿਹੜੀ ਬ੍ਰਾਂਚ ਆ, ਉਹਦੇ ਵਿੱਚ ਇਨਫੋਰਮੇਸ਼ਨ ਅਫੀਸਰ ਨੇ। ਉਹ ਕੋਈ ਇਉਂ ਨਹੀਂ ਹੈ ਵੀ ਤੁਹਾਡਾ ਬੰਦਾ ਫੜ ਕੇ ਹੱਥੋਂ ਫੜ ਕੇ ਬਾਹਰ ਕੱਢ ਦੇਣਗੇ। ਸਵਾਲ ਕਰੋ, ਪਰ ਸਵਾਲ
ਲਈ ਤੁਹਾਡੀ ਭਾਸ਼ਾ ਦੇ ਲਈ ਮੈਂ ਬੰਦੇ ਉਹਨਾਂ ਨੂੰ ਲੈ ਕੇ ਆਇਆ ਬੇਨਤੀ ਕਰਕੇ ਸਤਿਕਾਰਤ ਰਹੋ। ਮੈਂ ਜਦ ਪਹਿਲਾਂ ਵੀ ਕਾਲਰ ਜਦ ਗਰਮ ਹੋਏ ਮੈਂ ਉਹਨੂੰ ਰੋਕਿਆ ਵੀ ਨਾ ਇਸ ਤਰ੍ਹਾਂ ਨਹੀਂ ਤੁਸੀਂ ਕਰ ਸਕਦੇ, ਸਾਡੇ ਉਹ ਗੈਸਟ ਨੇ, ਮੈਂ ਹੋਸਟ ਹਾਂ, ਤੁਹਾਡਾ ਵੀ ਸਤਿਕਾਰ ਹੈ ਉਹਨਾਂ ਦਾ ਵੀ ਸਤਿਕਾਰ ਹੈ। ਤੁਸੀਂ ਗੱਲ ਕਰੋ ਤਰਕ ਨਾਲ ਬਈ ਆਹ ਜੀ ਦੱਸੋ, ਆਹ ਦੱਸੋ, ਆਹ ਦੱਸੋ, ਗਰਮ ਨਾ ਹੋਵੋ ਪਲੀਜ਼, ਸੁਣੋ ਸਾਰੀ ਗੱਲ। ਰਣਜੀਤ ਜੀ ਲਾਈਨ ਨੰਬਰ 1। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਂਡ ਗੈਸਟ ਨੂੰ ਵੀ ਹੈਲੋ। ਇਹ ਮੈਂ ਇੱਕ ਗੱਲ ਪੁੱਛਣੀ ਸੀਗੀ, ਸਾਡਾ ਜੀ ਟੈਨੈਂਟ ਸੀਗਾ ਇੱਕ ਰਾਈਟ, ਉਹਨੇ ਸਾਨੂੰ ਅਗਸਤ ਦਾ ਕਿਰਾਇਆ ਨਹੀਂ ਦਿੱਤਾ ਤਾਂ ਡਿਊ ਟੂ ਕਹਿੰਦਾ ਹੈਲਥ ਰੀਜ਼ਨਸ ਨੇ ਮੈਨੂੰ ਹਾਰਟ ਅਟੈਕ ਹੋਇਆ ਰਾਈਟ ਸਮਥਿੰਗ ਲਾਈਕ ਦੈਟ, ਐਂਡ ਵੀ ਉਹਨੇ ਫਿਰ ਬਾਅਦ ਚ ਕਨਫੈਸ ਕਰ ਲਿਆ ਕਿ ਨਹੀਂ ਬਈ ਐ ਕੁਛ ਨਹੀਂ ਹੋਇਆ ਸੀਗਾ, ਵੀ ਅਸੀਂ ਮੈਂ ਗੈਂਬਲਿੰਗ ਕਰਦਾ ਸੀ ਬਲਾ ਬਲਾ ਜੋ ਵੀ ਹੈ ਰਾਈਟ। ਤਾਂ ਫਿਰ ਜਦੋਂ ਅਸੀਂ ਉਸ ਤੋਂ ਰੈਂਟ ਨਹੀਂ ਲਿਆ ਤਾਂ ਐਂਡ ਕੀ ਹੋਇਆ ਬਸ ਦੇ ਵਿੱਚ ਉਹਨੇ ਆਪਣੇ ਆਪ ਜਿਵੇਂ ਕਿ ਐਜ਼ ਅ ਓਨਰ ਪੋਰਟਰੇ ਕਰਕੇ ਵੀ ਉਹ ਰੂਮ ਉਹਦਾ ਹੈਗਾ, ਕੰਟਰੋਲ ਉਹਦਾ। ਹੈਲੋ ਹਾਂਜੀ ਹਾਂ ਸੁਣ ਰਿਹਾ ਮੈਂ, ਤਾਂ ਛੇਤੀ ਕਰੋ ਦੱਸੋ। ਹਾਂਜੀ ਤਾਂ ਉਹ ਕਹਿੰਦਾ ਕਿ ਉਹਨੇ ਫੇਸਬੁੱਕ ਤੇ ਐਡ ਪਾ ਦੀਆਂ ਕਿ ਐਂਡ ਹੀ ਸਟਾਰਟ ਕਲੈਕਟਿੰਗ ਰੈਂਟ ਆਲਸੋ ਡਿਪੋਜ਼ਿਟ ਐਂਡ ਉਹਨਾਂ ਤੋਂ ਉਹਨੇ ਪੈਸਾ ਵੀ ਲੈ ਲਿਆ। ਗੋਟ ਇਟ, ਤੁਹਾਡਾ ਪੁਆਇੰਟ ਮਿਲ ਗਿਆ ਜੀ। ਮੈਨੂੰ ਪੁੱਛਦੇ ਹਾਂ ਅਮਰਿੰਦਰ ਧਾਲੀਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ। 2 ਮਿੰਟ ਲਊਂਗਾ ਮੈਂ ਪਲੀਜ਼। ਇੰਨਾ ਸਮਾਂ ਨਹੀਂ ਜੀ ਹੈ, ਸਵਾਲ ਪੁੱਛ ਲਓ। $20,000 ਮੇਰੇ ਗਵਾਂਢੀ ਦਾ ਲੱਗ ਗਿਆ। ਕਾਹਦੇ ਲਈ? ਉਹ ਕੱਢਣ ਲਈ ਕਿਰਾਏਦਾਰ ਨੂੰ। ਠੀਕ ਹੈ ਜੀ। ਉਹ ਬਾਹਰੋਂ ਅੰਦਰੋਂ ਕੱਢਤੀ, ਉਹ ਬਾਹਰ ਟੈਂਟ ਲਾ ਕੇ ਬਹਿ ਗਈ। ਨੰਬਰ 1 ਪਾਸਾ ਤਾਂ ਇਹ ਹੋ ਗਿਆ। ਅਸੀਂ ਜੋ ਕੀਤਾ, ਜੋ ਆਪਣੀ ਮਤਲਬ ਕਿ ਨੀਚੇ ਰੱਖਿਆ ਕਿਰਾਏਦਾਰ ਨੂੰ, ਅਸੀਂ ਪੂਰਾ ਲੀਗਲੀ ਤਰੀਕੇ ਨਾਲ ਕੰਟਰੈਕਟ ਸਾਈਨ ਕੀਤਾ ਉਹਦੇ ਨਾਲ। ਅੱਛਾ ਜੀ। ਗਵਰਨਮੈਂਟ ਦੇ ਜੋ ਇਹਨਾਂ ਨੇ ਦੱਸਿਆ ਜਿਹਨੇ ਜਾ ਕੇ ਵੈਬਸਾਈਟ ਤੇ ਅਸੀਂ ਪੂਰਾ ਉਹਦੇ ਨਾਲ ਕਰਕੇ ਰੱਖਿਆ। ਜੇ ਉਹਨਾਂ ਨੇ ਇਹ ਕੀਤਾ ਹੁੰਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਇੰਨਾ ਲੰਮਾ ਸਫ਼ਰ ਤੇ ਪੈਸਾ ਆਪਣਾ ਬਰਬਾਦੀ ਤੋਂ ਬਚ ਸਕਦੇ ਸੀ ਉਹ। ਬਿਲਕੁਲ ਠੀਕ ਹੈ ਜੀ। ਮਨੋਜ ਜੀ ਲਾਈਨ ਨੰਬਰ 4। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਮੈਨੂੰ ਲੱਗਦਾ ਜਿਹੜੀ ਇਹ ਗੱਲ ਦਾ ਸੋਲਿਊਸ਼ਨ ਹੈ ਨਾ, ਮੈਂ ਐਕਚੁਅਲੀ ਆਸਟ੍ਰੇਲੀਆ ਰਹਿੰਦਾ ਸੀਗਾ। ਅੱਛਾ ਜੀ। ਅਸੀਂ ਚਾਹੇ ਉੱਥੇ 1 ਬੈਡਰੂਮ ਲੈਣਾ ਚਾਹੇ 2 ਬੈਡਰੂਮ, ਜਿੰਨਾ ਵੀ ਬੜਾ ਘਰ ਲੈਣਾ ਹੈ ਉਹ ਰੀਅਲ ਸਟੇਟ ਦੇ ਥਰੂ ਹੁੰਦਾ ਸੀਗਾ ਤੇ ਪ੍ਰੋਪਰ ਉਹ ਤੁਹਾਡੀ ਡਾਕੂਮੈਂਟੇਸ਼ਨ ਲੈਂਦੇ ਸੀਗੇ। ਤੁਹਾਨੂੰ ਦੇਣ ਤੋਂ ਪਹਿਲਾਂ ਇੰਸਪੈਕਸ਼ਨ ਹੁੰਦੀ ਸੀ ਪ੍ਰਾਪਰਟੀ ਦੀ। ਆਫਟਰ 1 or 2 months ਉਹ ਨੋਟਿਸ ਦਿੰਦੇ ਸੀਗੇ ਇੰਸਪੈਕਸ਼ਨ ਦਾ। ਕੋਈ ਲੌਕ ਚੇਂਜ ਕਰਨਾ ਹੈ, ਕੋਈ ਪਲੰਬਿੰਗ ਦਾ ਪੁਆਇੰਟ ਹੋਣਾ, ਸਾਰਾ ਰੀਅਲ ਸਟੇਟ ਦੇ ਥਰੂ ਹੋਣਾ। ਵੈਰੀ ਗੁੱਡ। ਤੇ ਉਹਦੇ ਵਿੱਚ ਤੁਹਾਨੂੰ ਰਸੀਦਾਂ ਵੀ ਮਿਲਦੀਆਂ ਸੀਗੀਆਂ ਸਾਰੀਆਂ, ਵੀ ਤੁਸੀਂ ਕਿੰਨਾ ਪੇ ਕਰ ਰਹੇ ਹੋ, ਮੰਥਲੀ ਕਰ ਰਹੇ ਹੋ, ਵੀਕਲੀ ਪੇ ਕਰ ਰਹੇ ਹੋ। ਤੇ ਉਹ ਚੀਜ਼ਾਂ ਦਾ ਸਾਰਾ ਰਿਕਾਰਡ ਹੁੰਦਾ, ਫਿਰ ਉਹ ਤਾਂ ਹੀ ਅੱਗੇ ਤੁਹਾਨੂੰ ਕਿਤੇ ਹੋਰ ਘਰ ਮਿਲਦਾ ਹੁੰਦਾ ਸੀ। ਥੈਂਕ ਯੂ ਮਨੋਜ ਜੀ। ਸੁਖੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਦੇਖੋ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਇਹਦੇ ਵਿੱਚ। ਰਬੀਨਾ ਜੀ ਹੋਣੀ ਸਹੀ ਆ ਆਪਣੇ, ਸੋ ਕਈ ਜਿਹੜੇ ਕਾਲਰ ਆਏ ਸੋ ਉਹ ਗਲਤ ਕਹਿ ਰਿਹਾ। ਸੋ ਦੇਖੋ ਜਦੋਂ ਤੁਸੀਂ ਰੈਂਟ ਤੇ ਦੇਣਾ ਹੈਗਾ ਤੁਸੀਂ ਇਹ ਆਪ ਹੀ ਚੈੱਕ ਕਰਨਾ। ਹੁਣ ਮੈਂ ਵੀ ਪ੍ਰਾਪਰਟੀਆਂ ਰੈਂਟ ਤੇ ਦਿੰਦਾ, ਪਰ ਮੈਂ ਹਮੇਸ਼ਾ ਜਾਂਦਾ ਨਹੀਂ, ਮੈਨੂੰ ਹਾਇਰ ਕਰ ਲੈਣਾ ਹੁੰਦਾ ਜਾਂ ਮੈਂ ਉਹਨਾਂ ਦਾ ਹਾਇਰ ਕਰਕੇ ਉਹ ਚੈੱਕ ਕਰਦੇ। ਈਵਨ ਅਸੀਂ ਪੇਰੋਲ ਵੀ ਚੈੱਕ ਕਰਦੇ ਹਾਂ, ਅਸੀਂ ਉਹਨਾਂ ਦਾ ਕ੍ਰਿਮੀਨਲ ਰੈਕਡ ਵੀ ਚੈੱਕ ਕਰਦੇ ਹਾਂ ਤੇ ਬਕਾਇਦਾ ਆਪਣਾ ਇੱਕ ਟੈਨੈਂਸੀ ਆਪਣੀ ਐਗਰੀਮੈਂਟ ਸਾਈਨ ਹੁੰਦਾ ਹੈਗਾ। ਉਸ ਤੋਂ ਬਾਅਦ ਅਸੀਂ ਦਿੰਦੇ ਹਾਂ। ਅੱਜ ਤੱਕ ਕਦੇ ਭਾਜੀ ਪ੍ਰੋਬਲਮ ਨਹੀਂ ਪਈ ਹੈਗੀ। ਸੋ ਈਵਨ ਜੇ ਮੈਨੇਜਮੈਂਟ ਦੇ ਕੇਸ ਆਪਣੇ ਉਹ ਚਾਰਜ ਨਹੀਂ ਕਰਦੇ ਆ, ਪਰ ਤੁਹਾਨੂੰ ਜਿਹੜਾ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਤੁਹਾਡੇ ਕੋਈ ਰੈਂਟ ਮਤਲਬ। ਬਿਲਕੁਲ ਜੀ। ਉਹ ਥੋੜਾ ਜਿਹਾ ਉਹਨਾਂ ਦਾ ਗੁਰਦੀਪ ਕੌਰ ਜੀ ਆਖਰੀ ਕਾਲਰ ਲਾਈਨ ਨੰਬਰ 6। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਵੀਰ ਜੀ, ਸਾਡੇ ਐਕਚੁਅਲੀ ਅਸੀਂ ਟੈਨੈਂਸੀ ਐਗਰੀਮੈਂਟ ਵੀ ਸਾਰੀ ਕੀਤੀ ਹੈਗੀ ਸੀਗੀ, ਪਰ ਸਾਨੂੰ ਹੁਣ ਪਤਾ ਚੱਲਿਆ ਬਿਕਾਜ਼ ਸਾਡੇ ਨੇਬਰਸ ਦੇ ਨਾਲ ਇਸ਼ੂਜ਼ ਹੋ ਰਹੇ ਆ ਤੇ ਜਿਹੜਾ ਸਾਡਾ ਟੈਨੈਂਟ ਹੈਗਾ ਉਹ ਕ੍ਰਿਮੀਨਲ ਰੈਕਡ ਉਹਦਾ ਕਾਫੀ ਜ਼ਿਆਦਾ ਹੈਗਾ ਆ ਤੇ ਇਸ ਵੇਲੇ ਉਹ ਰੈਂਟ ਵੀ ਨਹੀਂ ਪੇ ਕਰ ਰਿਹਾ ਹੈਗਾ ਤੇ ਉਹ ਕਾਫੀ ਇਸ਼ੂ ਸਾਡੇ ਨੇਬਰਸ ਦੇ ਵੀ ਹੋ ਚੁੱਕੇ ਹੈਗੇ ਨੇ ਤੇ ਪੁਲਿਸ ਐਵਰੀ ਡੇ ਆਲਮੋਸਟ ਟਵਾਈਸ ਅ ਡੇ ਆ ਰਹੀ ਹੈ ਤੇ ਅਸੀਂ ਤੁਹਾਨੂੰ ਪੁੱਛਣਾ ਸੀ ਵੀ ਇਹਦਾ ਕੀ ਹੋ ਸਕਦਾ ਆ। ਰੰਗੀਨਾ ਜੀ, ਹੁਣ ਆਸਟ੍ਰੇਲੀਆ ਦਾ ਇੱਕ ਮਾਡਲ ਦਿੱਤਾ, ਚਲੋ ਇੱਥੇ ਪੋਸੀਬਲ ਹੈ ਨਹੀਂ। ਨਹੀਂ ਆਪਾਂ ਗੱਲ ਕਰਦੇ ਹਾਂ ਇਸ ਬਾਰੇ। ਬਹੁਤ ਅੱਛਾ ਪੁਆਇੰਟ ਸੀਗਾ। ਦੱਸੋ। ਹਾਂ, ਬਹੁਤ ਅੱਛਾ ਪੁਆਇੰਟ ਸੀਗਾ। ਪਹਿਲੀ ਗੱਲ ਤਾਂ ਜਿਨ੍ਹਾਂ ਨੇ ਉਹ ਦੱਸਿਆ ਕਿ ਜਿਹੜੇ ਕਿਰਾਏਦਾਰ ਬਾਹਰ ਬੈਠੇ ਰਹੇ ਜਾਂ ਟੈਂਟ ਲਾ ਕੇ, ਹੁਣ ਇਹਦੇ ਵਿੱਚ ਕੀ ਕਰ ਸਕਦੇ ਆ? ਅਗਲੇ ਬੰਦੇ ਦਾ ਕੈਰੈਕਟਰ ਇਹੋ ਜਿਹਾ ਤੇ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕੁਛ ਨਹੀਂ ਕਰ ਸਕਦੇ, ਅਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਪੁਲਿਸ ਨੂੰ ਬੁਲਾ ਸਕਦੇ ਹੋ, ਤੁਹਾਡੀ ਪ੍ਰਾਪਰਟੀ ਤੇ ਉਹ ਟ੍ਰੈਸਪੈਸਰ ਹੈਗਾ। ਜੇ ਤੁਹਾਡੇ ਕੋਲ ਆਰਡਰ ਆਫ ਪੋਜੈਸ਼ਨ ਹੈਗਾ ਆ ਸਾਡੇ ਡਿਪਾਰਟਮੈਂਟ ਤੋਂ, ਤਾਂ ਤੁਸੀਂ ਪੁਲਿਸ ਨੂੰ ਬੁਲਾਓ, ਉਹਨਾਂ ਦੀ ਹੈਲਪ ਲਵੋ ਵੀ ਇਹਦੇ ਕੋਲ ਇਹ ਤਾਂ ਇੱਥੇ ਇਹਨੇ ਨੂੰ ਹੀ ਰਹਿਣਾ ਚਾਹੀਦਾ, ਇਹਨਾਂ ਨੂੰ ਜਾਣਾ ਚਾਹੀਦਾ। ਬਟ ਕੀ ਕਰੀਏ?
ਮਹਾਂਮਾਰੀ ਪਈ ਹੋਈ ਹੈ ਇੱਥੇ, ਕੀ ਕਰੀਏ, ਘਰ ਹੈ ਨਹੀਂ, ਹਾਊਸਿੰਗ ਹੈ ਨਹੀਂ, ਕੀ ਕਰ ਸਕਦੇ ਆ? ਇਹ ਤਾਂ ਗਲੋਬਲ ਇਸ਼ੂ ਬਣ ਗਿਆ, ਇਹਦੇ 'ਚ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਦੂਜੀ ਜਿਹੜੀ ਗੱਲ ਹੈ ਮਨੋਜ ਜੀ ਨੇ ਦੱਸੀ, ਗੱਲ ਬੜੀ ਵਧੀਆ ਹੈ ਇਹਨਾਂ ਦੀ। ਰੀਅਲ estate ਬੋਰਡ ਤਾਂ ਨਹੀਂ ਕਰ ਸਕਦਾ, ਲੇਕਿਨ ਬਾਹਰ ਬਹੁਤ ਸਾਰੀਆਂ ਪ੍ਰਾਪਰਟੀ ਮੈਨੇਜਮੈਂਟ ਕੰਪਨੀਜ਼ ਨੇ ਜਿਹੜੇ ਜ਼ਿਆਦਾ ਆਪਾਂ ਪ੍ਰਾਪਰਟੀਜ਼ ਬਾਏ ਕਰਦੇ ਆ ਜਾਂ ਆਪਾਂ ਤੋਂ ਨਹੀਂ ਮੈਨੇਜ ਹੁੰਦਾ, ਆਪਾਂ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਨੂੰ ਵੀ ਹਾਇਰ ਕਰ ਸਕਦੇ ਆ। ਇੱਥੇ ਬਹੁਤ ਨੇ ਔਰ ਬਹੁਤ ਸਾਰਾ ਉਹ ਬਹੁਤ ਵਧੀਆ ਕੰਮ ਕਰਦੇ ਨੇ। ਜਿਹੜੀ ਇਹਨਾਂ ਨੇ ਗੱਲ ਦੱਸੀ ਆ ਨਾ, ਇਹ ਸਾਰੀਆਂ ਗੱਲਾਂ ਸਾਡੇ ਲਾਅ ਦੇ ਵਿੱਚ ਹੈਗੀਆਂ ਨੇ, ਲੇਕਿਨ ਫਿਰ ਉਹੀ ਗੱਲ ਹੈ, ਦੇਖੋ ਇਹ ਇੱਕ ਭਾਈ ਸਾਹਿਬ ਨੇ ਜਿਨ੍ਹਾਂ ਨੇ ਆਪਾਂ ਨੂੰ ਇਹ ਗੱਲ ਦੱਸੀ ਹੈ, ਲੇਕਿਨ ਉਹਨਾਂ ਨੇ ਆਸਟ੍ਰੇਲੀਆ ਦਾ ਐਗਜ਼ਾਮਪਲ ਲੈ ਕੇ ਦੱਸਿਆ। ਹੁਣ ਇੱਥੇ ਅੱਧੀ ਤੋਂ ਜ਼ਿਆਦਾ ਜਨਤਾ ਨੂੰ ਇਹ ਨਹੀਂ ਪਤਾ ਵੀ ਇਹ ਸਾਰਾ ਕੁਝ ਸਾਡੇ ਐਕਟ ਦੇ ਵਿੱਚ ਵੀ ਹੈਗਾ। ਅਸੀਂ ਕਦੀ ਐਕਸੈਸ ਕੀਤਾ? ਨਹੀਂ ਕੀਤਾ। ਕੰਡੀਸ਼ਨ ਇੰਸਪੈਕਸ਼ਨ ਰਿਪੋਰਟ ਇੱਕ ਡਾਕੂਮੈਂਟ ਹੈ ਜਿਹੜਾ ਲੀਗਲੀ ਹਰ ਮਕਾਨ ਮਾਲਿਕ ਨੂੰ ਆਉਣ ਵੇਲੇ ਤੇ ਕਿਰਾਏਦਾਰ ਦੇ ਜਾਣ ਵੇਲੇ ਕੰਪਲੀਟ ਕਰਨਾ ਪੈਂਦਾ। ਉਹਦੇ ਬਿਨਾਂ ਤੁਸੀਂ ਕੋਈ ਡਿਪੋਜ਼ਿਟ ਜਿਹੜਾ ਹੈ ਉਹਦੇ ਵਾਸਤੇ ਅਪਲਾਈ ਨਹੀਂ ਕਰ ਸਕਦੇ। ਇਹ ਹੁਣ ਕਿੰਨੀ ਜਨਤਾ ਨੂੰ ਨਹੀਂ ਪਤਾ ਹੋਊਗਾ, ਇਹ ਲਾਅ ਦੇ ਵਿੱਚ ਹੈਗਾ ਆ। ਹਰ ਮਕਾਨ ਮਾਲਿਕ ਆਪਣੇ ਯੂਨਿਟ ਦਾ 1 ਮਹੀਨੇ ਦੇ ਵਿੱਚ 1 ਵਾਰੀ ਇੰਸਪੈਕਸ਼ਨ ਕਰ ਸਕਦਾ ਹੈ। ਇਹ ਕਿੰਨਿਆਂ ਨੂੰ ਪਤਾ ਹੈ? ਨਹੀਂ ਪਤਾ। ਜੇ ਮਕਾਨ ਮਾਲਿਕ ਨੂੰ ਪਤਾ ਲੱਗ ਗਿਆ ਕਿ ਕਿਰਾਏਦਾਰ ਨੇ ਲੌਕ ਚੇਂਜ ਕਰਤਾ, ਤੁਸੀਂ ਉਹਨਾਂ ਨੂੰ ਪਹਿਲਾਂ ਤਾਂ ਇੱਕ ਵਾਰਨਿੰਗ ਲੈਟਰ ਦਿਓਗੇ ਵੀ ਜਾਂ ਤਾਂ ਮੈਨੂੰ ਇਸ ਚੀਜ਼ ਦੀ ਚਾਬੀ ਦੇ, ਜਿਹੜੀ ਸੈਕੰਡ ਚਾਬੀ ਹੈ ਉਹ ਮੈਨੂੰ ਦਿਓ ਤਾਂ ਕਿ ਮੇਰਾ ਵੀ ਜੇ ਕੋਈ ਐਮਰਜੈਂਸੀ ਹੁੰਦੀ ਹੈ ਮੈਂ ਵੀ ਯੂਜ਼ ਕਰ ਸਕਾਂ। ਉਹਨੂੰ ਫਿਰ ਇੱਕ ਟਾਈਮ ਫਰੇਮ ਦਿੰਦੇ ਹੋ ਵੀ ਤੂੰ ਇੰਨੇ ਟਾਈਮ ਦੇ ਵਿੱਚ ਸਾਨੂੰ ਚਾਬੀ ਦੇ ਦੇ, ਜਾਂ ਫਿਰ ਅਸੀਂ ਲੌਕ ਚੇਂਜ ਕਰਾ ਕੇ ਵਾਪਸ ਉਹੀ ਕਰਾ ਲਾਂਗੇ ਤੇ ਕਾਸਟ ਤੇਰੇ ਤੇ ਪਏਗੀ। ਇਹ ਕਿੰਨਿਆਂ ਨੂੰ ਪਤਾ ਆ? ਨਹੀਂ ਪਤਾ। ਤੇ ਉਹਦੇ ਬਾਅਦ ਜੇ ਤੁਸੀਂ ਅਗਲਾ ਫਿਰ ਵੀ ਲੌਕ ਨਾ ਚੇਂਜ ਕਰੇ, ਫਿਰ ਵੀ ਤੁਹਾਨੂੰ ਐਕਸੈਸ ਨਾ ਦੇਵੇ, 1 ਮੰਥ ਦਾ ਨੋਟਿਸ ਜਿਹੜਾ ਆ ਉਹ ਤੁਸੀਂ ਬੜੇ ਆਰਾਮ ਨਾਲ ਦੇ ਸਕਦੇ ਹੋ, ਕਿਉਂਕਿ ਇਹ ਤੁਹਾਡੀ ਪ੍ਰਾਪਰਟੀ ਨੂੰ ਰਿਸਕ ਆ। ਜੇ ਅਗਲਾ ਲੌਕ ਨਹੀਂ ਦਿੰਦਾ, ਐਕਸੈਸ ਨਹੀਂ ਦਿੰਦਾ, ਕੱਲ ਨੂੰ ਕੋਈ ਐਮਰਜੈਂਸੀ ਆ ਜਾਂਦੀ ਹੈ, ਤੁਸੀਂ ਅੰਦਰ ਕਿੱਦਾਂ ਵੜੋਗੇ? ਇਹ ਤਾਂ ਸਾਰੇ ਵੈਲਿਡ ਰੀਜ਼ਨ ਨੇ ਤੇ ਇਹ ਸਾਰਾ ਕੁਝ ਐਕਟ ਦੇ ਵਿੱਚ ਹੈਗਾ ਆ। ਲੇਕਿਨ ਕਿੰਨੇ ਆ ਆਪਾਂ ਜਿਹੜੇ ਜਾਣਨਾ ਚਾਹੁੰਦੇ ਆ ਤੇ ਕਿੰਨੀ ਪਰਸੈਂਟੇਜ ਜਿਹੜੀ ਸਿਰਫ ਕੰਪਲੇਨ ਕਰਨਾ ਚਾਹੁੰਦੇ? ਗੱਲ ਇਹ ਵੀ ਹੈ ਨਾ ਜੀ ਰੰਗੀਨਾ ਜੀ, ਇਲੀਗਲ ਬੇਸਮੈਂਟ ਹੈ ਤੇ ਚੈੱਕ ਦੀ ਜਗ੍ਹਾ ਕੈਸ਼ ਵੀ ਲੈਣੇ ਨੇ, ਉਹ ਵੀ ਚੀਜ਼ਾਂ ਨਾਲ ਚੱਲਦੀਆਂ ਨੇ ਨਾ ਜੀ। ਉਹਦੇ 'ਚ ਵੀ ਮਾਲਕ ਮਕਾਨਾਂ ਨੂੰ ਸੋਚਣਾ ਚਾਹੀਦਾ, ਜਦ ਸ਼ੁਰੂਆਤ ਇਹ ਗਲਤ ਹੈ ਤਾਂ ਉਹ ਕਿੱਥੇ ਤੱਕ ਜਾਓਗੇ ਤੁਸੀਂ? ਜੀ ਕਿਰਾਇਆ ਬਿਲਕੁਲ ਕੈਸ਼ ਦੇ ਵਿੱਚ ਲੈਣਾ ਇਲੀਗਲ ਹੈਗਾ, ਇਹ ਵੀ ਸਾਰਿਆਂ ਨੂੰ ਨਹੀਂ ਪਤਾ। ਤੁਹਾਡੀ ਬੇਸਮੈਂਟ ਲੀਗਲ ਹੋਵੇ ਨਾ ਲੀਗਲ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਪਤਾ ਹੈ ਕਿ ਟੈਨੈਂਸੀ ਬ੍ਰਾਂਚ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਤੁਹਾਡੀ ਬੇਸਮੈਂਟ ਲੀਗਲ ਹੈ ਜਾਂ ਇਲੀਗਲ ਹੈ, ਕਿਉਂਕਿ ਉਹ ਕੌਣ ਹੈ? ਉਹ ਬਿਲਡਿੰਗ ਕੋਡਸ ਵਾਲੇ ਨੇ, ਉਹ ਤੁਹਾਡੀ ਲੋਕਲ ਮਿਊਨਿਸਪੈਲਿਟੀ ਤੁਹਾਨੂੰ ਦੱਸੂਗੀ। ਸਾਡਾ ਕੀ ਲੈਣਾ ਦੇਣਾ ਇਹਦੇ 'ਚ? ਪਰ ਕੈਸ਼ ਨਹੀਂ ਲੈ ਸਕਦੇ। ਨਹੀਂ ਲੈ ਸਕਦੇ, ਬਿਨਾਂ ਰਸੀਦ ਦਿੱਤੇ ਨਹੀਂ ਲੈ ਸਕਦੇ। ਲੈ ਸਕਦੇ ਹੋ ਪਰ ਰਸੀਦ ਨਾਲ ਦੇ ਨਾਲ ਦਿਓ, ਉਹ ਦੇਣਾ ਪਏਗਾ। ਧੰਨਵਾਦ ਰੰਗੀਨਾ ਜੀ, ਸਮਾਂ ਮੇਰਾ ਖਤਮ ਹੋ ਗਿਆ, ਪਰ ਲੋਕਾਂ ਦੇ ਬਹੁਤ ਜ਼ਿਆਦਾ ਡਿਸਪਿਊਟ ਨੇ। ਹੁਣ ਗੱਲ ਇੱਥੇ ਖੜੀ ਹੈ ਵੀ ਰੀਅਲਿਸਟਿਕਲੀ ਸਾਡਾ ਕੁਛ ਟੈਨੈਂਸੀ ਬ੍ਰਾਂਚ ਕੁਛ ਕਹਿੰਦੀ ਆ, ਪਰ ਗਰਾਊਂਡ ਰਿਐਲਿਟੀ ਹੋਰ ਹੈ। ਇਹਦੇ ਤੇ ਫਿਰ ਜਿਸ ਦਿਨ ਸਮਾਂ ਬਣਿਆ ਤੁਹਾਨੂੰ ਸੱਦਾਂਗਾ ਜੀ। ਮਾਫੀ, ਕੁਛ ਸਖਤ ਸ਼ਬਦ ਜਿਹੜੇ ਕਾਲਰਸ ਨੇ ਵਰਤੇ ਨੇ ਉਹਦੇ ਲਈ ਮੈਂ ਮਾਫੀ ਮੰਗਦਾ, ਕਿਉਂਕਿ ਮੇਰਾ ਇਹ ਮੈਨੂੰ ਕੰਟਰੋਲ ਕਰਨਾ ਇਹ ਕੋਈ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ। ਪਰ ਡੈਸਪਰੇਸ਼ਨ ਹੈ, ਕੋਈ ਤੁਹਾਡੇ ਅਗੇਂਸਟ ਨਹੀਂ, ਉਹ ਗਵਰਨਮੈਂਟ ਨਾਲ ਤੇ ਟੈਨੈਂਸੀ ਡਿਪਾਰਟਮੈਂਟ ਨਾਲ ਔਖੇ ਨੇ। ਹੁਣ ਜਿਹੜਾ ਰੈਪ ਹੈ, ਰੈਪ ਨੂੰ ਇਸ ਦੇ ਥਰੂ ਜਾਣਾ ਪੈਂਦਾ। ਧੰਨਵਾਦ ਤੁਹਾਡੇ ਸਮੇਂ ਲਈ, ਫੇਰ ਬਹੁਤ ਤੁਹਾਡਾ ਬਹੁਤ ਧੰਨਵਾਦ ਜੀ। ਰੰਗੀਨਾ ਸਿੱਧੂ ਜੀ ਗੱਲਬਾਤ ਕਰ ਰਹੇ ਸੀ, ਇਨਫੋਰਮੇਸ਼ਨ ਅਫੀਸਰ ਨੇ ਉਹ ਟੈਨੈਂਸੀ ਬ੍ਰਾਂਚ ਦੇ ਸੂਬੇ ਦੇ। ਪਰ ਇਹ ਗੱਲ ਮੈਂ ਹੁਣ ਇੱਕ ਦਿਨ ਤੁਹਾਡੇ ਇਸ ਨੂੰ ਸਮਾਂ ਦੇਵਾਂਗਾ ਵੀ ਰੀਅਲਿਸਟਿਕਲੀ ਕੁਛ ਹੋਰ ਹੈ ਤੇ ਗਰਾਊਂਡ ਰਿਐਲਿਟੀ ਹੋਰ ਹੈ, ਤੇ ਉਹ ਮੰਨਦੇ ਨੇ ਵੀ ਅਸੀਂ ਬਹੁਤ ਬੈਕਲੌਗ ਦੇ ਵਿੱਚ ਹਾਂ। ਤੇ ਫਿਰ ਇਹ ਹੁਣ MLA ਨੂੰ ਆਪਣੇ ਵਾਲਿਆਂ ਨੂੰ ਕਹੋ, ਫਿਰ ਫੜੋ ਇਹਨਾਂ ਨੂੰ ਕਿ ਸਾਡੇ 2-2 ਮਿਲੀਅਨ ਦੇ ਘਰ ਖਰਾਬ ਹੋ ਰਹੇ ਨੇ, ਤੁਸੀਂ ਉੱਥੇ ਜਿਹੜੇ ਭੇਜੇ ਹੋਏ ਹੋ ਤੁਸੀਂ ਕੀ ਕਰਦੇ ਹੋ ਬਈ? ਫਿਰ ਘਰ ਤੋੜ ਤੇ ਘਰ ਬੁਰਾ ਹਾਲ ਆ, ਕੋਈ ਕਿਰਾਏਦਾਰ ਨਿਕਲਦਾ ਨਹੀਂ। ਹੁਣ ਉਹ ਜਿਹੜਾ ਧਾਲੀਵਾਲ ਉਹਨੂੰ ਦੱਸ ਕੇ ਕਹਿੰਦੇ ਮੇਰੇ ਗੁਆਂਢੀ ਦਾ $20,000 ਅਖੀਰਲੀ ਭੈਣ ਜੀ ਦਾ ਫੋਨ ਸੀ ਵੀ ਬੰਦਾ ਉਹ ਰੱਖ ਲਿਆ, ਉਹ ਤਾਂ ਕ੍ਰਿਮੀਨਲ ਰੈਕੋਰਡ ਆ, 2 ਵਾਰ ਪੁਲਿਸ ਆਉਂਦੀ ਆ ਹਫ਼ਤੇ ਦਿਹਾੜੀ 'ਚ। ਬਹੁਤ ਔਖਾ। ਦੇਖੋ ਜੀ, ਬੇਨਤੀ ਇੱਕ ਹੋਰ ਹੈ ਕਿ ਕੋਸ਼ਿਸ਼ ਕਰਾਂਗੇ ਇਸ 'ਤੇ, ਇਹ ਵੱਡਾ ਵਿਸ਼ਾ ਹੈ ਤੇ ਤੁਸੀਂ ਹਰ ਰੋਜ਼ ਇਸ ਦੇ ਬਾਰੇ ਫੋਨ ਕਰਦੇ ਹੋ। ਜਦ ਕੋਈ ਰੈਪ ਆਉਂਦਾ ਤਾਂ ਰੈਪ ਤੋਂ ਆਪਾਂ ਸਵਾਲ ਹੀ ਪੁੱਛ ਸਕਦੇ ਹਾਂ। ਰੈਪ ਸਾਰੀਆਂ ਚੀਜ਼ਾਂ ਦਾ ਇਨਫੋਰਮੇਸ਼ਨ ਅਫੀਸਰ ਹੱਲ ਨਹੀਂ ਹੈ, ਤੁਹਾਨੂੰ ਜਾਣਕਾਰੀ ਉਹ ਦੇਣ ਆ ਸਕਦੇ ਨੇ। ਜਦ ਪਹਿਲਾਂ ਜਾਣਕਾਰੀ ਕਰਕੇ ਐਟਲੀਸਟ ਅਵੇਅਰ ਹੋਈਏ, ਫਿਰ ਉਹਦੇ ਹਿਸਾਬ ਨਾਲ ਘਰ ਸਾਰੇ ਆਪਾਂ ਕਰਦੇ ਹਾਂ, ਲਿਖ ਕੇ ਵੀ ਹੁਣ ਦਿੰਦੇ ਹਾਂ, ਕੰਟਰੈਕਟ ਵੀ ਕਰਦੇ ਹਾਂ। ਪਰ ਫਿਰ ਵੀ ਇਹ ਦੇਸ਼ ਦੇ ਵਿੱਚ ਬਹੁਤ ਗ੍ਰੇ ਏਰੀਆ, ਗ੍ਰੀਨ ਤੇ ਰੈੱਡ ਦੇ ਵਿੱਚ ਜਿਹਦਾ ਲੋਕ ਆਨੰਦ ਮਾਣਦੇ ਆ। ਪਰ ਕੋਸ਼ਿਸ਼ ਕਰਾਂਗੇ ਰੰਗੀਨਾ ਸਿੱਧੂ ਉਹਨਾਂ ਨੂੰ ਫੇਰ ਲੈ ਕੇ ਆਵਾਂਗੇ, ਤੁਹਾਡੇ ਸਵਾਲ ਜ਼ਰੂਰ ਪੁੱਛਾਂਗੇ। ਕੱਲ੍ਹ ਨੂੰ ਮੁੜਦੇ ਹਾਂ, ਰੱਬ ਰੱਖ।